ਪ੍ਰਾਈਮ ਏਸ਼ੀਆ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਦੋਸਤੋ, ਅੱਜ ਅਸੀਂ ਖੁੱਲ੍ਹ ਕੇ ਗੱਲਾਂ ਕਰਨੀਆਂ ਨੇ। ਗੱਲਾਂ ਉਹ ਕਰਨੀਆਂ ਨੇ ਜਿਹੜੀਆਂ ਸਾਨੂੰ ਬੀਤੇ ਜ਼ਮਾਨੇ ਵਿੱਚ ਵੀ ਲੈ ਜਾਣਗੀਆਂ ਅਤੇ ਸਾਨੂੰ ਆਪਣੀਆਂ ਲੱਗਣਗੀਆਂ ਅਤੇ ਤੁਹਾਡੀਆਂ ਟਿੱਪਣੀਆਂ ਦਾ ਵੀ ਸਾਨੂੰ ਸ਼ਿੱਦਤ ਦੇ ਨਾਲ ਇੰਤਜ਼ਾਰ ਰਹੇਗਾ। ਬਹੁਤ ਸਾਰੇ ਲੋਕ ਆ, ਜਦੋਂ ਆਪਾਂ ਗੱਲ ਪੰਜਾਬ ਦੀ ਕਰਦੇ ਹਾਂ, ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹਾਂ, ਤੇ ਅਕਸਰ ਅਸੀਂ ਕਹਿੰਦੇ ਹਾਂ ਕਿ ਪੰਜਾਬ ਮੇਲਿਆਂ ਦੀ ਮੁਸਾਹਿਬਿਆਂ ਦੀ ਧਰਤੀ ਹੈ। ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਹਿੱਸੇ, ਕੋਨੇ, ਪਿੰਡ, ਸ਼ਹਿਰ ਵਿੱਚ ਕੋਈ ਨਾ ਕੋਈ ਮੇਲਾ ਲੱਗਦਾ ਹੈ ਜਾਂ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਕੁਝ ਇੱਕੋ ਤਿਉਹਾਰ ਨੇ ਜਿਹੜੇ ਅਸੀਂ ਬਹੁਤ ਨਿੱਠ ਕੇ ਮਨਾਉਂਦੇ ਹਾਂ, ਜਿਹੜੇ ਬਚਪਨ ਬਰੇਸ ਵਿੱਚ ਵੀ ਮਨਾਏ ਜਾਂਦੇ ਨੇ ਤੇ ਜਵਾਨੀ ਦੀ ਦਹਲੀਜ਼ 'ਤੇ ਜਾਂਦਿਆਂ ਵੀ ਮਨਾਏ ਜਾਂਦੇ ਨੇ ਅਤੇ ਆਖਰੀ ਦਿਨਾਂ ਤੱਕ ਸਾਨੂੰ ਆਪਣੀ ਜ਼ਿੰਦਗੀ ਵਿੱਚ ਉਹਨਾਂ ਤਿਉਹਾਰਾਂ ਦਾ ਇੰਤਜ਼ਾਰ ਰਹਿੰਦਾ ਹੈ। ਸੋ ਉਹਨਾਂ ਦੇ ਮੁਤਲਕ ਅੱਜ ਗੱਲਬਾਤ ਕਰਾਂਗੇ ਅਤੇ ਤੁਹਾਨੂੰ ਵੀ ਪ੍ਰੋਗਰਾਮ ਦੌਰਾਨ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਬਾਟ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ। ਮੈਂ ਸੋਚ ਰਿਹਾ ਸੀ ਕਿ ਕਿੰਨੇ ਕਾਪਾ ਰਸਮੀ ਜਿਹਾ ਹੋ ਗਿਆ ਨਾ ਜੀ, ਇੱਕ ਦੂਜੇ ਨਾਲ ਤੁਹਾਡੇ ਸਬੰਧ ਸਾਰੇ ਬੜੇ ਅਜੀਬ ਜਿਹਾ ਹੋ ਗਏ। ਹੁਣ ਕਿਸੇ ਦੇ ਘਰੇ ਵੀ ਜਾਈਏ ਕੁੰਡਾ ਖੜਕਾ ਕੇ, ਚਾਹੇ ਉਹ ਬੁਲਾਵੇ ਵੀ, ਉੱਥੇ ਜਾ ਕੇ ਸਾਨੂੰ ਹਮੇਸ਼ਾ ਖਿਆਲ ਰਹਿੰਦਾ ਕਿ ਸੋਫੇ 'ਤੇ ਚੰਗੀ ਤਰ੍ਹਾਂ ਬੈਠਣਾ, ਕਿਤੇ ਪੈਰ ਉੱਪਰ ਨਾ ਰੱਖੋ ਜਵੇ। ਬੰਦਾ ਬਾਰ-ਬਾਰ ਕੋਟ ਨੂੰ ਐਂ ਕਰਦਾ ਰਹਿੰਦਾ ਕਿ ਭਾਈ ਇਹ ਠੀਕ ਹੈ, ਟਾਈ ਜਿਹੜੀ ਇਹ ਸਿੱਧੀ ਹੈ, ਸਾਹਮਣੇ ਵਾਲੇ ਧਿਆਨ ਦੇ ਵਿੱਚ ਵੀ ਰੱਖਣਾ ਹੈ ਕਿ ਗੁਲਾਬ ਜਾਮਣ ਜਿਹੜੇ ਆ ਪਲੇਟ ਦੇ ਵਿੱਚ ਚੰਗੇ ਤਰੀਕੇ ਟਿਕਾਏ ਆ, ਕਿਉਂਕਿ ਸਮਾਨ ਤਾਂ ਉਹੀ ਹੈ, ਅਗੜ ਦੁਗੜਾ ਵੀ ਪਿਆ ਹੋ ਸਕਦਾ, ਤੇ ਜਿਹਨੇ ਐਂ ਟਿਕਾਇਆ ਵੀ ਬੜੇ ਵਧੀਆ, ਕਿਆ ਕਮਾਲ ਦਾ ਉਹਨਾਂ ਨੇ ਸਾਨੂੰ ਪਰੋਸਿਆ। ਕਈ ਵਾਰੀ ਇਹ ਵੀ ਹੁੰਦਾ, ਅਗਲਾ ਜਵਾਬ ਦਿੰਦਾ ਕਿੱਦਾਂ, ਠੀਕ ਠਾਕ ਉਹ ਸਾਰੇ ਕਰਦੇ? ਹਾਂਜੀ, ਸਾਰੇ ਠੀਕ ਨੇ, ਬਿਲਕੁਲ ਠੀਕ ਨੇ। ਹੁਣ ਪਹਿਲਾਂ ਵਾਲੀ ਗੱਲ ਹੀ ਨਹੀਂ ਰਹੀ, ਗਿਣਿਆ ਨੱਪਿਆ ਜਾਂ ਜਵਾਬ ਤੁਲਿਆ ਹੋਇਆ। ਐਂ ਲੱਗਦਾ ਹੁੰਦਾ ਕਿ ਜਿੱਦਾਂ ਇੱਕ ਵਿੱਥ ਜੀ ਰੱਖ ਕੇ ਚੱਲੀ ਜਾਂਦੇ ਆ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਜੇ ਕਿਸੇ ਦੇ ਘਰੇ ਜਾਣਾ, ਅਗਲਾ ਜਿਹੜੇ ਮੰਜੇ ਤੇ ਬੈਠਾ, ਚੱਲ ਮਾਰੀ ਚੌਂਕੜੀ, ਉਸੇ ਮੰਜੇ ਦੇ ਉੱਤੇ ਬਹਿ ਜਾ, ਉਹਨੇ ਵੀ ਦੱਸਣਾ ਫਿਰ ਤੇਰੇ ਕਿੱਦਾਂ, ਹਾਂ ਦਿਖਾ ਖਾਂ ਲੱਤ ਤੇਰੇ ਫੋੜਾ ਹੋਇਆ ਹੈ ਪਿਛਲੇ ਸਾਲ, ਉਹਦਾ ਨਿਸ਼ਾਨ ਪਤਾ ਹੁੰਦਾ ਸੀ ਹੋਇਆ ਕਿੱਥੇ ਸੀ ਨਾ, ਉਹ ਆਪੇ ਫਿਰ ਦਿਖਾ ਦੇਣੀ ਲੱਤ। ਉੱਥੇ ਕਿਹੜੀ ਗੱਲ ਆ ਕਿ ਭਾਈ ਜਾਂ ਲੱਤਾਂ ਨੰਗੀਆਂ ਹੀ ਹੁੰਦੀਆਂ ਸੀ। ਹੁਣ ਮੈਂ ਇਦਾਂ ਤਾਂ ਨਹੀਂ ਸੀ ਕਹਿਣਾ ਕਿ ਜਦੋਂ ਪਜਾਮਾ ਸਾਹਿਬ ਤਾਂ ਕਦੇ ਕਦੀ ਮਿਲਦੇ ਹੁੰਦੇ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਰਸਮੀ ਜੀ ਕਾਰ ਵਿੱਚ ਵੱਜ ਗਈਆਂ। ਉਦੋਂ ਆਪਣਾ ਤਬਾਵਾ ਹੁੰਦੀ ਸੀ ਨਾ। ਫਿਰ ਜਦੋਂ ਕਦੇ ਬੰਦਾ, ਹੁਣ ਕੰਮਕਾਰ ਦੇ ਉੱਤੇ ਵੀ ਜਾਓ ਤੇ ਕੰਮਕਾਰ 'ਤੇ ਬੰਦਾ ਕਹਿੰਦਾ ਕਿ ਆਪਾਂ ਬਈ ਠੀਕ ਤਰੀਕੇ ਟੇਬਲ ਕੁਰਸੀ ਜਿਹੜੀ ਉਹ ਲੱਗੀ ਆ ਉੱਤੇ ਬਹਿਣਾ, ਪੈਨ ਇਸ ਤਰੀਕੇ ਨਾਲ ਇੱਥੇ ਨਹੀਂ ਰੱਖਣਾ, ਇੱਥੇ ਰੱਖਣਾ, ਪੈਨ ਇੱਦਾਂ ਦਾ ਲੈਣਾ। ਉਹ ਜਿਹੜੀਆਂ ਰਸਮੀ ਕਾਰਵਾਈਆਂ ਆ ਗਈਆਂ, ਕਦੇ ਬੰਦਾ ਨਾ ਉਹਦੇ ਵਿੱਚੋਂ ਸਾਰੀ ਚੀਜ਼ ਨੂੰ ਤੋੜ ਕੇ ਬਾਹਰ ਨਿਕਲਣ ਨੂੰ ਕਰਦਾ ਜੀ ਕਿ ਭਾਈ ਆਹ ਕੀ ਚੱਕਰ ਹੋ ਗਿਆ। ਫਿਰ ਬੰਦਾ ਬਚਪਨ ਵੱਲ ਨੂੰ ਸੋਚਦਾ, ਫਿਰ ਬੰਦਾ ਆਪਣੇ ਤਿਉਹਾਰਾਂ ਵੱਲ ਨੂੰ ਸੋਚਦਾ ਕਿ ਭਾਈ ਉਹ ਤਾਂ ਕਿਆ ਦਿਨ ਸੀ, ਕਿਆ ਹੀ ਬਾਤਾਂ ਸੀ। ਹੁਣ ਅੱਜ ਆਪਾਂ ਪ੍ਰਾਈਮ ਏਸ਼ੀਆ TV ਦੇ ਦਰਸ਼ਕਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਅੱਜ ਆਪਾਂ ਥੋੜ੍ਹਾ ਚੇਤੇ ਕਰਾਉਣਾ, ਥੋੜ੍ਹਾ ਪਿੱਛੇ ਲੈ ਕੇ ਜਾਣਾ ਕਿ ਤਿਉਹਾਰ ਅੱਜ ਕਿਹੋ ਜਿਹਾ ਹੈ ਤੇ ਪਹਿਲਾਂ ਅਸਲ ਦੇ ਵਿੱਚ ਉਹਨਾਂ ਦੀ ਖੁਸ਼ਬੂ ਕਿੱਦਾਂ ਦੀ ਹੁੰਦੀ ਸੀ, ਪਹਿਲਾਂ ਆਪਣੱਤ ਕਿੱਦਾਂ ਦੀ ਹੁੰਦੀ ਸੀ, ਮਹਿਕ ਕਿੱਦਾਂ ਦੀ ਹੁੰਦੀ ਸੀ। ਜਿਹੋ ਜਿਹੀ ਮਾਂ ਜਾਂ ਬਾਪ ਨੇ ਆਪਣੇ ਬੱਚੇ ਨੂੰ ਗਲਵੱਕੜੀ ਪਾ ਲਈ, ਉਹੋ ਜਿਹਾ ਤਿਉਹਾਰ ਹੁੰਦਾ ਸੀ, ਉਹੋ ਜਿਹੇ ਨਿੱਘ ਹੁੰਦਾ ਸੀ, ਉਹੋ ਜਿਹੀ ਗਰਮਾਹਟ ਹੁੰਦੀ ਸੀ। ਅੱਜ ਤਾਂ ਕੰਮ ਕੁਝ ਧੂਆਂ ਜੇ ਹੋ ਗਿਆ। ਬਾਟ ਸਾਹਿਬ, ਮੈਨੂੰ ਲੱਗਦਾ ਕਿ ਜਿਉਂ ਪਦਾਰਥਵਾਦੀ ਯੁੱਗ ਦੇ ਵਿੱਚ ਅਸੀਂ ਐਂਟਰ ਕਰੀ ਜਾ ਰਹੇ ਹਾਂ, ਧੱਸਦੇ ਜਾ ਰਹੇ ਹਾਂ, ਮੈਨੂੰ ਲੱਗਦਾ ਕਿ ਉਹ ਜਿਹੜੇ ਤਿਉਹਾਰ ਨੇ ਉਹਨਾਂ ਦਾ ਰੰਗ ਢੰਗ, ਮੂੰਹ ਮਹਾਂਦਰਾ ਬਦਲ ਗਿਆ। ਕਿਉਂਕਿ ਜਿਹੋ ਜਿਹਾ ਜ਼ਮਾਨਾ ਉਹੋ ਜਿਹੇ ਤਿਉਹਾਰਾਂ ਦੀ ਹੋ ਸਕਦਾ ਹੁਣ ਵੀ ਬਹੁਤ ਵੱਡੇ ਪੈਮਾਨੇ ਦੇ ਉੱਤੇ ਹੁਣ ਖਰੀਦੋ ਫਰੋਖਤ ਹੁੰਦੀ ਹੈ, ਪਰ ਹੁਣ ਸਿਰਫ ਇਹ ਹੁੰਦਾ ਕਿ ਅਸੀਂ ਕੀ ਲਿਆਂਦਾ ਤੇ ਦੁਕਾਨਦਾਰ ਨੇ ਕੀ ਵੇਚਣਾ, ਉਸੇ ਚੀਜ਼ਾਂ ਦੀ ਮਸ਼ਹੂਰੀ ਹੋਣੀ ਹੈ, ਉਹੀ ਚੀਜ਼ਾਂ ਅਸੀਂ ਖਰੀਦਣੀਆਂ ਨੇ। ਪਹਿਲਾਂ ਪਹਿਲ ਲੋਕ ਘਰਾਂ ਵਿੱਚ ਹੀ, ਭਾਵੇਂ ਤਿਉਹਾਰ ਵੱਡਾ ਹੈ, ਤਿਉਹਾਰ ਛੋਟਾ ਹੈ, ਭਾਵੇਂ ਲੋਹੜੀ ਹੈ, ਦੀਵਾਲੀ ਹੈ, ਕੋਈ ਵੀ ਚੀਜ਼ ਹੈ, ਬਹੁਤਾ ਸਮਾਨ ਲੋਕ ਘਰਾਂ ਵਿੱਚ ਬਣਾਉਂਦੇ। ਤਾਂ ਕਈ ਬੀਬੀਆਂ ਨੇ ਇਕੱਠੀਆਂ ਹੋ ਕੇ ਸਮਾਨ ਬਣਾ ਲੈਣਾ, ਜਾਂ ਫਿਰ ਉਹਨਾਂ ਤਿਉਹਾਰਾਂ ਦਾ ਨਿੱਘ ਵੀ ਵੱਖਰਾ ਹੁੰਦਾ ਸੀ ਤੇ ਖਿੱਚ ਵੀ ਵੱਖਰੀ ਹੁੰਦੀ ਸੀ। ਹੁਣ ਤਾਂ ਆਮ ਲੋਕਾਂ ਵਾਸਤੇ ਰੋਜ਼ ਦੀਵਾਲੀ ਹੈ, ਕਿਉਂਕਿ ਅੱਗੇ ਸ਼ਹਿਰ ਕਿਸੇ ਨੇ ਜਾਣਾ, ਉਹ ਹੁੰਦਾ ਸੀ ਭਾਈ ਦੀਵਾਲੀ ਵਾਸਤੇ ਕੋਈ ਚੀਜ਼, ਬਰਫੀ ਖਰੀਦਣੀ ਹੈ, ਮਿਠਾਈ ਖਰੀਦਣੀ ਹੈ, ਜਲੇਬੀਆਂ ਖਰੀਦ ਕੇ ਲਿਆਉਣੀਆਂ ਨੇ ਬੱਚਿਆਂ ਵਾਸਤੇ। ਹੁਣ ਇਹਨਾਂ ਚੀਜ਼ਾਂ ਹੀ ਤਾਂ ਖਿੱਚ ਕੁੱਚ ਕੋਈ ਨਹੀਂ ਨਾ। ਹੁਣ ਮਿਠਾਈ ਵੀ ਲੋਕ ਰੋਜ਼ ਖਾ ਲੈਂਦੇ ਨੇ, ਜਲੇਬੀਆਂ ਵੀ ਲੋਕ ਰੋਜ਼ ਖਾ ਲੈਂਦੇ ਨੇ। ਹੁਣ ਤਾਂ ਬਹੁਤੇ ਡਾਕਟਰ ਇਹਨਾਂ ਚੀਜ਼ਾਂ ਨੂੰ ਬੰਦ ਹੀ ਕਰੀ ਜਾਂਦੇ ਆ। ਹੁਣ ਤਿਉਹਾਰਾਂ ਦਾ, ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀ ਕਿ ਮੂੰਹ ਮਹਾਂਦਰਾ ਬਦਲ ਗਿਆ। ਮੈਨੂੰ ਯਾਦ ਹੈ ਜਦੋਂ ਬਚਪਨ ਦੇ ਵਿੱਚ ਹੁੰਦੇ ਸੀ, ਲੋਹੜੀ ਦਾ ਇੰਨਾ ਚਾਅ ਹੋਣਾ ਕੀ ਭਲਾ ਕੀ ਹੈ ਵੀ ਪਿੰਡ 'ਚੋਂ ਮੰਗ ਕੇ ਲਿਆਵਾਂਗੇ। ਅਸਲ ਦੇ ਵਿੱਚ ਨਾ ਤਾਂ ਕਿਸੇ ਦੇ ਘਰ ਇਹ ਹੁੰਦਾ ਸੀ ਕਿ ਦਾਣਿਆਂ ਦੀ ਤੋੜ ਹੈ, ਨਾ ਕੁਝ ਹੀ ਇਹ ਹੁੰਦਾ ਸੀ ਕਿ ਕੁਝ ਪੈਸਾ ਟਕਾ ਧੇਲਾ ਮਿਲ ਜੂਗਾ, ਪਰ ਉਹਦੇ 'ਚ ਉਤਸ਼ਾਹ ਜਾਂ ਇੱਕ ਵੱਖਰਾ ਚਾਅ ਜਿਹਾ ਹੁੰਦਾ ਸੀ, ਮਲਾਰ ਹੁੰਦਾ ਸੀ ਕਿ ਪਿੰਡ ਦੇ ਸਾਰੇ ਇਕੱਠੇ ਹੋਵਾਂਗੇ ਬੱਚੇ ਅਤੇ ਮੰਗਣ ਜਾਵਾਂਗੇ। ਫਿਰ ਉੱਚੀ ਹੋਕੇ ਲਾਉਂਦਿਆਂ ਨੇ ਜਾਣਾ। ਮੈਨੂੰ ਯਾਦ ਹੈ ਕਿ ਆਪਾਂ ਇਹਨੂੰ ਪਿੱਠ ਭੂਮੀ 'ਚ ਲਿਆਉਣ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ ਮੈਂ ਅਤੇ ਮੇਰਾ ਵੱਡਾ ਭਰਾ ਮੇਰੇ ਤੋਂ, ਅਸੀਂ ਮੰਗਣ ਗਏ ਕਿਸੇ ਦੇ ਲੋਹੜੀ ਜਦੋਂ ਮੰਗਣ ਗਏ ਤੇ ਉਧਰੋਂ ਉਹਨਾਂ ਦੀ ਗਾਂ ਖੁੱਲ੍ਹ ਗਈ।
ਹੁਣ ਗਾਂ ਖੁੱਲ ਕੇ ਆ ਕੇ ਉਹ ਨਿਆਣਿਆਂ ਦੇ ਵਿੱਚ ਆ ਵੜੀ ਤੇ ਉਹਨੇ ਨਾ ਮੇਰੇ ਭਰਾ ਨੂੰ ਆ ਕੇ ਸਿੰਗਾਂ ਤੇ ਚੱਕ ਕੇ ਉਹ ਮਰਿਆ ਵਗਾ ਕੇ। ਕੀ ਪਤਾ। ਤੇ ਸੱਟ ਸੁੱਟ ਤਾਂ ਘੱਟ ਲੱਗੀ ਪਰ ਡਰ ਅਸੀਂ ਜ਼ਿਆਦਾ ਗਏ, ਰੌਲਾ ਜ਼ਿਆਦਾ ਪੈ ਜਾਂਦਾ ਹੁੰਦਾ, ਰੌਲਾ ਵੀ ਜ਼ਿਆਦਾ ਪਿਆ ਕਿਉਂਕਿ ਅਸੀਂ 25-30 ਜਾਣੇ ਇਕੱਠੇ ਸੀ। ਅਸੀਂ ਦੋਨੇ ਭਰਾ ਉੱਥੋਂ ਹੀ ਵਾਪਸ ਘਰ ਨੂੰ ਆ ਗਏ। ਅਗਲੇ ਸਾਲ ਕਹਿੰਦੇ ਫੇਰ ਦੇਖ ਲਓ ਘਰ ਦੇ, ਕਹਿੰਦੇ ਵੀ ਖਿਆਲ ਨਾ ਜਾਇਓ ਕਿਉਂਕਿ ਡੰਗਰ ਡਰ ਜਾਂਦੇ ਸੀ ਜਦੋਂ ਉੱਚੀ ਉੱਚੀ ਡਰਨਾ, ਇਕੱਠ ਦੇਖਣਾ ਜਾਂ ਉਹ ਗਾਉਂਦਿਆਂ ਨੇ ਕੁਝ ਜਾਣਾ। ਅਗਲੇ ਸਾਲ ਜਦੋਂ ਲੋਹੜੀ ਫੇਰ ਮੰਗਣ ਵਾਸਤੇ ਗਏ ਅਸੀਂ, ਫੇਰ ਹਲੇ ਲੋਹੜੀ ਮੰਗਦੇ ਜੇ ਧੱਕਾ ਜਿਹਾ ਪੈ ਗਿਆ, ਛੋਟਾ ਜਿਹਾ ਦਰਵਾਜ਼ਾ ਸੀ ਜਿਨ੍ਹਾਂ ਦੇ ਅਸੀਂ ਘਰ ਵੜਨ ਲੱਗੇ ਸਾਰੇ ਜਾਣੇ, ਉਸੇ ਹੀ ਭਰਾ ਦਾ ਮੇਰੇ ਦਾ ਪੈਰ ਤਿਲਕਿਆ ਤੇ ਉਹਨਾਂ ਦੇ ਇੱਥੇ ਗਲੀ ਹੋ ਗਈ ਤੇ ਮੁੜ ਕੇ ਅਸੀਂ ਲੋਹੜੀ ਮੰਗਣ ਨਹੀਂ ਗਏ। ਨਹੀਂ ਕਈ ਵਾਰੀ ਨਾ ਯਾਦਾਂ ਬੈਨੀਪਾਲ ਸਾਹਿਬ ਇਦਾਂ ਦੀਆਂ ਜੁੜ ਜਾਂਦੀਆਂ। ਹੁਣ ਤੁਸੀਂ ਦੇਖੋ ਚੀਜ਼ ਚੇਤੇ ਆ ਕਿ ਗਾਂ ਨੇ ਚੱਕ ਕੇ ਸਿੰਘਾਂ ਤੇ, ਉਹ ਆਮ ਵਰਤਾਰਾ ਹੁੰਦਾ ਸੀ। ਇਹ ਨਹੀਂ ਸੀ ਕਿ ਉਹ ਪਿੰਡ ਦਾ ਪਹਿਲਾ ਬੰਦਾ ਹੁਣ ਜਿਹਨੂੰ ਗਾਂ ਨੇ ਸਿੰਘਾਂ ਤੇ ਚੱਕਿਆ, ਉਹ ਗਾਵਾਂ ਤੇ ਚੱਕੀ ਰੱਖਦੀਆਂ ਕਿਸੇ ਨਾ ਕਿਸੇ ਨੂੰ, ਕਿਉਂਕਿ ਹਰੇਕ ਘਰ ਦੇ ਵਿੱਚ ਉੱਥੇ ਹੀ ਬੰਦਾ ਰਹਿੰਦਾ ਸੀ, ਉੱਥੇ ਹੀ ਮੱਝਾਂ ਡੰਗਰ ਬੰਨੇ ਹੁੰਦੇ ਸੀ। ਯਾਨੀ ਆਮ ਤੌਰ ਤੇ ਇਹੀ ਹੁੰਦਾ ਸੀ ਕਿ ਘਰ ਦੇ ਅੰਦਰ ਵੜ ਕੇ ਦੇਖਣਾ ਕੀਲੇ ਤੋਂ ਬਚਾ ਕੇ ਵੀ, ਹਨਾ, ਕੀਲਾ ਤੇ ਇੱਕ ਦੋ ਗੱਡੇ ਹੁੰਦੇ ਸੀ ਉੱਥੇ, ਕਿਸੇ ਨੇ ਟਾਇਰ ਥੱਲੇ ਗੱਡ ਰੱਖਣਾ। ਹੁਣ ਤੁਸੀਂ ਦੇਖੋ ਮੈਂ ਸੋਚ ਰਿਹਾ ਸੀ ਕਿ ਤਿਉਹਾਰਾਂ ਦਾ ਰੂਪ ਕਿੰਨਾ ਬਦਲ ਗਿਆ ਨਾ। ਇਹ ਨਹੀਂ ਕਿ ਆਪਾਂ ਕਿਸੇ ਦੀ ਆਲੋਚਨਾ ਕਰਦੇ ਹਾਂ, ਭਾਈ ਤੁਸੀਂ ਅੱਜ ਜਿਹੜੇ ਵੀ ਤਰੀਕੇ ਨਾਲ ਮਨਾਉਂਦੇ ਹੋ ਤੁਹਾਨੂੰ ਮੁਬਾਰਕ। ਨਵੇਂ ਨਿੱਕੇ ਨਿਆਣੇ ਜਿਹੜੇ ਹੁਣ ਜਵਾਨ ਹੋਈ ਜਾਂਦੇ ਆ, ਹੁਣ ਤਾਂ ਦੇਖੋ ਤਿਉਹਾਰ ਫੇਸਬੁੱਕ ਤੇ ਰਹਿ ਗਿਆ। आज ना दिवाली पे मेरे को ये ला के दिया मेरे पेरेंट्स ने, मेरे हस्बैंड ने, ਉਹਦੀ ਫੋਟੋ ਐ ਪਾ ਦੇਣੀ। ਅੱਜ ਹੁਣ हमने ना आज ये सारी मिठाई जो बाज़ार से हमने लाई है ਉਹਦੀ ਫੋਟੋ ਪਾ ਦੇਣੀ, ਨਾਲ ਹੀ ਕਰਕੇ ਜਾਣੀ ਫੋਟੋ। ਠੀਕ ਹੈ, ਖੁਸ਼ੀਆਂ ਨੇ ਭਾਈ, ਆਪੋ ਆਪਣਾ ਢੰਗ ਤਰੀਕਾ ਮਨਾਉਣ ਦਾ, ਅਸੀਂ ਇਹ ਤਾਂ ਨਹੀਂ ਕਹਿੰਦੇ ਹੁਣ ਕਿ ਉਹ ਨਹੀਂ ਮਨਾਉਣੀਆਂ ਚਾਹੀਦੀਆਂ, ਪਰ ਉਹ ਤਰੀਕਾ ਬਦਲ ਗਿਆ। ਹੁਣ ਜਿਹੜੀ ਤੁਸੀਂ ਜੇ ਲੋਹੜੀ ਤੋਂ ਹੁਣ ਗੱਲ ਚੱਕੇ ਹੀ ਲਈ ਆ, ਬੀਬੀਆਂ ਕਿ ਬੋਲੀ ਚੱਕਦੀਆਂ ਹੁੰਦੀਆਂ ਸੀ, ਬਿਲਕੁਲ ਹੁਣ ਚੱਕ ਲਈ ਆ, ਆਪਾਂ ਵੀ ਚੱਕ ਲਈ ਆ। ਹੁਣ ਲੋਹੜੀ ਤੇ ਜੇ ਗੱਲ ਚੱਕ ਲਈਏ ਤਾਂ ਉੱਥੋਂ ਹੀ ਸ਼ੁਰੂ ਕਰਦੇ ਆ। ਦੇਖੋ ਪਹਿਲੀ ਗੱਲ ਹੈ ਕਿ ਸਿਆਲਾਂ 'ਚ ਹੁੰਦੀ ਆ। ਹੁਣ ਅੱਜ ਕੱਲ੍ਹ ਤਾਂ ਨਿੱਕੇ ਨਿਆਣਿਆਂ ਦੇ ਕੋਲੇ ਸਮਾਨ ਬੜਾ ਹੈ, ਥੱਲਿਓਂ ਦੀ ਵਾਰਮਰ ਪਾ ਦੇਣਾ, ਉੱਪਰ ਦੀ ਕੋਟੀ ਪਾ ਦੇਣੀ, ਫਿਰ ਵਧੀਆ ਜੈਕਟ ਨਾਲ ਜਿਪ ਲਾ ਦੇਣੀ। ਉਦੋਂ ਹੁੰਦੀਆਂ ਸੀ ਸਾਡੇ ਪੱਲੇ ਖੇਸੀਆਂ, ਉਹ ਵੀ ਡੱਬੀਆਂ ਵਾਲੀਆਂ, ਉਹ ਖੇਸੀਆਂ ਘਰੇ ਬੁਣੀਆਂ ਹੁੰਦੀਆਂ, ਉਹ ਐ ਲਪੇਟ ਲੈਣੀਆਂ। ਤੇ ਲੋਹੜੀ ਤੋਂ ਮਹੀਨਾ ਪਹਿਲਾਂ ਆਪਾਂ ਮੁੰਡਿਆਂ ਦੀ ਗੱਲ ਕਰਦੇ ਹਾਂ, ਕੁੜੀਆਂ ਦੀ ਵੀ ਕਰਨੀ ਆ, ਸਲਾਹ ਬਣ ਜਾਣੀ ਤੂੰ ਨਾ ਸਾਡੇ ਨਾਲ ਮੰਗਣੀ ਆ ਲੋਹੜੀ। ਦੂਜੇ ਨੂੰ ਲੈ ਇਦਾਂ ਪਿਛਲੇ ਸਾਲ ਸਾਡੇ ਨਾਲ ਹੁੰਦਾ ਇਹ, ਨਹੀਂ ਤੂੰ ਸਾਡੇ ਨਾਲ। ਢਾਣੀਆਂ ਬਣ ਜਾਣੀਆਂ। ਹੁਣ ਕਈ ਪਿੰਡਾਂ ਦੇ ਵਿੱਚ ਵੈਸੇ ਰਿਵਾਜ ਵੱਖਰੇ ਨੇ, ਉੱਥੇ ਬਹੁਤ ਸਾਰੇ ਬੱਚੇ ਜਾਂ ਨੌਜਵਾਨ ਇਕੱਠੇ ਹੋ ਕੇ ਮੰਗਦੇ ਆ ਲੋਹੜੀ, ਪਰ ਕਈ ਪਿੰਡਾਂ ਦੇ ਵਿੱਚ ਹੁੰਦਾ ਕਿ 2-2 3-3 4-4 ਜਣੇ, ਆਮ ਤੌਰ ਤੇ ਛੋਟਾ ਹੀ ਟੋਲਾ ਹੁੰਦਾ। ਜੀ ਹੁਣ ਜਿਨ੍ਹਾਂ ਨੇ ਕਈ ਹਾਲੀ ਹੁਣੇ ਹੁੰਦੇ ਨਿਆਣੇ, ਐਤਕੀ ਪਹਿਲੀ ਵਾਰੀ ਲੋਹੜੀ ਮੰਗਣੀ, ਉਹਨੇ 6 ਮਹੀਨੇ ਪਹਿਲਾਂ ਤਿਆਰੀ ਕਰਨਾ, ਮੈਨੂੰ ਹੈ ਨਾ ਨਾਲ ਰਲਾ ਲਿਓ ਆਪਣੀ। ਹੁਣ ਉਹ ਵੀ ਵੱਡੀ ਗੱਲ ਹੁੰਦੀ ਸੀ। ਫਿਰ ਉਹਦੇ ਤੋਂ ਬਾਅਦ ਜਦੋਂ ਟੋਲੀ ਬਣ ਜਾਣੀ, ਕਿਉਂਕਿ ਹੁਣ ਤਾਂ ਨਿਆਣੇ 2-3 ਦਿਨ ਹੀ ਮੰਗਦੇ ਆ ਲੋਹੜੀ, 10 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ। ਹੁਣ 10 ਦਿਨ ਪਹਿਲਾਂ ਲੋਹੜੀ ਮੰਗਣੀ ਸ਼ੁਰੂ ਕਰਨੀ, ਤਾਂ ਉਹਦੇ ਲਈ ਇੱਕ ਸਭ ਤੋਂ ਵੱਡਾ ਹਥਿਆਰ ਚਾਹੀਦਾ ਹੁੰਦਾ ਝੋਲਾ। ਦਾਣੇ ਵੀ ਤਾਂ ਪਾ ਕੇ ਲਿਆਉਣੇ ਆ, ਕਿਉਂਕਿ ਪੈਸਾ ਟਕਾ ਤਾਂ ਕੋਈ ਵਿਰਲਾ ਬਣ ਜਾਂਦਾ। ਤੁਹਾਡੇ ਵਰਗਾ ਕੋਈ ਬੰਦਾ ਬਾਹਰੋਂ ਆ ਜਾਵੇ ਤਾਂ ਉਹਦੇ ਘਰ ਦੇ ਕੋਲ ਜਾਣ ਤੋਂ ਪਹਿਲਾਂ ਹੀ ਹੋਣਾ ਇੱਥੋਂ ਪੈਸੇ ਮਿਲ ਸਕਦੇ ਆ। ਚੰਗੀ ਸਾਮੀ ਆ ਨਾ, ਇਹ ਹੁੰਦਾ ਸੀ। ਆਮ ਤੌਰ ਤੇ ਤਾਂ ਲੋਕਾਂ ਨੇ ਤਸਲੇ ਦੇ ਵਿੱਚ, ਲੋਹਾਂਡੇ ਦੇ ਵਿੱਚ ਦਾਣੇ ਪਾ ਕੇ ਰੱਖੇ ਹੋਣੇ, ਜਿਹੜੀ ਕਈ ਤਾਂ ਮੇਰੇ ਵਰਗੇ ਇੰਨੇ ਇਦਾਂ ਦੇ ਹੁੰਦੇ ਸੀ, ਸਭ ਤੋਂ ਛੋਟੀ ਕੌਲੀ ਉਹ 'ਚ ਰੱਖੀ ਹੋਣੀ। ਕਈ ਵਾਰੀ ਇਹ ਵੀ ਹੁੰਦਾ ਸੀ, ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਪਹਿਲਾਂ ਨਾਲੋਂ ਝੋਲਾ ਹਲਕਾ ਲੱਗਣ ਲੱਗਿਆ, ਵਿੱਚ ਮੁੱਠ ਨਾਲ ਪਾਉਣ ਲੱਗਾ ਨੇ ਆਪਦਾ ਕੱਢ ਕੇ ਉਸੇ ਉਹੀ, ਕਿਉਂਕਿ ਰਾਤ ਦਾ ਹਨੇਰਾ ਹੁੰਦਾ ਸੀ, ਕਿਹੜਾ ਪਤਾ ਲੱਗਦਾ, ਪਤਾ ਨਹੀਂ ਲੱਗਦਾ, ਉਹਦੇ ਵਾਲੇ ਕੱਢ ਕੇ ਦੂਜੇ 'ਚ ਤੀਜੇ 'ਚ ਉਹੀ ਪਾਈ ਜਾਣੇ। ਹੁਣ ਇਦਾਂ ਵੀ ਹੁੰਦਾ ਬੈਨੀਪਾਲ ਸਾਹਿਬ, ਜੇ ਹਨੇਰਾ ਨਾ ਵੀ ਹੋਵੇ, ਲਾਟੂ ਜਗਦਾ ਵੀ ਹੋਵੇ। ਹੁਣ 15-20 ਸਾਲ ਪਹਿਲਾਂ ਕਿਹੜਾ ਲਾਟੂ ਦੀ ਆਵਾਜ਼ ਜਿਹੜੀ ਲਾਈਟ ਹੁੰਦੀ ਬਹੁਤੀ, ਉਹ ਡਿਮ ਜਿਹਾ ਹੁਣੇ ਆ, ਤਾਰ ਜੀ ਵਿੱਚੋਂ ਦਿਸਣੀ ਕਈ ਵਾਰੀ। ਹੁਣ ਉੱਥੇ ਬੈਨੀਪਾਲ ਸਾਹਿਬ ਦੇਖੋ, ਜਦੋਂ ਝੋਲਾ, ਪਹਿਲੀ ਗੱਲ ਆ ਉਹ ਇੱਕ ਝੋਲਾ, ਤੁਸੀਂ ਵੀ ਆਪਣੇ ਘਰੋਂ ਤੂੰ ਵੀ ਝੋਲਾ ਲੈ ਕੇ ਆਈ, ਇੱਕੋ ਹੀ ਝੋਲੇ ਥੋੜਾ ਤਣੀ ਮਾੜੀ ਆ ਮੇਰੇ ਵਾਲੀ ਝੋਲੇ ਦੀ, ਟੁੱਟ ਵੀ ਜਾਂਦੀ ਸੀ ਉਹ। ਫਿਰ ਜੇ ਖਿੱਲਰ ਜਾਣੇ ਤਾਂ ਫਿਰ ਐਂ ਲੱਗਣਾ ਕਿ ਭਾਈ ਇਹ ਤਾਂ ਸ਼ਰਫੀਆਂ ਹੀ ਖਿੱਲਰ ਗਈਆਂ ਨਾ। ਹੁਣ ਬੈਨੀਪਾਲ ਸਾਹਿਬ ਉਹ ਜੇ ਲੋਹੜੀ ਨੂੰ ਚੇਤੇ ਕਰੀਏ ਤਾਂ ਕਿੰਨਾ ਕੁਛ ਹੁੰਦਾ ਸੀ, ਜਦੋਂ ਟੋਲੀ ਬਣਾਉਣੀ, ਟੀਮ ਵਰਕ ਹੋ ਜਾਣਾ। ਫਿਰ ਉਹਦੇ ਵਿੱਚੋਂ ਸਲਾਹ ਕਰਨੀ ਇੱਕ ਪਹਿਲਾਂ। ਮੈਨੂੰ ਲੱਗਦਾ ਕਿ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਦੇ ਪਰਿਵਾਰ ਦੇ ਵਿੱਚੋਂ ਬਹੁਤ ਸਾਰੇ ਲੋਹੜੀ ਮੰਗਦੇ ਰਹੇ। ਹੁਣ ਦੱਸਿਓ ਸਾਰੇ ਸੱਚੀ ਭਾਈ, ਕਹਿ ਰਹੇ ਤੁਹਾਨੂੰ ਲੈ ਆਹੀ ਥੋੜਾ ਮੰਗੇ ਸੀ, ਕਿਤੇ ਲੋਹੜੀਆਂ ਮੰਗਦੇ ਆਪਾਂ ਤਾਂ ਖੋਲ ਕੇ ਰੱਖਦੀ ਪਹਿਲਾਂ ਹੀ। ਹੋ ਸਕਦਾ ਕੋਈ ਫੈਕਟਰੀ ਦਾ ਜਿਹੜਾ ਮਾਲਕ ਬਣ ਗਿਆ ਹੋਵੇ, ਕਿਸੇ ਕੋਈ ਟਰੱਕ ਕੰਪਨੀ ਵਾਲਾ ਹੋਵੇ, ਕੋਈ ਅਜੇ ਟਰੱਕ ਚਲਾਉਂਦਾ ਹੋਵੇ, ਕੋਈ ਗਰੋਸਰੀ ਸਟੋਰ ਤੇ ਕੰਮ ਕਰਦਾ ਹੋਵੇ, ਵੱਡੇ ਹੋ ਸਕਦੇ ਆ। ਇਹਦੇ 'ਚ ਨਾਲੇ ਅਮੀਰ ਗਰੀਬ ਵਾਲਾ ਕੰਮ ਹੀ ਨਹੀਂ। ਇਹ ਤਾਂ ਇੱਕ ਤਿਉਹਾਰ ਸੀ, ਉਹਦੀ ਇੱਕ ਰੀਤ ਸੀ, ਰਵਾਇਤ ਸੀ। ਹੁਣ ਜਦੋਂ ਬੈਨੀਪਾਲ ਸਾਹਿਬ ਆਪਾਂ ਘਰੇ ਬੈਠੇ ਕੇ ਗੱਲ ਕਰਦੇ ਨਾ, ਆਹ ਕੰਮ ਕਰੀਏ, ਇਦਾਂ ਕਰ ਲਈਏ, ਪਲੈਨਿੰਗ ਉਦੋਂ ਵੀ 5 ਸਾਲਾਂ ਯੋਜਨਾ ਭਾਰਤ ਸਰਕਾਰ ਵਾਲੀ ਹੀ ਬਣਾਉਂਦੇ ਹੁੰਦੇ ਸੀ। ਹੁਣ ਬਣਾਉਣੀ ਕੀ, ਸਾਰੇ ਬਣਾਉਂਦੇ ਸੀ। ਆਪਾਂ ਨਾ ਇਦਾਂ ਕਰਦੇ ਆ, ਫਲਾਨਿਆਂ ਦੇ ਘਰੇ ਮੁੰਡਾ ਹੋਇਆ, ਉਹਨਾਂ ਦੇ ਘਰੇ ਵਿਆਹ ਹੋਇਆ, ਉੱਥੋਂ ਹੁੰਦਾ ਇੱਕ ਝਾੜ ਜਰਾ ਵੱਧ ਨਿਕਲੂਗਾ ਕਿ ਉਹਨਾਂ ਨੂੰ ਖੁਸ਼ੀ ਵੱਧ ਹੋਣੀ ਆ। ਫਿਰ ਹੁਣ ਪਹਿਲਾਂ ਨਾ ਆਪਾਂ ਦੇਖੋ ਨਕਸ਼ਾ ਪਾਉਣਾ, ਜਿੱਦਾਂ ਜੰਗ ਦੇ ਮੈਦਾਨ 'ਚ ਜਾਣਾ ਹੁੰਦਾ ਕਿ ਐਸ ਮੋਰਚੇ ਤੋਂ ਦਰਾ ਖੈਬਰ ਤੋਂ ਇਧਰਲੇ ਪਾਸੇ ਨੂੰ ਜਾਣਾ ਹੈ, ਪਹਿਲਾਂ ਨਾ ਐਸ ਗਲੀ ਜਾਵਾਂਗੇ, ਪਹਿਲਾਂ ਦੂਰ ਦੇ ਘਰ ਮੰਗ ਲਿਆਈਏ, ਫਿਰ ਆਪਦੇ ਨਵੇੜ ਲਿਆਈਏ ਪਹਿਲਾਂ, ਫਿਰ ਆਪਦੇ ਨੇੜੇ ਦੇ ਘਰ ਜਿਹੜੇ ਆ, ਭਾਵੇਂ ਹਨੇਰਾ ਵੀ ਹੋ ਜਾਊਗਾ ਉਦੋਂ ਮੰਗ ਲਾਂਗੇ। ਇਹ ਇੱਕ ਸਟ੍ਰੈਟਜੀ ਬਣਾਉਣੀ, ਨੀਤੀ ਬਣਾਉਣੀ, ਫਿਰ ਉਹਦੇ ਮੁਤਾਬਕ ਚੱਲਣਾ। ਕਈ ਵਾਰੀ ਇੱਕ ਚੀਜ਼ ਕਾਮਨ ਹੁੰਦੀ ਸੀ, ਕੁੱਤੇ ਪੈ ਜਾਂਦੇ ਹੁੰਦੇ ਸੀ।
ਕਿਉਂਕਿ ਪਿੰਡਾਂ ਦੇ ਵਿੱਚ ਅਵਾਰਾ ਕੁੱਤੇ ਪਹਿਲਾਂ ਤੋਂ ਨੇ, ਪਰ ਹੁਣ ਜ਼ਿਆਦਾ ਵੱਧ ਗਏ। ਹੁਣ ਜ਼ਿਆਦਾ ਵੱਧ ਗਿਆ। ਹੁਣ WhatsApp ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਨੀਤੀ ਘਾੜੇ ਤਾਂ ਨਿਆਣਾ ਹੁੰਦਾ ਹੀ ਬੰਦਾ ਬਣ ਜਾਂਦਾ ਜੀ, ਪਰ ਉਹਦੀਆਂ ਨੀਤੀਆਂ ਨੇ, ਮੈਨੂੰ ਯਾਦ ਹੈ ਕਿ ਅਸੀਂ ਇਹ ਵੇਖੀਏ ਕਿ ਜੇਕਰ ਆਪਾਂ ਵੇਖੀਏ ਕਈ ਖਿੱਤਿਆਂ ਦੇ ਵਿੱਚ ਲੋਹੜੀ ਬਹੁਤ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ, ਪਰ ਕਈਆਂ ਦੇ ਉੱਤੇ ਐਵਰੇਜ ਹੀ ਹੈ। ਜੇ ਅਸੀਂ ਆਪਣੇ ਇਲਾਕੇ ਦੀ ਗੱਲ ਕਰੀਏ, ਸਾਡੇ ਇਲਾਕੇ ਦੇ ਵਿੱਚ ਲੋਹੜੀ ਮਨਾਈ ਜਾਂਦੀ ਹੈ ਜੀ, ਪਰ ਇਸ ਵੱਡੇ ਪੱਧਰ ਤੇ ਲੋਹੜੀ ਨਹੀਂ ਸੀ ਮਨਾਈ ਜਾਂਦੀ ਕਿ ਭਾਈ ਇਹਨਾਂ ਦੇ ਮੁੰਡਾ ਪੈਦਾ ਹੋਇਆ ਜਾਂ ਇਹਨਾਂ ਦੇ ਵਿਆਹ ਹੋਇਆ ਵੀ ਉਹਨਾਂ ਦੇ ਕਿਸੇ ਅਜੀਬ ਕਿਸਮ ਦੀ ਲੋਹੜੀ ਹੋ। ਮੈਂ ਜਦੋਂ ਇੱਥੇ ਆ ਕੇ ਦੇਖਿਆ ਵੀ ਅਸੀਂ ਲੋਹੜੀ ਪਾਉਣ ਚੱਲੇ ਆ, ਲੋਹੜੀ ਮਨਾਉਣ ਤਾਂ ਮੈਂ ਕਿਸੇ ਤੋਂ ਸੁਣਿਆ, ਲੋਹੜੀ ਪਾਉਣ ਚੱਲੇ ਆ, ਅਸੀਂ ਸੋਚਣਾ ਯਾਰ ਲੋਹੜੀ ਪਾਉਣ ਵਾਲੀ ਚੀਜ਼ ਤਾਂ ਹੈ ਨਹੀਂ ਗੀ, ਸਾਡੇ ਪਾਉਣ ਵਾਲੀ ਆ। ਉੱਥੇ ਮੈਂ ਲਿਆਉਣ ਚੱਲਿਆ ਕਿ ਲੋਹੜੀ ਪਾਉਣ ਚੱਲਿਆ। ਲੋਹੜੀ ਤਾਂ ਮਨਾਈ ਜਾਂਦੀ ਹੈ ਕਿਉਂਕਿ ਕੋਈ ਤਿਉਹਾਰ ਹੈ, ਤਿਉਹਾਰ ਤਾਂ ਮਨਾਇਆ ਜਾ ਸਕਦਾ, ਪਾਇਆ ਥੋੜੀ ਜਾ ਸਕਦਾ ਜੀ। ਖੈਰ ਐਨੀਵੇਜ਼, ਹਰ ਇੱਕ ਇਲਾਕੇ ਦੀ ਆਪੋ ਆਪਣੀ ਬੋਲੀ ਤੇ ਖੂਬਸੂਰਤੀ ਹੈ। ਸੋ ਅਸੀਂ ਵੇਖਣਾ ਕਿ ਲੋਹੜੀ ਨੂੰ ਐਵਰੇਜ ਤਰੀਕੇ ਨਾਲ ਹੀ ਹਰੇਕ ਘਰ ਦੇ ਵਿੱਚੋਂ ਦਾਣੇ ਵੀ ਦੇਣੇ, ਕਿਸੇ ਨੇ ਥੋੜੇ ਬਹੁਤੇ ਪੈਸੇ ਧੇਲੇ ਵੀ ਦੇ ਦੇਣੇ, ਪਰ ਇਸ ਤਰੀਕੇ ਨਾਲ ਕਦੇ ਨਹੀਂ ਸੀ ਮਨਾਇਆ ਜਾਂਦਾ ਕਿ ਇਹਨਾਂ ਦੇ ਮੁੰਡਾ ਪੈਦਾ ਹੋਇਆ ਜਾਂ ਇਹਨਾਂ ਦੇ ਵਿਆਹ ਹੋਇਆ। ਸਾਰਿਆਂ ਦੇ ਇੱਕੋ ਤਰੀਕੇ ਨਾਲ ਲੋਹੜੀ ਮਨਾਈ ਜਾਂਦੀ ਸੀ ਜਾਂ ਆਪਾਂ ਕਹਿ ਦਈਏ ਕਿ ਪਾਈ ਜਾਂਦੀ ਸੀ। ਪਰ ਕਈ ਜਿਹੜੇ ਬਹੁਤ ਵੱਡੇ ਪਿੰਡ ਸੀ ਉਹਨਾਂ 'ਚ ਸਾਨੂੰ ਇਹ ਖਬਰਾਂ ਮਿਲਦੀਆਂ ਹੁੰਦੀਆਂ ਸੀ ਸੁਣਨ ਨੂੰ, ਜਾਂ ਜਿਹੜੀਆਂ ਧੀਆਂ ਧਿਆਣੀਆਂ ਵਿਆਹ ਕੇ ਸਾਡੇ ਪਿੰਡ ਆਈਆਂ ਹੁੰਦੀਆਂ ਸੀ, ਉਹਨਾਂ ਨੇ ਦੱਸਣਾ ਵੀ ਪੁੱਤ ਸਾਡੇ ਪਿੰਡ ਤਾਂ ਨਾ ਲੋਹੜੀ ਇਕੱਠੇ ਕਰ ਲੈਂਦੇ ਨੇ, ਮੁੰਡੇ ਇਕੱਠੇ ਹੁੰਦੇ ਨੇ, ਪਾਥੀਆਂ ਇਕੱਠੀਆਂ ਕਰ ਲੈਂਦੇ ਨੇ, ਤਿਲ ਇਕੱਠੇ ਕਰ ਲੈਂਦੇ ਨੇ, ਸੱਥ 'ਚ ਵੱਡਾ ਧੂਣਾ ਲਾਉਂਦੇ ਨੇ। ਫਿਰ ਬਹੁਤ ਸਾਰੇ ਬਜ਼ੁਰਗ ਉਹਦੇ ਤੇ ਆ ਕੇ ਸੇਕਦੇ ਨੇ ਵੀ ਆਪਣੇ ਪਿੰਡ ਤਾਂ ਲੋਹੜੀ ਥੋੜੀ ਛੋਟੇ ਪੱਧਰ ਤੇ ਮਨਾਈ ਜਾਂਦੀ ਹੈ, ਵੀ ਰੰਗ ਪੂਰਾ ਨਹੀਂ ਹੁੰਦਾ। ਹਾਂ, ਰੰਗ ਤਾਂ ਹੁੰਦਾ ਵੀ ਪਰ ਉਸ ਹਿਸਾਬ ਨਾਲ ਨਹੀਂ ਹੁੰਦਾ। ਅਸੀਂ ਕਹਿਣਾ ਫਿਰ ਆਪਣੇ ਪਿੰਡ ਉਸ ਤਰੀਕੇ ਦੀ ਕਿਉਂ ਨਹੀਂ ਮਨਾਈ ਜਾਂਦੀ? ਹੁਣ ਸਾਨੂੰ ਇਹ ਹੁੰਦਾ ਸੀ ਵੀ ਇਹ ਇੱਕ ਵੱਡੇ ਬੰਦਿਆਂ ਦੇ ਡਿਸੀਜਨ ਲੈਣ ਵਾਲੇ ਨੇ। ਪਰ ਇਹ ਜ਼ਰੂਰ ਸੀ ਕਿ ਲੋਹੜੀ ਦੇ ਵਿੱਚ ਉਤਸ਼ਾਹ ਇੰਨਾ ਕੁ ਹੁੰਦਾ ਸੀ। ਮੈਨੂੰ ਯਾਦ ਹੈ ਜਦੋਂ ਦਾਣੇ ਇਕੱਠੇ ਹੋ ਜਾਣੇ, ਕਈ ਵਾਰੀ ਤਾਂ ਮੁੜ ਕੇ 2 ਹੀ ਵਾਰੀ ਆਏ ਆ। ਹੁਣ ਪਹਿਲੀ ਵਾਰੀ ਤਾਂ ਗਏ, ਹਜੇ ਪਹਿਲਾ ਹੀ ਘਰ ਸੀ, ਕੰਮ ਹੋ ਗਿਆ। ਦੂਜੀ ਵਾਰੀ 5-4 ਘਰਾਂ ਦੇ ਵਿੱਚ ਅਸੀਂ ਦਾਣੇ ਮੰਗ ਲਏ ਸੀ। ਕਿੰਨੇ ਦੇ ਹੋਏ, ਅਸੀਂ ਘਰਦਿਆਂ ਨੂੰ ਕਿਹਾ ਵੀ ਦੇਖੋ ਬਾਕੀ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਦੇ ਆ, ਇਹ ਦਾਣੇ ਜਿਹੜੇ ਸਾਨੂੰ ਮਿਲੇ ਨੇ ਭਾਵੇਂ ਕਿਲੋ ਨੇ ਭਾਵੇਂ ਅੱਧਾ ਕਿਲੋ ਨੇ, ਅਸੀਂ ਹੱਟੀ ਵੇਚ ਕੇ ਦੇਖਣੇ। ਇਹ ਤੁਹਾਡਾ ਇਹ 'ਚ ਕੋਈ ਲੈਣ ਦੇਣ ਨਹੀਂ ਹੈ, ਇਹ ਸਾਡੀ ਨਿੱਜੀ ਪ੍ਰਾਪਰਟੀ ਹੈ। ਨਿੱਜੀ ਪ੍ਰਾਪਰਟੀ ਹੈ। ਮੈਨੂੰ ਯਾਦ ਉਹਨਾਂ ਦਾ ਕਿ ਹੁਣ ਕਹਿੰਦੇ 20 ਪੈਸੇ ਦੇ ਹੋਗੇ, 30 ਪੈਸੇ ਦੇ ਹੋਗੇ, ਰੁਪਈਏ ਦੇ ਹੋਗੇ, ਇੰਨੇ 'ਚ ਇੰਨਾ ਸਕੂਨ ਮਿਲਣਾ ਯਾਰ। ਵੀ ਦੂਜੇ ਨੇ ਕਹਿਣਾ ਮੇਰੇ ਤਾਂ ਵੀ 3.5 ਰੁਪਈਏ ਦੇ ਹੋ ਗਏ ਯਾਰ, ਉਹਦੇ 3.5 ਰੁਪਈਏ ਦੇ ਹੋ ਗਏ, ਮੇਰੇ ਤਾਂ 25 ਪੈਸੇ ਦੀ ਹੋਏ ਨੇ। ਕਿਉਂਕਿ ਉਹਨਾਂ ਨੇ ਸਾਰੇ ਪਿੰਡ 'ਚ ਮੰਗਣਾ, ਅਸੀਂ ਸਿਰਫ 2 ਵਾਰੀ ਲੋਹੜੀ ਮੰਗੀ, ਬਾਅਦ ਦੇ ਵਿੱਚ ਲੋਹੜੀ ਵੰਡੀ ਜ਼ਰੂਰ। ਫਿਰ ਘਰਦਿਆਂ ਨੇ ਕਹਿਣਾ ਇਦਾਂ ਕਰਿਓ, ਤੁਹਾਡੇ ਸੱਟ ਲੱਗ ਜਾਂਦੇ, ਤੁਹਾਡੇ ਤੇ ਲੋਹੜੀ ਭਾਰੀ ਹੈ, ਤੁਸੀਂ ਜਿਹੜੇ ਬੱਚੇ ਆਉਣਗੇ ਤੁਸੀਂ ਉਹਨਾਂ ਨੂੰ ਲੋਹੜੀ ਵੰਡਣੀ ਹੈ। ਪਰ ਉਹਨਾਂ ਨੇ ਫਿਰ ਆ ਕੇ ਕਈ ਵਾਰੀ ਅਜੀਬੋ ਗਰੀਬ ਗੀਤ ਗਾਉਣੇ। ਅਸੀਂ ਉਹਨਾਂ ਨੂੰ ਪਹਿਲਾਂ ਕਹਿ ਦੇਣਾ ਸਕੂਲ 'ਚ, ਦੇਖੋ ਜੇ ਤੁਸੀਂ ਨਾ ਸਾਡੇ ਬਾਰੇ ਕੋਈ ਇਹੋ ਜਿਹਾ ਗੀਤ ਗਾਇਆ ਲੋਹੜੀ ਨਹੀਂ ਮਿਲਣੀ। ਹਾਂ, ਟਿੱਪਣੀ ਕੀਤੀ ਫੇਰ ਦੇਖਿਓ, ਕਿਉਂਕਿ ਆਪਣੀ ਢਾਣੀ ਦੇ ਬੰਦੇ ਹੁੰਦੇ ਸੀ। ਨਹੀਂ ਇਹ ਵੀ ਕਹਿਣਾ ਉੱਥੇ, ਓਏ ਤੁਹਾਡੇ ਆਉਣਾ ਅੱਜ ਲੋਹੜੀ ਮੰਗਣ, ਘਰਦਿਆਂ ਨੂੰ ਆਪਣਾ ਕਹਿ ਦੇ ਰੁਪਈਆ ਲੈਣਾ। ਹਾਂ, ਫਿਰ ਉਸ ਹਿਸਾਬ ਨਾਲ ਉਹਨਾਂ ਨੇ ਹੱਥ ਥੋੜਾ ਜਿਹਾ ਹੌਲਾ ਰੱਖ ਲੈਣਾ। ਜੀ ਵੈਨੀਪਾਲ ਸਾਹਿਬ, ਦੇਖੋ ਕਿੰਨੀ ਵਧੀਆ ਗੱਲ ਹੁੰਦੀ ਸੀ ਕਿ ਜਦੋਂ ਲੋਹੜੀ ਮੰਗਣ ਜਾਣਾ ਨਾ, ਮੈਨੂੰ ਯਾਦ ਹੈ, ਚਲੋ ਤੁਹਾਡੇ ਵੇਲੇ ਤਾਂ ਪੁਰਾਣੇ ਸੀ ਨਾ। ਹਾਂ, ਪਹਿਲੇ ਗੱਲ ਕਰਦੇ, ਮੈਂ ਤਾਂ ਘੱਟੋ ਘੱਟ 10-12 ਸਾਲ ਪੁਰਾਣੀ ਗੱਲ ਕਰਦਾ, ਤੁਸੀਂ 18ਵੀਂ ਵਾਲੀ ਕਰਨੀ। ਨਹੀਂ, ਮੈਨੂੰ ਪਹਿਲੀ ਵਾਰੀ 30 ਰੁਪਈਏ ਹੋਏ ਸੀ। ਅੱਛਾ, ਮੈਨੂੰ ਚੇਤਾ ਹੈ। ਇਹਦਾ ਮਤਲਬ ਤੁਸੀਂ ਸਾਰੇ ਪਿੰਡ ਚੋਂ ਮੰਗੀ ਨਾ, ਅਸੀਂ ਤਾਂ ਪਹਿਲਾਂ ਹੀ ਕਰ ਗਏ, ਉੱਥੋਂ ਹੀ ਮੁੜਿਆ, ਦੂਜੀ ਵਾਰੀ ਦੂਜੇ ਤੀਜੇ ਘਰ ਚੋਂ ਮੁੜਿਆ। ਹੁਣ ਹੋਇਆ ਕੀ ਕਿ ਜਦੋਂ ਚਲੋ ਲੋਹੜੀ ਮੰਗਣ ਚਲੇ ਜਾਣਾ ਜੀ, ਮੰਗਦੇ ਅਸੀਂ ਸਾਰੇ ਪਿੰਡ ਹੁੰਦੇ, ਘਰਾਂ ਦੇ ਵਿੱਚ ਹਰ ਇੱਕ ਘਰ 'ਚ ਜਾਣਾ, ਪਰ ਉਹ ਜਿਨ੍ਹਾਂ ਦੇ ਘਰੇ ਵਿਆਹ ਹੋਣਾ ਉੱਥੇ ਅੜ ਵੀ ਜਾਣਾ ਕਈ ਵਾਰੀ। ਅਸੀਂ ਤਾਂ ਜਾਣੀ ਸਾਨੂੰ ਅੜਨਾ ਬਹੁਤਾ ਨਹੀਂ ਸੀ ਆਉਂਦਾ, ਵੱਡੇ ਜਿਹੜੇ ਹੁੰਦੇ ਸੀ, ਕਿਉਂਕਿ 2-2 4-4 ਟੋਲੇ ਵੀ ਗਏ ਇਕੱਠੇ ਹੋ ਜਾਣੇ, ਉਹਨਾਂ ਨੇ ਅੜ ਜਾਣਾ, ਲੈ ਤੁਹਾਡੇ ਮੁੰਡਾ ਹੋਇਆ, ਲੈ ਤਾਈ ਤੁਹਾਡੇ ਆ ਵਿਆਹ ਨਹੀਂ ਹੋਇਆ, ਇਦਾਂ ਨਹੀਂ। ਉਹਨੇ ਕਹਿਣਾ ਅੱਛਾ ਖਰਚੇ ਸਾਡੇ ਅੱਗੇ ਬੜੇ ਹੋ ਗਏ ਆ, ਫਲਾਨੇ ਇੰਨੇ ਲੈ ਗਏ, ਫਲਾਨੇ ਇੰਨੇ ਲੈ ਗਏ, ਤੁਸੀਂ ਇਕੱਠੇ ਹੋ ਕੇ ਆਇਆ ਕਰੋ। ਇਦਾਂ ਦੀਆਂ ਵੀ ਗੱਲਾਂ ਹੋਣੀਆਂ। ਆ ਹੁਣ 10 ਗਰੁੱਪ ਤਾਂ ਪਹਿਲਾਂ ਚਲੇ ਗਏ, ਹੁਣ ਕਿੰਨਿਆਂ ਨੂੰ ਹੈ ਨਹੀਂ ਟੁੱਟੇ ਪੈਸੇ, ਉਹਲੇ ਕੱਢ ਕੇ 10 ਕਿੰਨੇ ਲੈਣੇ ਟੁੱਟੇ ਪੈਸੇ। ਉਸ ਵੇਲੇ ਜੇਬ 'ਚ ਇੱਕ ਖਜ਼ਾਨਚੀ ਹੁੰਦਾ ਸੀ ਟੀਮ ਦਾ। ਅੱਛਾ, ਉਹਨੂੰ ਇੱਕੋ ਹੀ ਗੱਲ ਰੱਖਣੀ ਕਿ ਪੈਸੇ ਜਿਹੜੇ ਨਗਦਾ ਗਿਣੀ ਸਾਰਿਆਂ ਨੇ ਜਾਣੇ ਪੋਟਿਆਂ ਦੇ ਉੱਤੇ ਕਿ ਇੰਨੇ ਹੋ ਗਏ, ਕਿਤੇ ਫੇਰਾ ਫੇਰੀ ਨਾ ਹੋ ਜਾਏ। ਚਰਨੋ ਤਾਈ ਨੇ 1.5 ਦਿੱਤਾ, ਫਲਾਨੇ ਨੇ 2.5 ਦਿੱਤੇ, ਉਹਨੇ ਦਿੱਤੇ ਆ, ਤੇ ਜੇਬ ਉਹਦੀ 'ਚ ਹੁੰਦੇ ਸੀ, ਗਿਣਤੀ ਸਾਰਿਆਂ ਕੋਲ ਹੁੰਦੀ ਸੀ। ਹੁਣ ਉਹਨੇ ਉਸੇ ਵੇਲੇ ਕੱਢ ਕੇ ਫਿਰ ਹਨੇਰਾ ਹੋਣਾ, ਐਨ ਲੋਏ ਜਾ ਕੇ ਉਹਨਾਂ ਨੂੰ ਕਹਿਣਾ, ਉਹਨੇ ਕਹਿਣਾ ਅੱਛਾ 10 ਲੈ ਲਾ, 9 ਮੋੜ ਦੇ, ਨਹੀਂ 9 ਨਹੀਂ 8 ਮੋੜਨੇ ਆ, ਜਾਣੀ ਕਿ ਭਾ ਸਿਰ ਵੀ ਕਰੀ ਜਾਣਾ ਸਾਰਾ ਕੁਝ। ਵੈਨੀਪਾਲ ਸਾਹਿਬ, ਲੋਹੜੀ ਮੰਗਦਿਆਂ ਕਈ ਵਾਰੀ ਇਹ ਵੀ ਹੁੰਦਾ ਸੀ ਕਿ ਜੇ ਤੁਹਾਡੇ ਤੋਂ ਪਹਿਲਾ ਟੋਲਾ ਕੋਈ ਗਿਆ ਆ, ਉਹਦੇ ਵੱਲ ਧਿਆਨ ਰੱਖਣਾ। ਲੈ ਉਹਨਾਂ ਨੇ ਤਾਂ 2 ਕੌਲੀਆਂ ਪਾਈਆਂ ਦਾਣਿਆਂ ਦੀਆਂ, ਤੁਸੀਂ ਸਾਨੂੰ ਇੱਕੋ ਹੀ ਕੌਲੀ ਪਾਈ ਆ। ਉਹਨੇ ਕਹਿਣਾ ਉਹ ਜਾਣੇ ਵੀ ਤਾਂ 4 ਸੀ, ਤੁਸੀਂ 3 ਹੋ, ਫਿਰ ਤੁਹਾਨੂੰ ਉਸ ਹਿਸਾਬ ਨਾਲ ਘੱਟੇ ਹੀ ਮਿਲਣੇ ਆ। ਕਈ ਵਾਰੀ ਇਦਾਂ ਵੀ ਹੁੰਦਾ ਸੀ ਕਿ ਜੇ ਕੋਈ ਆਪਣੇ ਨੇੜਲਿਆਂ ਦਾ ਨਿਆਣਾ ਨਿੱਕਾ ਉਹ 'ਚ ਹੈਗਾ, ਹੌਲੀ ਦੇਣੀ 50 ਕੁ ਪੈਸੇ ਉਹਦੀ ਮੁੱਠੀ 'ਚ ਅੱਡ ਦੇ ਦੇਣੇ। ਹਾਂ, ਇਹ ਹੁੰਦਾ ਸੀ ਕਈ ਵਾਰੀ ਕਿ ਆਪਣਾ ਤੋਸਲੇ ਕਰ ਜਾਣੀ, ਉਹ ਬੁਰਾ ਲੱਗਣਾ। ਫੇ ਇਹ ਥੋੜੀ ਗੱਲ ਆ। ਉਹਨੇ ਕਹਿਣਾ ਮੈਂ ਇਕੱਲੇ ਰੱਖਣੇ ਆ, ਉਹਨੇ ਕਹਿਣਾ ਲੈ
ਇਕੱਲੇ ਥੋੜੇ ਰੱਖਣੇ, ਇਹ ਤਾਂ ਸਾਰੇ ਇਹ ਸਾਂਝੇ ਹੁੰਦੇ ਆ। ਕਈ ਵਾਰੀ ਇੱਕ ਦੂਜੇ ਦਾ ਕੂਲਰ ਵੀ ਪਾੜ ਦਿੰਦੇ ਸੀ, ਜਾਨੀ ਬਟਨ ਤਾਂ ਟੁੱਟੇ ਹੀ ਰਹਿੰਦੇ ਸੀ। ਹੁਣ ਨਲਕੇ ਤਾਂ ਸਨੀ ਦਿਓਲ ਹੋਰੀ ਹੁਣ ਪੱਟਣ ਲੱਗੇ ਆ ਨਾ, ਬਟਨ ਉਦੋਂ ਆਮ ਹੀ ਪੱਟੇ ਪੁੱਟੇ ਜਾਂਦੇ ਸੀ ਇੱਕ ਦੂਜੇ ਦੇ। ਫਿਰ ਘਰ ਮੁੜ ਕੇ ਨਾ ਸਾਰੀ ਲੋਹੜੀ ਮੰਗੀ ਜਾਣੀ, ਇੱਥੋਂ ਕਮੀਜ਼ ਫੜੀ ਰੱਖਣੀ, ਕਿਉਂਕਿ ਉੱਪਰਲੇ 2 ਬਟਨ ਤਾਂ ਸੁੱਖ ਨਾਲ ਹੋਣਾ ਹੀ ਨਹੀਂ। ਤੇ ਬੈਨੀਪਾਲ ਸਾਹਿਬ ਉਹਦੇ ਤੋਂ ਬਾਅਦ ਹੁੰਦਾ ਸੀ ਆ ਜਿਹੜਾ ਵੰਡਣ ਦਾ ਕੰਮ ਤੁਸੀਂ ਕਿਹਾ। ਹੁਣ ਦਾਣੇ ਰੋਜ਼ 5-7 ਦਿਨ ਤਾਂ ਮੰਗਣੀ ਲੋਹੜੀ, ਉਹ ਫਿਰ ਕਿਸੇ ਦੇ ਘਰ ਰੱਖਣੇ, ਉਹਨੂੰ ਸਾਰਿਆਂ ਦੇ ਸਾਹਮਣੇ ਗੰਢ ਮਾਰਨੀ, ਕਿੰਨਾ ਕੁ ਹੈਗਾ ਨਾ ਇਹ, ਉਹ ਜੇ ਤੇ ਮਾੜਾ ਮੋਟਾ ਵੱਧ ਯਕੀਨ ਹੋਣਾ। ਫਿਰ ਦੂਜੇ ਦਿਨ ਲਿਆ ਕੇ ਫਿਰ ਉਹ ਚ ਪਾ ਦੇਣੇ, ਫਿਰ ਅੰਦਾਜ਼ਾ ਜਾਂ ਕਿਸੇ ਦੀ ਮੰਮੀ ਨੂੰ ਪੁੱਛਣਾ ਕਿ ਆ ਦੇਖੋ ਤਾਂ ਕਿੰਨੇ ਖੋਗੇ, ਉਹਨੇ ਕਹਿਣਾ 7-8 ਕਿਲੋ ਹੀ ਆ ਜੇ। ਫਿਰ ਦੂਜਾ ਜ਼ਿਆਦਾ ਘਰਾਂ ਜਾਣਾ, ਅੱਜ ਆਖਰੀ ਦਿਨ ਆ ਹੁਣ ਤਾਂ ਬਹੁਤੇ ਜ਼ਿਆਦਾ ਜਾਣਾ। ਫਿਰ ਉਹਨੂੰ ਚੱਕੀ ਤੇ ਜਦੋਂ ਲੈ ਕੇ ਜਾਣਾ ਨਾ, ਉਹ ਚੱਕੀ ਹੁਣ ਦਾਣੇ ਜਿੰਨੇ ਹੈਗੇ ਉਨੇ ਹੀ ਰਹਿਣੇ, ਜੇ 4 ਜਣੇ ਗਿਆ ਤਾਂ 8 ਅੱਖਾਂ ਇਦਾਂ ਹੀ ਕਿੰਨੇ ਹੋਏ ਨੇ। ਤੇ ਉਸੇ ਵੇਲੇ ਉਹਨੂੰ ਪੁੱਛਣਾ, ਉਹਨੇ ਕਹਿਣਾ ਇਹ ਇੰਨੇ ਬਣੇ ਆ। ਉਹਨੇ ਜਦੋਂ ਪੈਸੇ ਦੇ ਦੇਣੇ ਤੇ ਉਹਦੇ ਤੋਂ ਬਾਅਦ ਉਹ ਪੈਸੇ ਇੱਕ ਦੀ ਮੁੱਠੀ ਜੀ ਹੋਣੇ, ਵੰਡਣੇ ਤਾਂ ਬਾਅਦ ਚ ਆ। ਉਹਨੇ ਐਂ ਕਰਕੇ ਤੁਰਿਆ ਰਹਿਣਾ ਤਾਂ ਬਾਕੀ ਸਾਰਿਆਂ ਦੀਆਂ ਅੱਖਾਂ ਇਦਾਂ ਹੀ ਤੇ ਮੂਹਰੇ ਵਿਆਹ ਕੇ ਰੋੜੇ 'ਚ ਫਸ ਕੇ ਡੇਪੋ, ਤੇ ਬਾਅਦ ਵਿੱਚ ਫਿਰ ਵੰਡਣੇ। ਤੇ ਉਹਦੇ ਤੋਂ ਬਾਅਦ ਤਾਂ ਫਿਰ ਕਿਆ ਹੀ ਖੁਸ਼ੀਆਂ, ਕਿਆ ਹੀ ਬਾਤਾਂ, ਆਨੰਦ ਹੁੰਦਾ ਸੀ। ਪਰ ਜਿਹੜੇ ਵੱਡੇ ਮੁੰਡੇ ਹੁੰਦੇ ਸੀ ਉਹਨਾਂ ਨੇ ਟੋਲੇ ਵੱਡੇ ਕਰਨੇ, ਕਿ ਵੱਡੇ ਟੋਲਿਆਂ ਦੇ ਵਿੱਚ ਤੁਹਾਡੇ ਤੋਂ ਵੱਡੇ ਵੀ ਹੁੰਦੇ ਸੀ? ਹਾਂ, ਮੈਂ ਤਾਂ ਉਦੋਂ ਨਿੱਕਾ ਹੀ ਹੁੰਦਾ ਸੀ। ਅੱਛਾ ਜੀ, ਮੈਂ ਤਾਂ ਉਦੋਂ ਨਿਆਣਾ ਸੀ। ਓਏ ਕਾਕਾ ਤੂੰ ਉਦੋਂ ਨਿਆਣਾ ਸੀ ਜੀ। ਹੁਣ ਬੈਨੀਪਾਲ ਸਾਹਿਬ ਜਿਹੜੇ ਵੱਡੇ ਮੁੰਡੇ ਹੁੰਦੇ ਸੀ ਉਹਨਾਂ ਨੇ ਇਕੱਠਿਆਂ ਨੇ, ਸਾਡੇ ਇਲਾਕੇ 'ਚ ਰਿਵਾਜ ਸੀ ਕਿ ਸਾਰੇ ਘਰਾਂ 'ਚ ਨਹੀਂ ਜਾਣਾ, ਜਿਨ੍ਹਾਂ ਦੇ ਮੁੰਡਾ ਹੋਇਆ, ਜਿਨ੍ਹਾਂ ਦੇ ਵਿਆਹ, ਜਿਹੜੀ ਖੁਸ਼ੀ ਹੈ, ਜੇ ਕੋਈ ਬਾਹਰੋਂ ਆਇਆ, ਫਿਰ ਇੱਕ ਨਵਾਂ ਸੈਗਮੈਂਟ ਉਹਦੇ ਵਿੱਚ ਆ ਗਿਆ ਸੀ, ਬਾਹਰ ਆਇਆਂ ਦੇ ਕਿ ਜਿਹੜਾ ਕੋਈ ਬੰਦਾ ਬਾਹਰੋਂ ਆਇਆ, ਕਿਉਂਕਿ ਉਹ ਪੈਸੇ ਦੇ ਦਿੰਦੇ ਸੀ। ਉਹਨਾਂ ਨੇ ਢੋਲ ਲੈ ਜਾਣਾ ਨਾਲ, ਤੇ ਉੱਥੇ ਜਾ ਕੇ ਭੰਗੜੇ ਵੀ ਪਾਉਣੇ, ਉਹਨਾਂ ਨੇ ਪੈਸੇ ਫਿਰ ਅੜ ਕੇ ਲਿਆਉਣੇ, ਬੋਲੀਆਂ ਵੀ ਪਾਉਣੀਆਂ। ਹਾਂ, ਕਿ 500 ਦਾ ਮਤਲਬ 500, ਅਗਲਿਆਂ ਨੇ 50 ਤੋਂ ਸ਼ੁਰੂ ਕਰਨਾ, ਫਿਰ 250 ਤੇ ਆ ਕੇ ਗੱਲ ਜਿਹੜੀ ਬਣ ਜਾਣੀ। ਹੁਣ ਤਾਂ ਚਲੋ 10-10 ਹਜ਼ਾਰ 20-20 ਹਜ਼ਾਰ ਤੱਕ ਵੀ ਕਈ ਸਮਾਂ ਬਦਲ ਗਿਆ। ਉਹਨਾਂ ਨੇ ਢੋਲੀ ਹੋਣਾ, ਫਿਰ ਉਹਦੇ ਵਿੱਚ ਇੱਕ ਅੱਧਾ ਹੁੰਦਾ ਸੀ ਤੁਹਾਡੇ ਵਰਗਾ ਬੰਦਾ, ਜਾਣੀ ਜਿਹਦੀ ਆਵਾਜ਼ ਵਧੀਆ ਹੁੰਦੀ, ਹਾਂ, ਉਹਨੇ ਫਿਰ ਬੋਲੀ ਵੀ ਚੱਕਣੀ, ਉਹਨੇ ਫਿਰ ਉਹਨਾਂ ਦੇ ਪਰਿਵਾਰ ਦੇ ਕਿਸੇ ਮੁੰਡੇ ਖੁੰਡੇ ਦਾ ਨਾਂ ਵਿੱਚ ਲੈ ਕੇ ਬੋਲੀ ਚੱਕਣੀ। ਜਿਹੜਾ ਬਾਹਰੋਂ ਆਇਆ ਫਿਰ ਉਹਦਾ ਨਾਂ ਲੈ ਕੇ ਬੋਲੀ ਚੱਕਣੀ, ਯਾਨੀ ਪੈਸੇ ਕਢਾਉਣ ਦਾ ਤਰੀਕਾ ਹੀ ਹੁੰਦਾ ਸੀ। ਹੁਣ ਉਸ ਤਰੀਕੇ ਦੇ ਨਾਲ ਇਨਵੈਸਟਮੈਂਟ ਕਰਨੀ, ਇਨਵੈਸਟਮੈਂਟ ਦੇ ਵਿੱਚੋਂ ਪ੍ਰੋਡਕਸ਼ਨ ਕਿੰਨੀ ਕੁ ਹੁੰਦੀ ਹੈ। ਫਿਰ ਇੱਕ ਹੋਰ ਸੈਗਮੈਂਟ ਜਿਹੜਾ ਲੋਹੜੀ ਦਾ, ਮੈਨੂੰ ਲੱਗਦਾ ਕਿ ਸਾਰਿਆਂ ਨੂੰ ਚੇਤਾ ਹੋਣਾ, ਗੇਟੋਂ ਅੰਦਰ ਵੜਦਿਆਂ ਉਤਸ਼ਾਹ ਹੁੰਦਾ ਸੀ, ਤੇ ਗੇਟੋਂ ਬਾਹਰ ਆਉਂਦਿਆਂ ਉਸ ਘਰ ਦੇ ਐਨਾਲਿਸਿਸ ਹੁੰਦਾ ਸੀ। ਜੇ ਤਾਂ ਵਧੀਆ ਦਿੱਤੇ ਆ ਫਿਰ ਤਾਂ ਆਹ ਠੀਕ ਹੋ ਗਿਆ ਕੰਮ, ਆਹ ਵਧੀਆ ਹੋ ਗਿਆ, ਹੁਣ ਦੂਜਿਆਂ ਦੇ ਦੇਖਦੇ ਆ। ਤੇ ਜੇ ਕਰਦੇ ਹਾਂ ਸੂਮ ਹੀ ਨਿਕਲੇ, ਹਾਂ ਆਹ ਕੋਈ ਗੱਲ ਆ, ਪੈਸੇ ਕਮਾਉਣ ਦਾ ਕੀ ਫਾਇਦਾ, ਉਹ ਬੱਲੇ ਕਰਾ ਰੱਖਣੀ, ਗੱਡੀ ਵੱਡੀ ਰੱਖੀ, 1000 ਰੁਪਏ ਦੱਸ ਦਿੱਤੇ ਆ। ਇਹ ਵੀ ਅੱਧ ਕੁ ਤੱਕ ਹੀ ਹੁੰਦਾ ਸੀ ਕਿ ਉਹਨਾਂ ਦੇ ਬਾਬਤ ਸਾਰੀ ਜਾਂਚ ਪੜਤਾਲ, ਉਹਨਾਂ ਦੇ ਬਾਰੇ ਕੀ ਖਿਆਲ, ਤੁਹਾਡੀ ਰਾਏ ਕੀ ਬਣਾਈ, ਕਿਉਂਕਿ ਅੱਧ ਕੁ ਤੱਕ ਜਾਂਦਿਆਂ ਅਗਲੇ ਘਰ ਬਾਰੇ ਫਿਰ ਅੰਦਾਜ਼ੇ ਲਾਉਣੇ ਲੱਗਦੇ, ਦੇਖੋ ਇੱਥੇ ਤਾਂ ਠੀਕ ਨਹੀਂ ਹੋਇਆ ਕੰਮ, ਅਗਲਿਆਂ ਦੇ ਨਾ ਤੂੰ ਕੰਮ ਗਲਤ ਕੀਤਾ, ਤੂੰ ਪਿੱਛੇ ਹੋ ਜਾ, ਤੂੰ ਪਿੱਛੇ ਹੋ ਜਾ, ਤੁਹਾਡੀ ਇਹਨਾਂ ਨਾਲ ਮੈਨੂੰ ਪਤਾ ਤੁਹਾਡੀ ਵਧੀਆ ਨਹੀਂ ਹੈਗੀ, ਤੂੰ ਮੂਹਰੇ ਗਿਆ ਨਾ, ਇਹ ਤੇਰੇ ਕਰਕੇ ਸਾਨੂੰ ਸਾਰਿਆਂ ਨੂੰ ਘਾਟਾ ਪਿਆ। ਕਈ ਵਾਰੀ ਉਹਦਾ ਮੂੰਹ ਹੀ ਕਹਿਣ ਤੂੰ ਢੱਕ ਲਾ, ਹਲੇ ਮੂੰਹ ਢੱਕ ਲਾ ਤੂੰ, ਉਹਨੇ ਅੱਖਾਂ ਨੇ ਐਂ ਕਰੀ ਜਾਣਾ, ਉਹ ਸਕੈਨਿੰਗ ਤਾਂ ਉਹ ਵੀ ਕਰਦਾ ਰਹਿੰਦਾ। ਪਰ ਅਸੀਂ ਲੋਹੜੀ ਸਾਡੇ ਪਿੰਡ ਦੇ ਵਿੱਚ, ਭਾਵੇਂ ਮੈਂ ਤੁਹਾਨੂੰ ਦੱਸਿਆ ਕਿ 2 ਇਨਸੀਡੈਂਟ ਬੈਕ ਟੂ ਬੈਕ ਵਾਪਰੇ, ਅਸੀਂ ਭਾਵੇਂ ਹਰ ਸਾਲ ਲਾਵਾਂਗੀ, ਪਰ ਸਾਡੇ ਲੋਹੜੀ ਸਿਰਫ ਇੱਕੋ ਹੀ ਦਿਨ ਮੰਗਦੇ ਸੀ, ਜਿਸ ਦਿਨ ਲੋਹੜੀ ਹੈ। ਅੱਛਾ, ਉਸੇ ਦਿਨ ਲੋਹੜੀ ਮੰਗਣੀ। ਪਰ ਇਹ ਹੁੰਦਾ ਸੀ ਘਰਦਿਆਂ ਨੇ ਕਹਿਣਾ, ਜਿਹੜੇ ਜਾਂਦੇ ਵੀ ਸੀ, ਵੀ ਦੇਖੋ ਟਾਈਮ ਨਾਲ ਜਾਣਾ ਕਾਕਾ, ਟਾਈਮ ਨਾਲ ਮੁੜਿਆ ਉਹ, ਫਿਰ ਆਪਾਂ ਨਾ ਉਹ ਈਸਰਾਏ ਦਲਿੱਦਰ ਜਾਏ, ਉਹ ਲੋਹੜੀ ਵੀ ਪਾਲਣੀ ਆ ਘਰੇ। ਪਿੰਡ ਦੇ ਵਿੱਚ ਅਸੀਂ ਦੇਖਣਾ ਕਿ ਲਗਭਗ ਹਰੇਕ ਘਰ ਦੇ ਬਾਹਰ ਧੂਣੀ ਲੱਗੀ ਹੋਣੀ, ਕਿਉਂਕਿ ਥੋੜੀ ਉਦੋਂ ਹਜੇ ਸਰਦੀ ਹੁੰਦੀ ਹੈ। ਸਰਦੀਆਂ ਤੋਂ ਬਚਣ ਵਾਸਤੇ ਨਾਲੇ ਉਹਦੇ ਵਿੱਚ ਤਿਲ ਪਾਈ ਜਾਣੇ, ਨਾਲੇ ਘਰਦਿਆਂ ਨੂੰ ਕਹਿਣਾ ਜਿਹੜੇ ਮੰਗਣ ਵੀ ਆਉਣੇ, ਦੇਖੋ ਤੁਸੀਂ ਲੈ ਲਿਆ, ਤੁਸੀਂ ਘਰੇ ਛੇਤੀ ਜਾ ਕੇ ਪਹਿਲਾਂ ਤੁਸੀਂ ਲੋਹੜੀ ਆਪਦੇ ਘਰ ਜਾ ਕੇ ਮਨਾਓ, ਤੇ ਫਿਰ ਬਾਕੀ ਘਰਾਂ ਦੇ ਮੰਗ ਲੈਣੀ ਹੈ। ਜਿਹੜੀ ਤੁਸੀਂ ਗੱਲ ਕੀਤੀ, ਕਈ ਵਾਰੀ ਹੁੰਦਾ ਸੀ ਛੋਟੇ ਬੱਚੇ ਲੋਹੜੀ ਮੰਗਣ, ਉਹਨਾਂ ਨੇ ਵੀ ਜਾਣਾ, ਕਿਉਂਕਿ ਚਾਹ ਹੁੰਦਾ ਸੀ, ਉਤਸ਼ਾਹ ਹੁੰਦਾ ਸੀ, ਪਰ ਉਹਨਾਂ ਦੇ ਨਾਲ ਘਰ ਦਾ ਕੋਈ ਵੱਡਾ ਜ਼ਰੂਰ ਹੋਣਾ। ਕਈ ਵਾਰੀ ਅਸੀਂ ਪੁੱਛ ਲੈਣਾ ਵੀ ਇਹ ਵੱਡਾ ਕਾਤੇ ਬਾਪੂ ਜੀ, ਇਹ ਕਿਹਦੇ ਨਾਲ? ਉਹ ਕਹਿੰਦੇ ਦੇਖੇ ਇਹਦਾ ਝੋਲਾ ਭਾਰੀ ਹੋ ਗਿਆ, ਇਹ ਤਾਂ ਕਣਕ ਨਹੀਂ ਚੱਕੀ ਜਾਂਦੀ, ਹੁਣ ਦਾਣੇ ਨਹੀਂ ਚੱਕੇ ਜਾਂਦੇ, ਉਹਨੇ ਝੋਲਾ ਆਪਣੇ ਮੋਢੇ 'ਚ ਪਾਇਆ ਹੋਣਾ ਭਾਰੀ, ਤੇ ਬੱਚੇ ਨੂੰ ਖਾਲੀ ਥੈਲਾ ਜਾਂ ਲਿਫਾਫਾ ਜੋ ਵੀ ਉਹਦੇ ਕੋਲ ਹੁੰਦਾ, ਜਾਂ ਝੋਲਾ, ਕਈਆਂ ਕੋਲ ਕੱਢੇ ਹੋਏ ਝੋਲੇ ਹੁੰਦੇ ਸੀ, ਕਈਆਂ ਕੋਲੇ ਉਹ ਜਿਹੜੇ ਆਪਾਂ ਬੋਰੀ ਦੇ ਬੈਗ ਦੇ ਬਣਾ ਲੈਂਦੇ ਆ ਥੈਲਿਆਂ ਤੋਂ, ਉਹ ਬਣਾਏ ਹੋਣੇ। ਪਰ ਇੱਕ ਚੀਜ਼ ਜ਼ਰੂਰ ਸਾਂਝੀ ਸੀ, ਹੁਣ ਉਹਦੇ ਨਾਲੋਂ ਮੈਨੂੰ ਬਾਕੀ ਭਾਵੇਂ ਸਾਰਾ ਕੁਝ ਬਦਲ ਗਿਆ, ਇੱਕ ਚੀਜ਼ ਜਿਹੜੀ ਮੈਨੂੰ ਪਹਿਲਾਂ ਨਾਲੋਂ ਅੱਜ ਵਧੀਆ ਲੱਗਦੀ ਹੈ, ਉਹ ਇਹ ਹੈ ਕਿ ਪਹਿਲਾਂ ਤਾਂ ਸਿਰਫ ਉਸੇ ਘਰ ਦੇ ਵਿੱਚ ਜ਼ਿਆਦਾ ਉਤਸ਼ਾਹ ਨਾਲ ਲੋਹੜੀ ਮਨਾਉਂਦੇ ਜਿਨ੍ਹਾਂ ਦੇ ਵਿੱਚ ਮੁੰਡੇ ਦਾ ਵਿਆਹ ਹੋਇਆ, ਜਾਂ ਜਿਨ੍ਹਾਂ ਦੇ ਘਰ ਲੜਕਾ ਪੈਦਾ ਹੋਇਆ। ਪਰ ਬੀਤੇ ਮੈਨੂੰ ਉਹਦਾ 5-10 ਸਾਲ ਤੋਂ ਇੱਕ ਚੀਜ਼, ਇੱਕ ਪਿਰਤ ਚੰਗੀ ਪਈ ਹੈ, ਉਹ ਇਹ ਹੈ ਕਿ ਹੁਣ ਮੁੰਡੇ ਦੀ ਵੀ ਕੁੜੀ ਮਨਾਈ ਜਾਂਦੀ ਹੈ ਲੋਹੜੀ, ਤੇ ਕੁੜੀ ਦੀ ਵੀ ਲੋਹੜੀ ਮਨਾਈ ਜਾਂਦੀ ਹੈ, ਭਾਵ ਲੜਕੇ ਤੇ ਲੜਕੀ ਦਾ ਪਾੜਾ। ਮੈਨੂੰ ਲੱਗਦਾ ਕਿ ਲੋਕਾਂ ਨੇ ਲੋਹੜੀ ਦੇ ਤਿਉਹਾਰ ਵੇਲੇ ਕਾਫੀ ਘਟਾ ਲਿਆ, ਵੈਸੇ ਭਾਵੇਂ ਰੱਖਿਆ ਹੋਵੇ। ਬਿਲਕੁਲ ਬੈਨੀਪਾਲ ਸਾਹਿਬ, ਹੁਣ ਪਤਾ ਲੱਗ ਗਿਆ ਕਿ ਸਾਰੇ ਮੁੰਡੇ ਡੀਸੀ ਨਹੀਂ ਲੱਗਦੇ। ਕਈ ਵਾਰੀ ਫਿਰ ਡੀਸੀ ਦੇ ਸਾਹਮਣੇ ਆ ਕੇ ਮਿਹਨਤਾਂ ਵੀ ਕਰਾ ਲੈਂਦੇ ਆ। ਹੁਣ ਕਈ ਵਾਰੀ ਤਾਂ ਇਹ ਵੀ ਹੁੰਦਾ, ਇੱਕ ਮੇਰਾ ਮਿੱਤਰ ਸੀ, ਉਹਦੇ ਘਰੇ ਮੁੰਡਾ ਹੋਇਆ,
ਤੇ ਨਾਲ ਉਹ ਜੁੜਵਾ ਬੱਚੇ ਸੀ, ਕੁੜੀ ਵੀ ਸੀ। ਕਹਿੰਦਾ ਮੈਨੂੰ ਲੱਗਦਾ ਕਿ ਕੁੜੀ ਨੇ ਮੇਰਾ ਸਾਥ ਦੇਣਾ। ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਮੈਂ ਦੂਜੀ ਗੱਲ ਆ ਤਾਂ ਪੱਗ ਹੁਣ ਮੈਂ ਢਿੱਲੀ ਬੰਨਿਆ, ਕਹਿੰਦੀ ਕੀ ਪਤਾ ਇਹਨੇ ਕਿੱਥੇ ਜਾ ਕੇ ਰਖਾਉਣੀ। ਹਜੇ ਉਹ ਇੱਕ ਦਿਨ ਦਾ ਹੀ ਸੀ, ਅਸੀਂ ਤਾਂ ਵਧਾਈਆਂ ਦੇਣ ਗਏ। ਉਹ ਮੋਰੇ ਥੋੜਾ ਟੀਚਰੀ ਹੁੰਦੇ ਨਾ ਕਈ ਬੰਦੇ। ਹੁਣ ਬੈਨੀਵਾਲ ਸਾਹਿਬ ਮੈਨੂੰ ਇੱਥੇ ਇੱਕ ਗੱਲ ਹੋਰ ਚੇਤੇ ਆਉਂਦੀ ਹੈ। ਮੈਂ ਕਹਿੰਦਾ ਕਿ ਆਪਾਂ ਦਰਸ਼ਕਾਂ ਤੋਂ ਵੀ ਇਹ ਪੁੱਛੀਏ ਜੀ, ਕਿੰਨੀ ਕੁ ਵਾਰੀ ਤੁਸੀਂ ਅੱਡੀਆਂ ਰਗੜੀਆਂ, ਕਿੰਨੀ ਕੁ ਵਾਰੀ ਗੋਡੇ ਰਗੜੇ? ਕਈ ਵਾਰੀ ਬਹੁਤ ਛੋਟਾ ਜਿਹੜਾ ਬੱਚਾ ਹੁੰਦਾ ਉਹ ਘਰ ਦੇ ਵੱਡਿਆਂ ਦੇ ਮਗਰ ਤੁਰਦਾ ਕਿ ਭਾਈ ਮੈਂ ਵੀ ਲੋਹੜੀ ਮੰਗਣ ਜਾਣਾ। ਘਰਦਿਆਂ ਕਹਿਣਾ ਤੁਰ ਤੇ ਤੋਂ ਹੁੰਦਾ ਨਹੀਂ, ਤੂੰ ਅਜੇ ਛੋਟਾ ਹੈ, ਤੂੰ ਥੋੜੀ ਜਾਣਾ। ਲੈ ਫਿਰ ਜਿਉਂ ਉਹਨੇ ਅੱਡੀਆਂ ਰਗੜਨ ਲੱਗਣਾ, ਲੈ ਮੈਨੂੰ ਫਿਰ ਭੇਜਦੇ ਨਹੀਂ ਨਾ, ਉਹਨੂੰ ਬਹੁਤਾ ਪੂਰਾ ਜੇ ਬੋਲਣਾ ਆਉਂਦਾ ਹੁੰਦਾ। ਹੁਣ ਤੁਹਾਨੂੰ ਕਿੰਨੀ ਕੁ ਵਾਰੀ ਲੋਹੜੀ ਮੰਗਣ ਤੋਂ ਘਰ ਦੇ ਰੋਕਦੇ ਸੀ? ਕਿੰਨੀ ਕੁ ਵਾਰੀ ਤੁਹਾਡੇ ਵੱਡੇ ਭੈਣ ਭਰਾ ਜਦੋਂ ਲੋਹੜੀ ਮੰਗਣ ਜਾਂਦੇ ਸੀ ਤਾਂ ਤੁਹਾਨੂੰ ਘਰ ਦੇ ਰੋਕ ਕੇ ਰੱਖਦੇ ਸੀ, ਜਾਂ ਕਈ ਵਾਰੀ ਭੁਲੇਖਾ ਵੀ ਪਾਉਂਦੇ ਸੀ? ਘਰਦੇ ਨੇ ਕਹਿਣਾ ਚੱਲ ਫਿਰ ਨਾਲ ਚੱਲਦੇ ਆ, ਚੱਕ ਲੈਣਾ ਛੋਟਾ ਬੱਚਾ ਤੇ ਇੱਕ ਦੋ ਘਰਾਂ ਦੇ ਬਾਅਦ ਹੌਲੀ ਦੇਣੀ, ਉਹਦੇ ਕੂਰ ਜਾਂਦਾ, ਕੁੱਤਾ ਜਾਂਦਾ, ਕੂਰ ਜਾਂਦਾ ਕਰਕੇ ਘਰ ਮੋੜ ਲਿਆਉਣਾ। ਉਹਨੇ ਫਿਰ ਅੱਧਾ ਘੰਟਾ ਰੂ ਕੇ ਦੁੱਧ ਪੀ ਕੇ ਨਿਆਣੇ ਨਿੱਕੇ ਨੇ ਸੌ ਜਾਣਾ। ਇਹ ਵੀ ਹੁੰਦਾ ਸੀ। ਬੈਨੀਪਾਲ ਸਾਹਿਬ ਇੱਕ ਉਦੋਂ ਉਤਸ਼ਾਹ ਹੁੰਦਾ ਜਿੱਦਾਂ ਅੱਜ ਆਪਾਂ ਸੋਚਦੇ ਨਾ ਕਿ ਭਾਈ ਬੰਦਾ MLA ਬਣਿਆ, MP ਬਣਾ, ਫਿਰ ਮੁੱਖ ਮੰਤਰੀ ਬਣਾ। ਉਦੋਂ ਹੁੰਦਾ ਸੀ ਵੱਡੇ ਹੋ ਕੇ ਨਾ ਉਹ ਢੋਲ ਵਾਲੇ ਟੋਲੇ ਦੇ ਵਿੱਚ ਫਿਰ ਸਾਡਾ ਨਾਂ ਆਉਣਾ। ਉਹ ਪਹਿਲਾਂ ਇੱਕ ਅੱਧੇ ਵੱਡੇ ਨਾਲ ਉਦਾਂ ਹੀ ਯਾਰੀ ਪਾਈ ਰੱਖਣੀ ਕਿ ਯਾਰ ਅਗਲੀ ਵਾਰੀ ਨਾ ਤੂੰ ਮੈਨੂੰ ਆਪਣੇ ਨਾਲ ਰਲਾ ਲਈ। ਹੁਣ ਉਧਰਲੇ ਪਾਸੇ ਹੁਣ ਅਗਲੇ ਰਲਾਉਂਦੇ ਆ, ਨਹੀਂ ਉਹਨਾਂ ਨੂੰ ਵੀ ਹੁੰਦਾ ਨਾ ਜਿੰਨੇ ਵੱਧ ਹੋਵਾਂਗੇ ਹਿੱਸਾ ਵੰਡ ਹੋਣਾ। ਹੁਣ ਬੈਨੀਵਾਲ ਸਾਹਿਬ ਇਹਦੇ ਨਾਲ ਇੱਕ ਗੱਲ ਆਪਾਂ ਹੋਰ ਦੇਖੀਏ, ਕਈ ਬੰਦੇ ਇਦਾਂ ਦੇ ਹੁੰਦੇ ਉਹਨਾਂ ਨੇ ਨਾ ਦੇਖਣਾ ਕਿ ਪਹਿਲਾਂ ਹੀ ਆਉਣ ਲੱਗ ਪਿਆ ਤੁਹਾਡੇ ਤੇ, ਚਲੋ ਉਸੇ ਦਿਨ ਮੰਗਦੇ ਸੀ। ਕਈਆਂ ਨੇ ਕੁੱਤੇ ਪਹਿਲੇ ਬਾਹਰਲੇ ਗੇਟ ਕੋ ਬੰਨ੍ਹਦੇ ਆਉਣ ਹੀ ਨਾ। ਤੇ ਕਈ ਇਦਾਂ ਦੇ ਵੀ ਹੁੰਦੇ ਸੀ ਕਿ ਘਰਾਂ ਦੇ ਵਿੱਚ 20 ਤੰਗੀਆਂ ਤੁਰਸ਼ੀਆਂ ਹੁੰਦੀਆਂ, ਜ਼ਰੂਰੀ ਨਹੀਂ ਸੀ। ਉਹਨਾਂ ਨੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਨੀ, ਫਿਰ ਬੰਦਾ ਕਹਿ ਵੀ ਨਹੀਂ ਸਕਦਾ ਹੁੰਦਾ ਕਿ ਸਾਡੇ ਕੋਲੇ ਹੈ ਨਹੀਂ। ਉਹਨਾਂ ਕੋਈ ਨਹੀਂ ਪੁੱਤ ਕੱਲ੍ਹ ਨੂੰ ਲੈ ਜੀ, ਅੱਜ ਚਾਚਾ ਤੇਰਾ ਘਰੇ ਹੈ ਨਹੀਂ। ਚਾਚਾ ਅੰਦਰ ਹੀ ਹੁੰਦਾ ਹੁਣ ਘਰੇ ਹੈ ਨਹੀਂ। ਉਸ ਚੀਜ਼ਾਂ ਕਈ ਵਾਰੀ ਸਮਝ ਆਉਂਦੀਆਂ ਵੀ ਹੁੰਦੀਆਂ, ਕਈ ਵਾਰੀ ਨਹੀਂ ਆਉਂਦੀਆਂ ਹੁੰਦੀਆਂ। ਪਰ ਇੰਨੀ ਗੱਲ ਜ਼ਰੂਰ ਹੈ ਕਿ ਲੜਨ ਝਗੜਨ ਵਾਲੇ ਲੜੀ ਝਗੜੀ ਜਾਂਦੇ ਸੀ, ਪਰ ਲੋਹੜੀ ਦਾ ਚਾਅ ਉਤਸ਼ਾਹ ਜਿਹੜਾ ਬਰਾਬਰ ਹੀ ਹੁੰਦਾ ਸੀ। ਹੁਣ ਭੋਰਾ ਕਿ ਬੀਬੀਆਂ ਦੀ ਗੱਲ ਕਰੀਏ ਜੀ, ਬੀਬੀਆਂ ਦੇ ਨਾਲ ਪਹਿਲਾਂ ਆਪਾਂ ਇੱਕ ਦਰਸ਼ਕਾਂ ਨੂੰ ਇਹ ਪੁੱਛ ਲਈਏ ਕਿ ਲੋਹੜੀ ਭਾਵੇਂ ਕਿਸੇ ਤਰੀਕੇ ਨਾਲ ਕਈ ਦਿਨ ਤੁਸੀਂ ਮੰਗਦੇ ਰਹੇ, ਭਾਵੇਂ ਉਸੇ ਦਿਨ ਲੋਹੜੀ ਵਾਲੇ ਦਿਨ ਮੰਗਦੇ ਰਹੇ, ਤੁਸੀਂ ਗੀਤ ਕਿਹੜੇ ਗਾਉਂਦੇ ਸੀ? ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸੁੰਦਰ ਮੁੰਦਰੀਏ ਵਾਲੀ ਤਾਂ ਲਗਭਗ ਸਾਰਿਆਂ ਨੇ ਗਾਈ ਹੈ। ਮੈਨੂੰ ਯਾਦ ਹੈ ਮੈਂ ਪਿਛਲੀ ਵਾਰੀ ਜਦੋਂ ਪੰਜਾਬ 'ਚ ਗਿਆ ਹੋਇਆ, ਬਾਈ ਚਾਂਸ ਉਹਨਾਂ ਦਿਨਾਂ 'ਚ ਲੋਹੜੀ ਸੀ। ਲੋਹੜੀ ਵਾਲੇ ਦਿਨ ਮੈਂ ਲੋਹੜੀ ਉਦੋਂ ਹੀ ਹੁੰਦੀ, ਬਾਈ ਚਾਂਸ ਤੁਸੀਂ ਗਏ ਹੋ ਸੀ। ਚਲੋ ਇਹ ਕਹਿ ਲਓ ਵੀ ਮੈਂ ਬਾਈ ਚਾਂਸ ਉਹਨਾਂ ਦਿਨਾਂ 'ਚ ਗਿਆ ਹੋਇਆ ਸੀ, ਵਾਈਸ ਵਰਸਾ। ਜਦੋਂ ਮੈਂ ਗਿਆ ਮੈਂ ਦੇਖਿਆ ਕਿ ਦਿਨ ਅਸੀਂ ਜਦੋਂ ਜਾਂਦੇ ਹੁੰਦੇ ਸੀ 2 ਵਾਰੀ ਗਏ, ਜਾਂ ਇਹਦਾ ਪਤਾ ਹੀ ਹੈ ਕਿ ਹਰ ਸਾਲ ਬੱਚੇ ਲੋਹੜੀ ਮੰਗਣ ਆਉਂਦੇ ਸੀ, ਮੁੰਡੇ ਲੋਹੜੀ ਮੰਗਣ ਆਉਂਦੇ ਸੀ, ਪਰ ਉਹ ਲਗਭਗ 5-6 ਵਜੇ ਸ਼ਾਮ ਨੂੰ ਸ਼ੁਰੂ ਕਰਦੇ ਤੇ ਲਗਭਗ 9-10 ਵਜੇ ਤੱਕ ਮੰਗਦੇ ਰਹਿੰਦੇ। ਪਰ ਮੈਂ ਵੇਖਿਆ ਕਿ ਸਵੇਰੇ ਹਲੇ 10-11 ਹੀ ਵਜੇ ਸੀ, ਟਾਈਮ ਨਾਲ ਆ ਗਿਆ, ਟਾਈਮ ਨਾਲ ਹੀ ਚੱਲ ਪਿਆ ਕੰਮ। ਮੈਂ ਵੇਖਿਆ, ਫਿਰ ਮੈਂ ਪੁੱਛਿਆ ਘਰਦਿਆਂ ਨੂੰ, ਮੈਂ ਕਿਹਾ ਕਹਿੰਦੇ ਨਹੀਂ ਹੁਣ ਤਾਂ ਵੀ ਸਵੇਰ ਤੋਂ ਸ਼ੁਰੂ ਹੋ ਜਾਂਦਾ ਤੇ ਸ਼ਾਮ ਤੱਕ ਲਗਭਗ 7-8 ਵਜੇ ਨੂੰ ਲੋਕ ਮੰਗ ਕੇ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਜਾਂਦੇ ਤੇ ਬੱਚਿਆਂ ਨੂੰ ਲੋਕ ਫਿਰ ਬਾਹਰ ਨਹੀਂ ਆਉਣ ਦਿੰਦੇ। ਪਰ ਮੈਂ ਉਹ ਵੇਖਿਆ ਕਿ ਪਹਿਲਾਂ ਨਾਲੋਂ ਜਦੋਂ ਮੈਂ ਬਚਪਨ ਵਿੱਚ ਹੁੰਦਾ ਸੀ, ਮੈਂ ਵੇਖਿਆ ਕਿ ਹੁਣ ਤੇ ਬੱਚਿਆਂ ਨੂੰ ਗੀਤ ਹੀ ਬੜੇ ਆਉਂਦੇ ਨੇ, ਅਰ ਖੁੱਲ ਕੇ ਗਾਉਂਦੇ ਨੇ। ਪਹਿਲਾਂ ਸੰਗਦੇ ਰਹਿਣਾ, ਨਹੀਂ ਪਹਿਲਾਂ ਇੱਕ ਦੂਜੇ ਦੇ ਪਿੱਛੇ ਹੋਈ ਜਾਣਾ, ਕੰਧ ਦੇ ਨਾਲ ਲਾਈਨ ਬਣਾਈ ਜਾਣੀ, ਊ ਕਰੀ ਜਾਣਾ। ਹੁਣ ਤਾਂ ਫਿਰ ਤੁਹਾਨੂੰ ਪਤਾ ਹੀ ਆ, ਹੁਣ ਮਾਡਰਨ ਹੋ ਗਏ ਬੱਚੇ। ਸੋ ਇਹੀ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਲੋਹੜੀ ਮੰਗਣ ਵੇਲੇ ਕਿਹੜੇ ਗੀਤ ਗਾਉਂਦੇ ਰਹੇ? ਉੱਚੀ ਗਾਉਂਦੇ ਰਹੇ, ਟੋਲੀਆਂ 'ਚ ਗਾਉਂਦੇ ਰਹੇ, ਜਾਂ ਤੁਸੀਂ ਉਸ ਟੋਲੀ ਦੇ ਮੋਹਰੀ ਹੁੰਦੇ ਸੀ? ਟਿੱਪਣੀਆਂ ਦੇ ਰੂਪ ਵਿੱਚ ਸਾਡੇ ਤੱਕ ਜ਼ਰੂਰ ਪੁੱਜਦਾ ਕਰਿਓ ਕਿ ਕਿਹੜੇ ਗੀਤ ਤੁਸੀਂ ਲੋਹੜੀ ਵੇਲੇ ਗਾਏ। ਇੱਕ ਟਿੱਪਣੀ ਨਾਲ ਹੀ ਹੋਰ ਲੈ ਲਈਏ ਕਿ ਲੋਹੜੀ ਵੇਲੇ ਗੀਤ ਗਾਏ ਤੇ ਲੋਹੜੀ ਦੀ ਪਹਿਲੀ ਕਮਾਈ ਕਿੰਨੀ ਹੋਈ ਸੀ। ਕਦੀ ਕਿਸੇ ਨੇ ਧੱਕਾ ਤਾਂ ਨਹੀਂ ਕੀਤਾ ਕਿ ਆਪ ਵੱਧ ਲੈ ਗਿਆ, ਤੁਹਾਨੂੰ ਘੱਟ ਦਿੱਤੇ? ਜਿੰਨੇ ਕੁ ਪੈਸੇ ਬਣੇ ਸੀ ਉਹਦੇ ਪੈਸਿਆਂ ਦਾ ਤੁਸੀਂ ਕੀਤਾ ਕੀ? ਘਰਦਿਆਂ ਨੂੰ ਦਿੱਤੇ, ਜਾਂ ਘਰਦਿਆਂ ਨੇ ਧੱਕੇ ਨਾਲ ਲੈ, ਜਾਂ ਉਹਦੀ ਕੋਈ ਕਿਤਾਬ ਕਾਪੀ ਲਿਆਂਦੀ, ਖਿਡੌਣਾ ਲਿਆ। ਹੋ ਸਕਦਾ ਕਿ ਕੁੜੀਆਂ ਜਿਹੜੀਆਂ ਲੋਹੜੀ ਮੰਗਦੀਆਂ ਸੀ ਕਿਤੇ ਸੂਟ ਦਾ ਇੰਤਜ਼ਾਮ ਕੋਈ ਕਰ ਲਿਆ ਹੋਵੇ, ਕੋਈ ਦੁਪੱਟਾ, ਕੋਈ ਚੁੰਨੀ ਖਰੀਦ ਲਈ ਹੋਵੇ। ਕਈਆਂ ਨੂੰ ਜੁੱਤੀ ਦਾ ਹੁੰਦਾ ਕਿ ਭਾਈ ਆਪਾਂ ਇੱਕ ਜੁੱਤੀ ਲੈਣੀ, ਕਿਉਂਕਿ 15-20 ਸਾਲ ਪਹਿਲਾਂ ਮਿਲਦੇ ਸਮਾਨ ਘੱਟੇ ਹੀ ਸੀ। ਅੱਜ ਵਾਲੇ ਨਿਆਣਿਆਂ ਨੂੰ ਜੇ ਕਹੀਏ, ਜਿੱਦਾਂ ਸਾਨੂੰ ਬਜ਼ੁਰਗ ਕਹਿੰਦੇ ਹੁੰਦੇ, ਅਸੀਂ 2 ਵਜੇ ਉੱਠਣਾ, ਜਦੋਂ ਤੱਕ ਤੁਸੀਂ ਉੱਠਦੇ ਆ ਨਾ ਅਸੀਂ ਤਾਂ 4 ਏਕੜ ਬਾਹ ਕੇ ਆਜਦਾ, ਸਾਨੂੰ ਕਿਹੜਾ ਯਕੀਨ ਆਉਂਦਾ? ਇਦਾਂ ਹੀ ਸਾਡੀ ਅਗਲੀ ਪੀੜ੍ਹੀ ਨੂੰ ਸਾਡੇ ਤੇ ਵੀ ਯਕੀਨ ਨਹੀਂ ਆਉਣਾ ਕਿ ਇਹਨਾਂ ਕੋਈ ਜੁੱਤੀਆਂ ਦੇ ਕੋਈ ਜੁੜਾ ਹੁੰਦਾ ਸੀ ਤੇ ਉਹਦੇ ਵਿੱਚ ਵੀ ਮਾੜੀ ਮੋਟੀ ਝਰੀਟੀ ਲੱਗੀ ਹੁੰਦੀ ਸੀ। ਹੁਣ ਬੈਨੀਪਾਲ ਸਾਹਿਬ ਬੀਬੀਆਂ ਦੀ ਗੱਲ, ਮੈਨੂੰ ਯਾਦ ਆਉਂਦਾ ਕਿ ਬੀਬੀਆਂ ਨੇ ਘਰ ਦੇ ਵਿੱਚ ਨਾ ਦਸੰਬਰ ਤੋਂ ਹੀ, ਨਵੰਬਰ ਤੋਂ ਹੀ ਗੱਲਾਂ ਕਰਨਾ, ਐਤਕੀ ਵੀ ਲੋਹੜੀ ਕਿਹਦੇ ਹੋਊਗੀ, ਵੀ ਜਾਣੀ ਪਿੰਡ ਦੇ ਵਿੱਚ ਨਾ ਗਿਣਤੀ ਸ਼ੁਰੂ ਕਰ ਦੇਣੀ ਕਿ ਫਲਾਨਿਆਂ ਦੇ ਵੀ ਮੁੰਡਾ ਹੋਇਆ, ਉਹਨਾਂ ਦੇ ਵਿਆਹ ਹੋਇਆ, ਉਹਨਾਂ ਨੇ ਕਿੱਥੇ ਪਾਉਣੀ ਆ ਉਹ ਪਤਾ ਹੀ ਆ ਤੁਹਾਨੂੰ। ਉਹਨਾਂ ਨੇ ਉਹ ਤਾਂ ਪਾਉਣਗੇ ਜ਼ਰੂਰ, ਉਹ ਤਾਂ 2 ਵਾਰੀ ਕਹਿ ਵੀ ਹਟੀ ਆ ਕਿ ਆਪਾਂ ਲੋਹੜੀ ਪਾਉਣੀ ਆ, ਭਾਈ ਸਾਡੇ ਘਰੇ ਆਇਓ ਜ਼ਰੂਰ। ਤੇ ਨਾਲ ਦੀ ਨਾਲ ਬੈਨੀਪਾਲ ਸਾਹਿਬ ਰਿਸ਼ਤੇਦਾਰਾਂ ਦੇ ਲੋਹੜੀ ਦਾ ਵੀ ਚਾਅ ਹੁੰਦਾ ਸੀ ਕਿ ਐਤਕੀ ਮਾਸੀ ਕੇ ਲੋਹੜੀ ਪੈਣੀ ਆ, ਐਤਕੀ ਮਾਮੇ ਕੇ ਲੋਹੜੀ ਪੈਣੀ ਆ, ਐਤਕੀ ਫਲਾਨਿਆਂ ਦੀ ਲੋਹੜੀ ਪੈਣੀ ਆ। ਫਿਰ ਉਹਦੇ ਤੋਂ ਬਾਅਦ ਇੱਕ ਡੀਜੇ ਕਲਚਰ ਚਾਲੂ ਹੋਇਆ ਕਿ ਲੋਹੜੀ ਦੇ ਉੱਤੇ ਫਿਰ ਡੀਜੇ ਲੱਗਣ ਲੱਗ ਪਿਆ। ਫਿਰ ਹੁੰਦਾ ਸੀ ਕਿ ਚਲੋ ਭੰਗੜੇ ਜਿਹੜੇ ਉਹ ਪੈਣ ਲੱਗ ਪਏ। ਪਰ ਜੇ ਆਪਾਂ ਬੀਬੀਆਂ ਤੋਂ ਪਿੱਛੇ ਨੂੰ ਥੋੜ੍ਹਾ ਜਿਹਾ ਆ ਕੇ ਕੁੜੀਆਂ ਦੀ ਗੱਲ ਕਰੀਏ, ਕੁੜੀਆਂ ਵੀ ਮੰਗਦੀਆਂ ਸੀ, ਪਰ ਉਹਨਾਂ ਦੇ ਲਈ ਉਹਨਾਂ ਦੇ ਗੀਤ ਵੀ ਵਿਲੱਖਣ ਹੁੰਦੇ ਸੀ। ਬੈਨੀਪਾਲ ਸਾਹਿਬ ਇੱਕ ਫਰਕ ਮੈਂ ਜਿਹੜਾ ਉਹ ਸੱਚੀ ਮੁੱਚੀ ਮਹਿਸੂਸ ਕੀਤਾ ਕਿ ਜਦੋਂ ਮੁੰਡਿਆਂ ਨੇ ਲੋਹੜੀ ਦੇ ਗੀਤ ਗਾਉਣੇ ਉਹਦੇ ਵਿੱਚ ਕੋਈ ਬਹੁਤਾ ਰਸ ਰੂਸ ਨਹੀਂ ਸੀ ਹੁੰਦਾ।
ਉਹ ਆਪਣੇ ਹਿਸਾਬ ਨਾਲ ਸੁੱਟੇ ਹੀ ਸੀ। ਜਾਣੀ ਵੀ ਠਾਠਾਈ ਕਰਾਈ ਜਾਣੀ ਬਸ ਨਾ, ਠਾਠਾਈ ਚਲੋ ਜੀ ਚੱਕ ਦਿਓ ਕੰਮ। ਪਰ ਜਦੋਂ ਕੁੜੀਆਂ ਗਾਉਂਦੀਆਂ ਸੀ ਨਾ ਲੋਹੜੀ ਦੇ ਗੀਤ, ਉਹ ਬਿਲਕੁਲ ਲੈਬੱਧ ਹੁੰਦੇ ਸੀ, ਬਹੁਤ ਚੰਗੇ ਤਰੀਕੇ, ਜਿੱਦਾਂ ਟ੍ਰੇਨਿੰਗ ਉਹਨਾਂ ਨੇ ਕਿਤੋਂ ਲਈ ਹੋਵੇ। ਉਹਨਾਂ ਦੀ ਆਵਾਜ਼ ਦੇ ਵਿੱਚ ਰਤਾ ਵੀ ਝੋਲ ਨਹੀਂ ਸੀ ਹੁੰਦੀ। ਮਜਾਲ ਹੈ ਕਿ ਉਹ ਪੂਰੀ ਦੀ ਪੂਰੀ ਲਾਈਨ ਮੁੱਕਣ ਤੋਂ ਪਹਿਲਾਂ ਉਹਨਾਂ ਦੀ ਆਵਾਜ਼ ਹੇਠ ਆ ਜਾਵੇ ਜਾਂ ਉੱਪਰ ਵੱਧ ਚਲੇ ਜਾਏ, ਤੇ ਐਂ ਵੀ ਲੱਗਦਾ ਹੁੰਦਾ ਸੀ ਜਿੱਦਾਂ 15 20 25 ਦਿਨ ਪਹਿਲਾਂ ਲਗਾਤਾਰ ਘਰੇ ਪ੍ਰੈਕਟਿਸ ਕਰਦੀਆਂ ਰਹੀਆਂ। ਉਹਨਾਂ ਨੂੰ ਇੱਕ ਕੁਦਰਤ ਦੀ ਜਿਹੜੀ ਇੱਕ ਬਖਸ਼ਿਸ਼ ਹੀ ਕਹਿ ਲਈਏ, ਦਾਤ ਹੀ ਕਹਿ ਲਈਏ, ਪਰ ਮੁੰਡਿਆਂ ਦੇ ਕੋਲ ਚੀਜ਼ ਹੁੰਦੀ ਨਹੀਂ ਸੀ। ਬਾਟ ਸਾਹਿਬ ਦੇਖੋ, ਹਰ ਇੱਕ ਵਿਅਕਤੀ ਵਿਸ਼ੇਸ਼ ਨੂੰ ਰੱਬ ਨੇ ਜਿੰਮੇ ਲਾ ਕੇ ਭੇਜੇ ਨੇ। ਇਹ ਤਾਂ ਆਪਾਂ ਨੂੰ ਪਤਾ ਹੈ ਕਿ ਮਰਦ ਦੇ ਨਾਲੋਂ ਔਰਤ ਸੂਖਮ ਵੀ ਹੈ, ਮੇਰੇ ਖਿਆਲ ਦੇ ਵਿੱਚ ਸੁਚੱਜੀ ਵੀ ਹੈ, ਇਹਦੇ ਨਾਲ ਡਿਸਪਲਿਨਡ ਵੀ ਹੈ। ਸੋ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਕੁਦਰਤ ਵੱਲੋਂ ਹੀ ਗੁਣ ਬਖਸ਼ੇ ਹੋਏ ਨੇ। ਸੋ ਜੇ ਆਪਾਂ ਕਹੀਏ ਕਿ ਬਹੁਤ ਸਾਰੇ ਲੋਕ ਨੇ, ਤੁਸੀਂ ਕਦੀ ਇਹ ਵੇਖਿਆ, ਕਦੇ ਕੋਈ ਕਹਿੰਦਾ ਹੋਵੇ ਕਿ ਯਾਰ ਸਭ ਤੋਂ ਪਹਿਲਾ ਬੱਚੇ ਦਾ ਮਾਸਟਰ ਉਹਦਾ ਪਿਤਾ ਹੈ? ਜੀ, ਹਰੇਕ ਕਹਿੰਦਾ ਕਿ ਸਭ ਤੋਂ ਪਹਿਲੀ ਕਿਸੇ ਬੱਚੇ ਦੀ ਜਿਹੜੀ ਗੁਰੂ ਹੈ ਉਹ ਮਾਂ ਹੈ, ਕਿਉਂਕਿ ਮਾਂ ਜਨਮ ਵੀ ਦਿੰਦੀ ਹੈ, ਮਾਂ ਬੱਚੇ ਨੂੰ ਬੋਲਣਾ ਵੀ ਸਿਖਾਉਂਦੀ ਹੈ, ਤੇ ਮਾਂ ਬਾਪ ਦੇ ਨਾਲੋਂ ਬੱਚੇ ਨਾਲ ਜਿਹੜਾ ਟਾਈਮ ਜਾਂ ਸਮਾਂ ਸਪੈਂਡ ਵੀ ਜ਼ਿਆਦਾ ਕਰਦੀ ਹੈ। ਕਿਉਂਕਿ ਹੁਣ ਤਾਂ ਸਮਾਂ ਆ ਗਿਆ ਕਿ ਔਰਤਾਂ ਵੀ ਘਰਾਂ ਤੋਂ ਬਾਹਰ ਨਿਕਲ ਕੇ ਕੰਮਕਾਜੀ ਵਿਵਸਥਾ ਦੇ ਵਿੱਚ ਕਾਫੀ ਵੱਡਾ ਰੋਲ ਅਦਾ ਕਰਦੀਆਂ ਨੇ। ਪਹਿਲਾਂ ਮਾਵਾਂ ਘਰਾਂ 'ਚ ਹੀ ਹੁੰਦੀਆਂ ਸੀ, ਬੱਚਿਆਂ ਨੇ 5-7 ਵਰ੍ਹਿਆਂ ਤੱਕ ਤਾਂ ਘਰਾਂ ਵਿੱਚ ਹੀ ਰਹਿਣਾ। ਸੋ ਇਹਦਾ ਮਤਲਬ ਜੇ ਬਾਹਰ ਬਾਪ ਖੇਤੀ ਕਰਦਾ ਜਾਂ ਕੋਈ ਹੋਰ ਨੌਕਰੀ ਪੇਸ਼ਾ ਕਰਦਾ, ਤੇ ਮਾਂ ਦਾ ਘਰ ਹੀ ਹੈ। ਬੱਚੇ ਦੇ ਨਾਲੋਂ ਪਹਿਲੇ 5 ਸਾਲ ਤਾਂ ਮਾਂ ਦੀ ਬਤੀਤ ਹੋਣੇ ਨੇ, ਬਾਪ ਨੇ ਤਾਂ ਨੌਕਰੀ ਪੇਸ਼ਾ ਕਰਕੇ ਜਾਂ ਖੇਤੀ ਕਰਕੇ ਵਾਪਸ ਆਉਣਾ। ਇਸ ਕਰਕੇ ਜਿਹੜੀਆਂ ਔਰਤਾਂ ਨੇ ਨਾ, ਉਹ ਸੂਖਮ ਵੀ ਬਹੁਤ ਨੇ। ਸੋ ਲੈਬੱਧ ਜਿਹੜਾ ਤੁਸੀਂ ਜ਼ਿਕਰ ਕੀਤਾ ਉਹ ਜ਼ਿਆਦਾ ਨੇ, ਤੇ ਉਹਨਾਂ ਨੂੰ ਇੱਕ ਇਹ ਵੀ ਸੀ ਕਿ ਇੱਕ ਬੰਦਸ਼ਾਂ ਦੇ ਵਿੱਚ ਬਹੁਤ ਰੱਖਿਆ ਜਾਂਦਾ ਜੀ। ਉਹਨਾਂ ਨੇ ਪਹਿਲਾਂ ਹੀ ਇਹ ਡਿਸੀਜਨ ਬਣਾਇਆ ਹੁੰਦਾ ਸੀ ਕਿ ਆਪਾਂ ਕੀ ਗਾ ਸਕਦੇ ਹਾਂ, ਕਿੱਥੇ ਤੱਕ ਆਪਣੀ ਸੀਮਾ। ਹਾਂ, ਸੀਮਾ, ਸਰਹੱਦ, ਹੱਦ ਉਹਨਾਂ ਦੀ ਮਿਥੀ ਹੋਈ ਹੈ। ਜਦੋਂ ਕਿ ਦੂਸਰੇ ਪਾਸੇ ਆਪਾਂ ਮੁੰਡਿਆਂ ਵੱਲ ਦੇਖੀਏ, ਉਹ ਤਾਂ ਹੂੜ ਮੱਤ ਬਥੇਰੀ ਕਰਨੀ, ਅੱਧੀ ਅੱਧੀ ਰਾਤ ਤੱਕ ਢੋਲ ਵਜਾਈ ਜਾਣਾ, ਖੱਪਖਾਨੇ ਪਈ ਜਾਣੇ, ਲੋਹੜੀ ਮੰਗੀ ਜਾਣੀ। ਕਈ ਵਾਰੀ ਜੇ ਕੋਈ ਪੁੱਛਦਾ ਸੀ, ਕਹਿੰਦੇ ਪਤਾ ਹੀ ਆ ਲੋਹੜੀ ਮੰਗ ਕੇ ਆਇਆ, ਦੱਸੋ ਹੋਰ ਕਿੱਥੇ ਗਏ ਸੀ ਅਸੀਂ, ਅੱਜ ਵੀ ਤੁਸੀਂ ਸਾਨੂੰ ਪੁੱਛੋਗੇ। ਪਰ ਧੀਆਂ ਧਿਆਣੀਆਂ ਦੇ ਮੂੰਹੋਂ ਕਦੇ ਇੰਨਾ ਉੱਚਾ ਸ਼ਬਦ ਮਾਪਿਆਂ ਦੇ ਮੂਹਰੇ ਮੈਨੂੰ ਨਹੀਂ ਲੱਗਦਾ ਕਦੇ ਬੋਲੀਆਂ ਹੋਣਗੀਆਂ। ਪਹਿਲੀ ਗੱਲ ਤਾਂ ਆਗਿਆ ਇਹ ਹੁੰਦੀ ਸੀ ਕਿ ਕਿਹੜੇ ਕਿਹੜੇ ਘਰ ਜਾਣਾ ਤੁਸੀਂ, ਪਾਬੰਦੀਆਂ ਸੀ, ਦੂਰ ਨਹੀਂ ਜਾਣਾ, ਵੇਲੇ ਸਿਰ ਮੁੜਨਾ, ਕਿ ਕਿਹਦੇ ਘਰ ਜਾਣਾ। ਜਾਂ ਫਿਰ ਇਹ ਹੁੰਦਾ ਸੀ ਕੋਈ ਬਜ਼ੁਰਗ ਤੁਹਾਡੇ ਨਾਲ ਜਾਊ, ਇਹਦਾ ਮਤਲਬ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਸਾਡੀ ਸੀਮਾ ਲੈਬੱਧ ਕੰਮੀ ਚੱਲਣਾ ਹੈ, ਅਦਰਵਾਈਜ਼ ਐਤਕੀ ਚੱਲ ਜੂ, ਅਗਲੀ ਵਾਰੀ ਭੇਜਣਾ ਨਹੀਂ। ਬਿਲਕੁਲ ਬੈਨੀਪਾਲ ਸਾਹਿਬ, ਮੈਂ ਸੋਚਦਾ ਸੀ ਕਿ ਉਦੋਂ ਦੇਖੋ ਸਵਾਲ ਜਵਾਬ ਕਿੱਦਾਂ ਹੁੰਦੇ ਸੀ। ਕਈ ਵੱਡੇ ਪਿੰਡਾਂ ਦੇ ਵਿੱਚ ਨਾ, ਜਿੱਦਾਂ ਮੁੰਡੇ ਢੋਲ ਲੈ ਕੇ ਜਾਂਦੇ, ਇੱਦਾਂ ਕੁੜੀਆਂ ਵੀ ਬਕਾਇਦਾ ਉਹਨਾਂ ਨੇ ਪਰਾਤ ਫੜੀ ਹੋਣੀ, ਇੱਕ ਨੇ ਵਜਾਈ ਜਾਣੀ, ਸਾਰੀਆਂ ਨੇ ਇਕੱਠੀਆਂ ਹੋ ਕੇ ਉਹ ਵਧਾਈ ਵਾਲੇ ਘਰੇ ਜਾਣਾ। ਉੱਥੇ ਜਾ ਕੇ ਉਹਨਾਂ ਨੇ ਕਈ ਵਾਰੀ ਅੜ ਵੀ ਜਾਣਾ ਕਿ ਨਾ 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 ਚਾਚੀ, ਇੰਨੇ ਪੈਸੇ ਤੇਰੇ ਨਾਲ ਪਹਿਲਾਂ ਦੀ ਗੱਲ ਹੋਈ ਆ। ਨਹੀਂ, ਪਹਿਲਾਂ ਇਹ ਗੱਲ ਹੈਗੀ, ਹਾਂ ਪਹਿਲਾਂ ਗੱਲ ਹੋ ਜਾਂਦੀ, ਪਹਿਲਾਂ ਗੱਲ ਨਹੀਂ ਸੀ ਕਰਦੇ, ਜਾ ਕੇ ਧਾਵਾ ਹੀ ਬੋਲਦੇ ਸੀ ਕਿ ਇੰਨਾ ਹੀ ਦਿਓ ਜੀ। ਪਰ ਕੁੜੀਆਂ ਪਹਿਲਾਂ ਗੱਲ ਖੋਲ ਕੇ ਰੱਖਦੀਆਂ ਸੀ। ਹੁਣ ਬੈਨੀਪਾਲ ਸਾਹਿਬ, ਉਹਦੇ ਵਿੱਚ ਮੈਂ ਦੇਖਦਾ ਸੀ ਕਿ ਸਵਾਲ ਜਵਾਬ ਕਈ ਵਾਰੀ ਜੇ ਕਿਸੇ ਮੁਟਿਆਰ ਨੂੰ ਕਿਹਾ ਹੋਣਾ ਕਿ ਜਦੋਂ ਹਨੇਰਾ ਹੋ ਗਿਆ ਫਲਾਣੇ ਘਰਾਂ ਤੋਂ ਤੂੰ ਕੁੜੀਏ ਵਾਪਸ ਆ ਜਾਣਾ ਜੀ, ਪਹਿਲਾਂ ਤਾਂ ਆਗਿਆ ਹੀ ਨਹੀਂ ਸੀ ਮਿਲਦੀ। ਆਪਾਂ ਇਹ ਵੀ ਟਿੱਪਣੀਆਂ ਪੁੱਛ ਲੈਂਦੇ ਆ ਕਿ ਕੋਈ ਭਾਈ ਬੀਬੀ ਹੁਣ ਵੱਡੀ ਉਮਰ ਦੀ ਵੀ ਹੋ ਸਕਦੀ ਹੈ, ਕੋਈ ਛੋਟੀ ਉਮਰ ਦੀਆਂ ਵੀ ਹੋ ਸਕਦੀਆਂ, ਤੁਹਾਨੂੰ ਘਰਦਿਆਂ ਨੇ ਕਦੇ ਰੋਕਿਆ? ਵੈਸੇ ਇਹ ਨਹੀਂ ਕਿ ਉਹ ਧੱਕੇ ਨਾਲ ਤੁਹਾਨੂੰ ਰੋਕਣਾ ਚਾਹੁੰਦੇ ਸੀ, ਕਿਉਂਕਿ ਕਈ ਵਿਚਾਰ ਅਗਲਿਆਂ ਦੇ ਮਨ ਦੇ ਵਿੱਚ ਆ ਜਾਂਦੇ ਹੋਣੇ, ਜ਼ਿੰਮੇਵਾਰੀਆਂ ਤੈਅ ਕੀਤੀਆਂ ਸੀ। ਪਰ ਫਿਰ ਵੀ ਕਈਆਂ ਨਾਲ ਹੋ ਸਕਦਾ ਕਿ ਧੱਕਾ ਵੀ ਭਾਈ ਹੁੰਦਾ ਹੋਵੇ, ਕਈ ਅੜਬ ਹੁੰਦੇ ਆ ਬੰਦੇ ਕਿ ਨਾ ਸਾਡੀਆਂ ਕੁੜੀਆਂ ਨਾਲ ਲੋਹੜੀ ਮੰਗਣ ਜਾਣਗੀਆਂ, ਲੈ ਘਰੇ ਬੈਠੋ ਆਰਾਮ ਨਾਲ, ਇਹ ਤੁਹਾਡੇ ਕੰਮ ਨਹੀਂ ਹੈਗੇ, ਇਦਾਂ ਦੀਆਂ ਗੱਲਾਂ ਅਸੀਂ ਮੰਗ ਲਿਆਵਾਂਗੇ, ਹਾਂ ਅਸੀਂ ਆਪ ਕੀ ਚਾਹੀਦਾ ਤੁਹਾਨੂੰ ਦੱਸੋ, ਲੈ ਦਿਆਂਗੇ, ਕਿੰਨੇ ਪੈਸੇ ਹੋਣੇ ਆ ਕਿਤੇ। ਹੁਣ ਬੈਨੀਪਾਲ ਸਾਹਿਬ, ਉਹਦੇ ਤੋਂ ਬਾਅਦ ਮੰਨ ਲਓ ਮੈਂ ਸੋਚਦਾ ਸੀ ਇੱਕ ਦਿਨ ਕਿ ਕੋਈ ਕੁੜੀ ਲੋਹੜੀ ਮੰਗਦੀ ਲੇਟ ਹੋ ਗਈ, ਅੱਧਾ ਘੰਟਾ ਜਾਂ 20 ਮਿੰਟ ਲੇਟ ਆਈ, ਤਾਂ ਬੀਬੀ ਨੇ ਤਾਂ ਪਹਿਲਾਂ ਹੀ ਐਂ ਕਰਕੇ ਦੁਪੱਟਾ ਇੱਧਰਲੇ ਪਾਸੇ ਨੂੰ ਫੜਿਆ ਹੋਣਾ, ਨਾ ਅੱਧੀ ਰਾਤ ਹੋਈ ਆ, ਤੈਨੂੰ ਪਹਿਲਾਂ ਕਿਹਾ ਨਾ 7 ਵਜੇ ਤੈਨੂੰ ਘਰੇ ਮੁੜਿਆ, ਬਾਪੂ ਤੇਰਾ ਆ ਗਿਆ, ਜਿਹਨੂੰ ਪਤਾ ਲੱਗ ਗਿਆ ਤਾਂ ਉਹਨੇ ਦੇਖੀ ਵੀ ਤੇਰੇ ਕਿੱਦਾਂ ਲਾਉਣੀਆਂ। ਉਹ ਫਿਰ ਕਿੱਦਾਂ, ਹੁਣ ਬੀਬੀ ਬਾਕੀਆਂ ਦੇ ਨਾਲ ਹੀ ਗਈ ਸੀਗੀ, ਹੁਣ ਉਹ ਪਰਲੇ ਘਰ ਸੀਗੇ, ਉੱਥੇ 4 ਮਿੰਟ ਵੱਧ ਲੱਗ ਗਏ। ਹੁਣ ਜੇ ਮੈਂ ਫਿਰ ਬਾਕੀਆਂ ਦੇ ਨਾਲ ਹੀ ਆਉਣਾ ਸੀ, ਹੁਣ ਹਨੇਰਾ ਗਲੀਆਂ ਦੇ ਵਿੱਚ ਸੀਗਾ, ਫਿਰ ਮੈਂ ਇਕੱਲੀ ਕਿੱਦਾਂ ਆਉਂਦੀ, ਯਾਨੀ ਕਿ 20 ਕਿਆਰੀ ਪਾਣੀ ਮੋੜਨਾ ਪੈਣਾ ਤਾਂ ਕਿਤੇ ਜਾ ਕੇ ਗੱਲ ਬਣਦੀ ਸੀ। ਸਵਾਲ ਬਹੁਤ ਹੁੰਦੇ ਸੀ ਜੀ, ਸਵਾਲ ਹੁੰਦੇ ਸੀ। ਫਿਰ ਬੈਨੀਪਾਲ ਸਾਹਿਬ, ਜਿਨ੍ਹਾਂ ਘਰਾਂ ਦੇ ਵਿੱਚ ਧੂਣੀ ਲੱਗਦੀ ਸੀ, ਮੂੰਗਫਲੀ ਵੀ ਮਿਲਣੀ, ਰਿਉੜੀਆਂ ਵੀ ਮਿਲਣੀਆਂ, ਉਹ ਪਤਾ ਨਹੀਂ ਹੁਣ ਤੁਹਾਡੇ ਤੇ ਕੀ ਕਹਿੰਦੇ, ਚਿੜਬੜੇ ਜਾਂ ਚਿਬੜੇ ਜਾਂ ਕੀ ਹੁੰਦੇ ਹੋਣੇ, ਕੋਈ ਸ਼ਬਦ ਹੈ ਉਹਦੇ ਲਈ? ਹਾਂਜੀ ਹਾਂ, ਕੀ ਹੈ ਜੀ? ਅਸੀਂ ਵੀ ਇਹੀ ਕਹਿ ਦਿੰਦੇ ਹਾਂ। ਅੱਛਾ, ਇਹੀ ਕਹਿੰਦੇ ਨੇ, ਪਰ ਅਸੀਂ ਰਿਉੜੀਆਂ ਹੀ ਕਹਿੰਦੇ ਹਾਂ, ਰੇੜੀਆਂ ਨਹੀਂ ਕਹਿੰਦੇ। ਅੱਛਾ, ਰਿਉੜੀਆਂ। ਚਲੋ ਹੁਣ ਉਹ ਆਪਾਂ ਪਰ ਸਾਰੀਆਂ ਠੀਕ ਵੰਡੀ ਦੀਆਂ ਸੀ ਨਾ ਉਦੋਂ। ਚਲੋ ਉਹ ਸਾਰਾ ਕੁਝ ਮਿਲਣਾ। ਫਿਰ ਕੀ ਹੋਣਾ, ਉਹਨਾਂ ਨੇ ਥਾਲ ਘਮਾਉਣਾ, ਜਾਣੀ ਕਿ ਧੂਣੀ ਲੱਗੀ ਆ, ਸਾਰਿਆਂ ਨੇ ਉੱਥੇ ਜੋ ਸ਼ਬਦ ਬੋਲਣੇ, ਫਿਰ ਉਹ ਥਾਲ ਘਮਾਈ ਜਾਣਾ। ਤੇ ਕਈਆਂ ਨੇ ਤਾਂ ਇਦਾਂ ਵੀ ਕਰਨਾ, ਬੀਬੀਆਂ ਨੇ ਕੀ ਹੁੰਦਾ ਸੀ ਕਿ ਇਦਾਂ ਅੱਧਾ ਦੁਪੱਟਾ ਮੂੰਹ ਤੇ ਹੋਣਾ, ਸ਼ਾਲ ਵੀ ਲਿਆ ਹੁੰਦਾ ਸੀ, ਐਂ ਝੋਲੀ ਵੀ ਬਣਾਈ ਹੋਣੀ, ਐਂ ਕਰਕੇ
ਚੱਲ ਵਿੱਚ ਸਾਰੀਆਂ ਨੇ ਨਹੀਂ ਜਾਣੀ, ਉਹ ਦਿੰਦੇ ਵੀ ਸੀ ਨਾਲ। ਤੇ ਸਾਡੇ ਵਰਗਿਆਂ ਦਾ ਕੀ ਹੁੰਦਾ ਸੀ ਕਿ ਉਹ ਫੜੀਆਂ, ਉਹਦੇ ਵਿੱਚੋਂ ਰੇੜੀਆਂ ਖਾ ਲੀਆਂ, ਅੱਧੀਆਂ ਕਿ ਚੱਲ ਪਾਈ ਜੇਬ ਦੇ ਵਿੱਚ, ਜਾਣੀ ਫਿਰ ਬਾਅਦ ਚ ਤੁਰਨਾ ਹੋਣਾ, ਜੇਬਾਂ ਇਦਾਂ ਤੁੰਨੀਆਂ ਹੋਣੀਆਂ, ਫਸੀਆਂ ਹੋਣੀਆਂ। ਉਹ ਹੁੰਦਾ ਸੀ ਵੀ ਅੱਜ ਜਿਹੜਾ ਖਜ਼ਾਨਾ ਮੇਰੇ ਕੋਲੇ ਆ ਦੁਨੀਆ 'ਚ ਹੋਰ ਹੈ ਨਹੀਂ ਕਿਸੇ ਕੋਲੇ। ਤੇ ਬੈਨੀਪਾਲ ਸਾਹਿਬ ਇੱਕ ਉੱਥੇ ਮਸਲਾ ਜਿਹੜਾ ਹੁੰਦਾ ਸੀ ਉਹ ਹੁੰਦਾ ਸਾਂਝੀ ਧੂਣੀ ਦਾ, ਪਿੰਡ ਦੀ ਦਾ, ਜਿਹੜਾ ਤੁਸੀਂ ਜ਼ਿਕਰ ਕੀਤਾ। ਹੁਣ ਸਾਂਝੀ ਧੂਣੀ ਦੇ ਵਿੱਚ ਸ਼ਰਾਰਤਾਂ ਬਹੁਤ ਹੁੰਦੀਆਂ ਸੀ। ਹੁਣ ਸ਼ਰਾਰਤਾਂ ਕੀ ਹੁੰਦੀਆਂ ਸੀ ਕਿ ਪਹਿਲਾਂ ਹੀ ਪਤਾ ਰੱਖਣਾ, ਉਹ ਫਲਾਨਿਆਂ ਦੀ ਨਾ ਪਰਾਲੀ ਆ ਪਰਲੇ ਖੇਤ 'ਚ ਪਈ, ਫਲਾਨਿਆਂ ਦਾ ਢਿੰਜਣ ਢਾਂਚਾ ਜਿਹਨੂੰ ਕਹਿ ਦਈਦਾ, ਉਹਨਾਂ ਨੇ ਕੋਠੇ ਦੇ ਉੱਤੇ ਉਹ ਰੱਖਿਆ। ਫਿਰ ਨਾ ਐਨ ਪਹਿਲਾਂ ਤਾਂ ਰੇਕੀ ਕਰਨੀ, ਉਹ ਸੌਂ ਗਏ ਆ ਕਿਹਨਾਂ ਦਾ ਕਿੱਥੇ ਕੀ ਪਿਆ ਸੀ ਪਤਾ ਹੀ ਹੁੰਦਾ ਸੀ। ਉਹ ਰੇਕੀ ਕਰਨੀ ਕਿ ਤੂੰ ਦੇਖੀ, ਤੂੰ ਉਹਨਾਂ ਦੇ ਗੇਟ ਦੇ ਕੋਲੇ ਖੜ ਜਾਣਾ, ਤੂੰ ਫਲਾਨੀ ਜਾਂ ਖੜ, ਤੂੰ ਇਹਨੂੰ ਇਸ਼ਾਰਾ ਕਰਨਾ, ਜੇ ਕੋਈ ਆਉਂਦਾ ਹੋਇਆ ਉਹਨੇ ਉਹਨੂੰ ਕਰਨਾ ਹੈ। ਤੇ ਇੱਕ ਨੇ ਫਿਰ ਚੱਲ ਜੀ ਮਾੜੀ ਜੀ ਪੌੜੀ ਜੀ ਲਾ ਕੇ ਕੰਧ ਟੱਪ ਕੇ ਚਲ ਗਿਆ, ਤੇ ਨਾਲ ਬਾਲਣ ਹੁੰਦਾ ਹਵੇਲੀੋਂ ਬਾਹਰ ਸੁਣਨਾ ਸ਼ੁਰੂ ਕਰ ਦੇਣਾ। ਸਪਲਾਈ ਚੇਨ ਬੜੀ ਤਕੜੀ ਹੁੰਦੀ ਸੀ ਕਿ ਇੱਕ ਲੱਕੜ ਆਈ ਨਹੀਂ ਤੇ ਚੱਲ ਸਿੱਧੀ ਜਿਹੜੀ ਧੂਣੀ ਦੇ ਉੱਤੇ ਚਲੇ ਗਈ। ਅਗਲੇ ਨੂੰ ਤਾਂ ਸਵੇਰੇ ਹੀ ਪਤਾ ਲੱਗਦਾ ਸੀ ਕਿ ਸਾਲ ਦਾ ਬਾਲਣ ਰਾਤੋਂ ਰਾਤ ਹੀ ਕਿਤੇ ਚਲਾ ਗਿਆ। ਸੋ ਸ਼ਰਾਰਤੀ ਤੁਸੀਂ ਬਚਪਨ ਦੇ ਵਿੱਚੋਂ ਕਾਫੀਆਂ, ਕਿਉਂਕਿ ਅਸੀਂ ਇਹ ਚੀਜ਼ਾਂ ਨਹੀਂ ਮਾਣੀਆਂ ਜੀ, ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਧੂਣੀ ਲੱਗਦੀ ਆਪੋ ਆਪਣੇ ਘਰ ਦੇ ਅੱਗੇ ਲਾਉਂਦੇ, ਕਿਉਂਕਿ ਪਰ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਇਹ ਗੱਲਾਂ ਬਹੁਤ ਬਜ਼ੁਰਗਾਂ ਕੋਲੋਂ, ਤੁਹਾਡੇ ਵਰਗਾਂ ਕੋਲੋਂ ਸੁਣੀਆਂ ਹੋਈਆਂ ਨੇ ਕਿ ਇਹ ਹੁੰਦਾ ਸੀ। ਨਹੀਂ, ਇਹ ਤਾਂ ਪਤਾ ਹੈ, ਸਾਰਿਆਂ ਨੂੰ ਪਤਾ ਹੈ, ਟਿੱਪਣੀਆਂ ਆ ਜਾਣੀਆਂ, ਤੁਸੀਂ ਮੈਨੂੰ ਜਿੰਨਾ ਮਰਜ਼ੀ ਕਹੀ ਜਾਓ। ਨਹੀਂ ਮੈਂ ਇਹ ਨਹੀਂ ਕਹਿੰਦਾ, ਮੈਂ ਤਾਂ ਮੰਨਦਾ ਵੀ ਇਹ ਹੁੰਦਾ ਸੀ ਬਜ਼ੁਰਗਾਂ ਤੋਂ। ਮੈਂ ਕਿਹਾ ਅਸੀਂ ਵੀ ਸੁਣੀਆਂ ਹੋਈਆਂ ਨੇ ਕਿ ਇਹ ਇੰਜ ਹੁੰਦਾ ਸੀ ਜੀ, ਪਰ ਤੁਸੀਂ ਹੱਡੀ ਵੀ ਹੰਡਾਈਆਂ ਨੇ, ਇਹ ਹੋਰ ਵੀ ਚੰਗੀ ਗੱਲ ਹੈ। ਪਰ ਸਾਹਿਬ ਕਹਿੰਦੇ ਪਰਸਨਲੀ ਨਾ ਲਾਓ। ਨਹੀਂ, ਮੈਂ ਪਰਸਨਲੀ ਲੈਂਦਾ, ਮੈਂ ਇੱਥੇ ਗੱਲ ਹੋਰ ਕਰਨੀ ਹੈ। ਸਾਡੇ ਪਿੰਡ ਦੇ ਵਿੱਚ ਨਾ ਧੂਣੀ ਸਾਂਝੀ ਇੱਕ ਵਾਰੀ ਲੱਗ ਗਈ ਜੀ। ਹੁਣ ਜਿੱਥੇ ਕਿ ਧੂਣੀ ਲੱਗੀ ਚੌਕ ਜਿਹਾ ਦੇ ਵਿੱਚ, ਉਹ ਘਰ ਦੇ ਜਿਹੜੇ ਸੀਗੇ ਉਹ 5 ਮਿੰਟ ਹਵੇਲੀ ਨੂੰ ਗੇੜਾ ਮਾਰਨ। ਅੱਛਾ, ਉਹਨਾਂ ਨੂੰ ਪਤਾ ਸੀ ਕੰਮ ਹੋਣਾ। ਉਹ ਘਰ ਦੇ ਤਾਂ ਹਵੇਲੀ ਦਾ ਬਾਲਣ ਹਿਸਾਬ ਕਿਤਾਬ ਲਾਉਂਦੇ ਰਹੇ। ਉਹਨਾਂ ਨੇ ਇਹ ਦੇਖਿਆ ਇਹਨਾਂ ਵੀ ਆ ਜਿਹੜੀਆਂ ਲੱਕੜੀਆਂ ਸੀ ਕੋਠੇ ਤੇ ਆਪਣੇ ਘਰ ਦੇ ਤੇ ਰੱਖੀਆਂ, ਉਹ ਪਿਛਲੇ ਪਾਸੇ ਸਪਲਾਈ ਉਧਰੋਂ ਆ ਗਈ। ਪਰ ਇੱਕ ਗੱਲ ਦਾ ਦੁੱਖ ਹੈਗਾ ਜੀ, ਉਹਨਾਂ ਘਰਦਿਆਂ ਨੇ ਪਹਿਲਾਂ ਗਲਤੀ ਕੀਤੀ, ਅਣਗਹਿਲੀ ਕੀਤੀ ਕਿ ਆਪਣੀ ਬੀਬੀ ਦਾ ਚਰਖਾ ਉਹਨਾਂ ਨੇ ਕੋਠੇ ਤੇ ਰੱਖਿਆ ਸੀ। ਹੁਣ ਗਲਤੀ ਤਾਂ ਉਹਨਾਂ ਦੀ ਵੀ, ਮੀਂਹ ਵੀ ਉੱਤੇ ਪੈਂਦਾ ਸੀ, ਧੁੱਪ ਵੀ ਪੈਂਦੀ, ਕਿਉਂਕਿ ਉਹਨਾਂ ਨੇ ਚਰਖੇ ਨੂੰ ਵਾਧੂ ਸਮਝ ਲਿਆ ਸੀ। ਹੁਣ ਮੈਂ ਛੋਟਾ ਸੀ ਉਦੋਂ, ਮੈਨੂੰ ਨਹੀਂ ਸੀ ਪਤਾ ਵੀ ਇਹ ਜਿਹੜੀ ਤੁਹਾਡਾ ਵੀ ਹੱਥ ਹੈ। ਨਹੀਂ, ਹੱਥ ਨਹੀਂ ਹੈ, ਮੈਨੂੰ ਤਾਂ ਉਹ ਲਾਗੇ ਵੀ ਨਹੀਂ ਖੜਨ ਦਿੰਦੇ ਧੂਣੀ ਤੇ, ਮੈਂ ਇੰਨਾ ਛੋਟਾ ਸੀ। ਹੁਣ ਉਹ ਪਿੱਛੇ ਜਿਹਾ ਖੜੇ ਦੇ, ਪਰ ਮੇਰੇ ਦੇਖਦੇ ਉਹ ਚਰਖਾ ਕੋਠੇ ਤੋਂ ਥੱਲੇ ਲਿੱਥਾ, ਉਹ ਠਾਹ ਦੇਣੀ ਧੂਣੀ ਦੇ ਵਿੱਚ ਗਿਆ। ਤੇ ਚਰਖੇ ਦੀ ਜਦੋਂ ਆਪਣੀ ਹੋਂਦ ਖਤਮ ਹੋ ਗਈ ਸੀ ਤਾਂ ਉਹ ਘਰ ਦੇ ਵੀ ਉਦੋਂ ਹਵੇਲੀਓਂ ਆ ਗਏ ਸੀ, ਉਹ ਵੀ ਸੇਕਦੇ ਸੀ ਉਸੇ ਚਰਖੇ। ਉਹਨਾਂ ਨੂੰ ਪਤਾ ਹੀ ਨਹੀਂ ਸੀ। ਉਹ ਇੱਕ ਬੰਦਾ ਕਹੀ ਜਾਵੇ ਆ ਮੁੱਢ ਬੜਾ ਤਕੜਾ ਵੇ, ਇਹ ਪਤਾ ਨਹੀਂ ਸੀ ਕਿ ਮੁੱਢ ਭਾਈ ਤੁਹਾਡੇ ਕੋਠੇ ਤੋਂ ਥੱਲੇ ਆਇਆ, ਇਸ ਧੂਣੀ ਦਾ ਮੁੱਢ ਤੁਹਾਡੇ ਬਾਲਣ ਨਾਲ ਹੀ ਵੱਜਿਆ ਵੀ ਇਹਦਾ ਸੇਕ ਅਸਲੀ ਤੁਹਾਨੂੰ ਹੁਣ ਨਹੀਂ ਸਵੇਰੇ ਲੱਗਣਾ। ਸੁਬਾਟ ਸਾਹਿਬ, ਲੋਹੜੀ ਦੀਆਂ ਦੰਦ ਕਥਾਵਾਂ ਵੀ ਬਹੁਤ ਨੇ ਮੇਰੇ ਖਿਆਲ। ਆਪਾਂ ਇਤਿਹਾਸ ਵੱਲ ਨਾ ਵੀ ਬਹੁਤਾ ਜਾਈਏ, ਜੇ ਜਾਣਾ ਚਾਹੁੰਦੇ ਆ ਤਾਂ ਵੀ ਦੱਸ ਦਿਓ। ਭੋਰਾ ਕੋਈ ਨਹੀਂ, ਹਲਕਾ ਟੱਚ ਦੇ ਦਿਓ। ਬਿਲਕੁਲ, ਕਿਉਂਕਿ ਲੋਹੜੀ ਨੂੰ ਦਰਅਸਲ ਨਾ ਬਹੁਤ ਸਾਰੇ ਤਾਂ ਦੁੱਲਾ ਭੱਟੀ ਨਾਲ ਹੀ ਜੋੜਦੇ ਆ। ਦੁੱਲੇ ਭੱਟੀ ਦਾ ਜ਼ਿਕਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਿੰਡ ਵਿੱਚ ਸ਼ਾਇਦ ਹੀ ਨਾ ਹੁੰਦਾ ਹੋਵੇ, ਹਰ ਇੱਕ ਥਾਂ ਤੇ ਹੁੰਦਾ, ਚਾਹੇ ਬਹੁਤਿਆਂ ਨੂੰ ਉਹਦੇ ਇਤਿਹਾਸ ਦਾ ਪਤਾ ਨਾ ਹੋਵੇ। ਦਰਅਸਲ ਅਕਬਰ ਦੇ ਸਮਕਾਲੀ ਸੀ। ਦੁੱਲਾ ਭੱਟੀ ਬਾਰੇ ਜਿੰਨਾ ਕੁ ਪੜ੍ਹਿਆ ਉਹ ਇਹੀ ਸੀ ਕਿ ਉਹ ਅਮੀਰਾਂ ਕੋਲੋਂ ਧਨ ਦੌਲਤ ਲੁੱਟਦੇ ਤੇ ਗਰੀਬਾਂ ਦੇ ਵਿੱਚ ਉਹਨਾਂ ਦੀ ਵੰਡ ਕਰ ਦਿੰਦੇ। ਹੁਣ ਸੁੰਦਰ ਮੁੰਦਰੀਏ ਬਾਰੇ ਜੇਕਰ ਤੁਹਾਨੂੰ ਪਤਾ ਹੈ ਤੇ ਟਿੱਪਣੀਆਂ ਜ਼ਰੂਰ ਲਿਖੋ ਕਿ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਇਹ ਲਗਭਗ ਬਹੁਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਗਾਇਆ ਜਾਂਦਾ। ਹੁਣ ਅਸਲ ਦੇ ਵਿੱਚ ਕਹਿੰਦੇ 2 ਧੀਆਂ ਸੀ, ਜਵਾਨ ਹੋਈਆਂ ਸੀ, ਵਿਆਹ ਦੀ ਉਮਰ ਲੰਘ ਰਹੀ ਸੀ, ਕਿਸੇ ਗਰੀਬ ਬ੍ਰਾਹਮਣ ਦੀਆਂ ਧੀਆਂ ਸੀ ਜੀ। ਅਸਲ ਦੇ ਵਿੱਚ ਉਸ ਵਕਤ ਜਿਹੜਾ ਹਾਕਮ ਸੀ ਉਹਦੀ ਨਜ਼ਰ ਇਹ ਸੁੰਦਰੀ ਤੇ ਮੁੰਦਰੀ ਤੇ ਸੀ। ਹੁਣ ਗਰੀਬ ਬ੍ਰਾਹਮਣ ਵਿਚਾਰਾ ਕਰਦਾ ਕੀ, ਰੋਕਦਾ ਕਿਵੇਂ? ਇੱਕ ਤਾਂ ਇਹ ਦੰਦ ਕਥਾ ਮਸ਼ਹੂਰ ਹੈ ਕਿ ਦੁੱਲਾ ਭੱਟੀ ਨੇ ਉਹਨਾਂ ਧੀਆਂ ਦਾ ਵਿਆਹ ਕੀਤਾ ਤੇ ਸ਼ੇਰ ਸ਼ੱਕਰ ਪਾਈ ਹੂ ਸਾਰਾ ਕੁਝ ਉਸ ਗੀਤ ਦੇ ਵਿੱਚ, ਲੰਬਾ ਗੀਤ ਹੈ, ਗੀਤ ਦੇ ਵਿੱਚ ਇਕੱਲੀ ਤੁਕ ਦਾ, ਲਾਈਨ ਦਾ ਜ਼ਿਕਰ ਹੈ ਤੇ ਲਗਭਗ ਉਸ ਵੇਲੇ ਦੇ ਬਰਤਾਂਤ ਨੂੰ ਉਹ ਬਿਲਕੁਲ ਹੂਬਹੂ ਬਿਆਨ ਕਰਦਾ ਕਿ ਉਹਨੇ ਸ਼ੱਕਰ ਪਾ ਕੇ ਉਹਨਾਂ ਤੋਂ ਸ਼ਗਨ ਕਰ ਦਿੱਤਾ ਤੇ ਅੱਗ ਦੇ ਦੁਆਲੇ ਤੇ ਉਹਨਾਂ ਦਾ ਵਿਆਹ ਕਰ ਦਿੱਤਾ। ਤੇ ਇੱਕ ਇਹ ਵੀ ਗੱਲ ਹੈ ਕਿ ਉਹਨੇ ਇੱਕ ਧੀ ਸੀ, ਉਹਨੂੰ ਧੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ, ਲੋਹੜੀ ਵਾਲੇ ਦਿਨ ਅੱਗ ਦੇ ਦੁਆਲੇ ਉਹਦੇ ਫੇਰੇ ਦੇ ਦਿੱਤੇ। ਤੇ ਇੱਕ ਇਹਦੇ ਨਾਲ ਦੰਦ ਕਥਾ ਹੋਰ ਵੀ ਹੈ ਕਿ ਲੋੜਕਾ ਤੇ ਹੋਲਕਾ, ਹੋਲੀ ਤੇ ਲੋਹੜੀ ਤੇ ਦੋਨਾਂ ਲਈ ਬਰਾਬਰ ਚੱਲਦੀਆਂ ਨੇ। ਕਿ ਇੱਕ ਲੋੜਕਾ ਸੀ, ਉਹਨੇ ਉਸ ਵਕਤ ਰਾਜੇ ਨੂੰ ਕਿਹਾ ਕਿ ਮੈਨੂੰ ਆਹ ਚਾਹੀਦਾ, ਉਹ ਕਹਿੰਦਾ ਵੀ ਇਹਨੂੰ ਗੋਦੀ 'ਚ ਲੈ ਲਾ, ਉਹ ਸੜ ਗਈ ਅੱਗ ਦੇ ਵਿੱਚ, ਪਰ ਉਹ ਬੱਚਾ ਬਚ ਗਿਆ। ਭਾਵੇਂ ਦੰਦ ਕਥਾਵਾਂ ਕੁਝ ਵੀ ਨੇ, ਪਰ ਲੋਹੜੀ ਉਹਨਾਂ ਘਰਾਂ ਦੇ ਵਿੱਚ ਉਤਸ਼ਾਹ ਨਾਲ ਮਨਾਈ ਜਾਂਦੀ ਰਹੀ ਜਿਨ੍ਹਾਂ ਘਰਾਂ ਵਿੱਚ ਲੜਕਾ ਪੈਦਾ ਹੋਇਆ ਜਾਂ ਕਿਸੇ ਮੁੰਡੇ ਦਾ ਵਿਆਹ ਹੋਇਆ, ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ। ਪਰ ਹੁਣ ਮੈਂ ਇੱਥੇ ਕੈਨੇਡਾ 'ਚ ਵੀ ਦੇਖ ਰਿਹਾ, ਬੀਤੇ ਕਈ ਵਰਿਆਂ ਤੋਂ ਲੜਕੇ ਤੇ ਲੜਕੀ ਦੋਵਾਂ ਦੀ ਲੋਹੜੀ ਐਨ ਬਰਾਬਰ ਦੀ ਮਨਾਈ ਜਾਂਦੀ ਹੈ। ਅੱਗੇ ਨਾਲੋਂ ਇਹ ਇੱਕ ਚੀਜ਼ ਮੈਨੂੰ ਚੰਗੀ ਲੱਗਦੀ ਹੈ। ਹੋ ਸਕਦਾ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਵੀ ਹੁਣ ਥੋੜ੍ਹਾ ਬਹੁਤਾ ਇਹ ਤਸਵੀਰ ਜਾਂ ਰੰਗ ਬਦਲ ਗਿਆ ਹੋਵੇ। ਤੁਸੀਂ ਹੁਣੇ ਆ ਦੱਸ ਦਿਓ ਕਿ ਉੱਥੇ ਵੀ
ਲੜਕੀਆਂ ਦੀ ਧੀਆਂ ਦੀ ਲੋਹੜੀ ਵੱਡੇ ਪੱਧਰ ਤੇ ਮਨਾਈ ਜਾਣ ਲੱਗ ਪਈ। ਪਰ ਕੈਨੇਡਾ ਦੇ ਵਿੱਚ ਇਹ ਰਿਵਾਜ ਬਿਲਕੁਲ ਬਰਾਬਰ ਚੱਲ ਰਿਹਾ ਜੀ। ਬੈਨੀਪਾਲ ਸਾਹਿਬ ਉੱਥੇ ਤਾਂ ਹੁਣ ਕਮਾਲ ਹੋਈ ਪਈ ਹੈ, ਕਿਉਂਕਿ ਆਮ ਪਿੰਡਾਂ ਦੇ ਵਿੱਚ ਇੱਕ ਤਾਂ ਹੁੰਦਾ ਨਾ ਕਿ ਬਹੁਤ ਪੜ੍ਹਿਆ ਲਿਖਿਆ ਵਰਗ, ਉਹਨੂੰ ਸੋਝੀ ਆ ਗਈ, ਉਹਨੂੰ ਜਾਗਰੂਕਤਾ ਆ ਗਈ, ਉਹ ਤਾਂ 10 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਸਾਰੇ ਨਹੀਂ ਕੁਝ ਹੋ ਗਿਆ ਸੀ। ਪਰ ਹੁਣ ਤਾਂ ਪਿੰਡਾਂ ਦੇ ਵਿੱਚ ਸਧਾਰਨ ਲੋਕ, ਕਈ ਮੈਂ ਦੇਖਿਆ ਸੀ ਕਿ ਮਜ਼ਦੂਰ ਵਰਗ ਵਾਲੇ, ਉਹਨਾਂ ਦੇ ਘਰ ਦੇ ਵਿੱਚ ਬੱਚੀ ਜਨਮ ਲੈਂਦੀ ਆ, ਉਹ ਵੀ ਲੋਹੜੀ ਪਾਉਂਦੇ ਆ। ਵਧੀਆ ਗੱਲ। ਹਾਂ, ਉਹ ਵੀ ਲੋਹੜੀ ਪਾਉਂਦੇ ਆ। ਤੇ ਨਾਲ ਦੀ ਨਾਲ ਹੁਣ ਸਰਕਾਰ ਨੇ ਵੀ ਵੈਸੇ ਕੰਮ ਸ਼ੁਰੂ ਕੀਤਾ, ਆਂਗਨਵਾੜੀ ਕੇਂਦਰਾਂ ਦੇ ਰਾਹੀਂ ਵੀ ਉਹਨਾਂ ਨੇ ਸ਼ੁਰੂ ਕੀਤਾ ਕਿ ਪਿੰਡ ਦੇ ਵਿੱਚ ਇਸ ਸਾਲ 'ਚ ਜਿੰਨੀਆਂ ਬੱਚੀਆਂ ਦਾ ਜਨਮ ਹੋਇਆ ਸਾਂਝੀ ਲੋਹੜੀ ਪਾਉਂਦੇ ਆ। ਇਹਦੇ ਤੋਂ ਬਿਨਾਂ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਕੁੜੀਆਂ ਦੀਆਂ ਲੋਹੜੀਆਂ ਪਾਉਣੀਆਂ ਸ਼ੁਰੂ ਕੀਤੀਆਂ, ਜਿਹੜੀ ਕੰਮ ਉੱਧਰਲੇ ਪਾਸੇ ਨੂੰ ਤੁਰ ਪਿਆ। ਵੈਸੇ ਵੀ ਬੈਨੀਪਾਲ ਸਾਹਿਬ ਪਿਛਲੇ ਸਮੇਂ ਦੇ ਵਿੱਚ ਨਾ ਪੰਜਾਬ ਨੇ ਜੋ ਕੁਝ ਹੱਡੀ ਹੰਢਾਇਆ, ਜਿਸ ਤਰੀਕੇ ਨਸ਼ਾ ਪੱਤਾ ਚੱਲਿਆ, ਲੜਾਈਆਂ ਘੜਾਈਆਂ ਚੱਲੀਆਂ, ਬਹੁਤ ਸਾਰੇ ਮਾਪੇ ਜਿਹੜੇ ਆ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਮਾਪਿਆਂ ਨੂੰ ਪੁੱਤਰਾਂ ਨੇ ਦੁੱਖ ਵੀ ਦਿੱਤੇ ਆ। ਧੀਆਂ ਉਸ ਵੇਲੇ ਸਹਾਰਾ ਵੀ ਬਣੀਆਂ, ਆਸਰਾ ਵੀ ਬਣੀਆਂ। ਤੇ ਹੁਣ ਅਸਲ 'ਚ ਸਾਨੂੰ ਪਤਾ ਲੱਗਣ ਲੱਗ ਪਿਆ ਕਿ ਕੁਦਰਤ ਨੇ ਨਹੀਂ ਸੀ ਫਰਕ ਰੱਖਿਆ, ਇਹ ਅਸੀਂ ਫਰਕ ਪੈਦਾ ਕਰਦੇ। ਵੰਸ਼ ਚੱਲੂ ਜੀ, ਵੰਸ਼ ਚੱਲਣ ਦਾ ਮਸਲਾ ਨਹੀਂ। ਅੱਜ ਕੁਝ ਹੋ ਗਿਆ, ਭੋਗ ਤੋਂ ਅਗਲੇ ਦਿਨ ਫੋਟੋ ਕੰਧ ਤੇ, ਉਹ ਤੋਂ ਅਗਲੀ ਵਾਰੀ ਦੀਵਾਲੀ ਜਦੋਂ ਆਉਣੀ ਹੈ, ਸਫਾਈਆਂ ਕਰਦੇ ਫੋਟੋ ਹਲਕੀ ਜੀ ਕੜਕ ਦੇਣੀ ਥੱਲੇ ਡਿੱਗਣੀ ਹੈ, ਤਿੜਕ ਜਾਣੀ ਹੈ, ਟਰੰਕ 'ਚ ਹੋਣੀ ਹੈ। ਉਦੋਂ ਅਗਲੀ ਦੀਵਾਲੀ ਨੂੰ ਜਦੋਂ ਸਫਾਈ ਕਰਨੀ ਹੈ ਤਾਂ ਟਰੰਕ ਤੋਂ ਪਰਲੇ ਪਾਸੇ ਨੂੰ ਜਿਹੜੀ ਹੋ ਜਾਣੀ ਹੈ। ਪਰ ਹੁਣ ਬਹੁਤ ਕੁਝ ਨੇੜੇ ਹੋ ਰਿਹਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਤੰਗ ਮਾਨਸਿਕਤਾ ਵਾਲੇ ਲੋਕ ਜਿਹੜੇ ਸੱਜੇ ਖੱਬੇ ਹੋ ਗਏ ਆ। ਹੁਣ ਮੈਨੂੰ ਇੱਕ ਚੀਜ਼ ਮੈਂ ਕਿਤੇ ਭੁੱਲ ਨਾ ਜਾਵਾਂ ਬੈਨੀਪਾਲ ਸਾਹਿਬ, ਗੱਲ ਛੋਟੀ ਹੁੰਦੀ ਹੈ, ਜਦੋਂ ਧੂਣੀ ਲੱਗੀ ਹੋਣੀ ਹੈ ਤੁਹਾਨੂੰ ਅਹਿਸਾਸ ਹੋਊਗਾ ਜੇ ਕਿਤੇ ਹੋਇਆ। ਹੁਣ ਉਹਦੇ ਵਿੱਚ ਘਰ ਵਾਲਿਆਂ ਨੇ ਲੱਕੜਾਂ ਅੱਗੇ ਰੱਖੀ ਜਾਣੀਆਂ, ਉਹਦੇ ਵਿੱਚ ਵੀ ਰਿਓੜੀਆਂ ਵੀ ਪਾਉਣੀਆਂ, ਚੜਬੜੇ ਜਿਹਾ ਵੀ ਪਾਉਣੇ। ਹੁਣ ਜਦੋਂ ਕਿਤੇ ਸੇਕ ਵੱਧ ਹੋ ਜਾਣਾ, ਫਿਰ ਗੋਡੇ ਲੂਸਣੇ, ਲੱਤਾਂ ਨੂੰ ਸੇਕ ਲੱਗਣਾ, ਫਿਰ ਹੌਲੀ ਦੇਣੀ ਪੀੜੀ ਫੱਟਾ ਪਿੱਛੇ ਨੂੰ ਕਰਨਾ। ਨਿਆਣੇ ਨੇ ਕਿਹਨੂੰ ਕਹਿਣਾ ਉਹ ਪਰੇ ਹੋ ਕੇ ਪਿੱਛੇ ਹੋ ਕੇ ਬੈਠ, ਹੁਣ ਪਤਾ ਨਾ ਲੱਗਣਾ, ਫਿਰ ਨਾ ਗੋਡਿਆਂ ਦੇ ਉੱਤੇ ਹੱਥ ਫੇਰਨਾ, ਉਹ ਸੇਕ ਤੋਂ ਥੋੜਾ ਜਿਹਾ ਰਾਹਤ ਮਿਲਣਾ। ਕਈ ਵਾਰੀ ਤਾਂ ਕੱਪੜਾ ਸੜ ਵੀ ਜਾਂਦਾ ਸੀ। ਆਮ ਤੌਰ ਤੇ ਖੇਸੀਆਂ ਖੂਸੀਆਂ ਜਮੂਰੀਆਂ ਹੋ ਹੀ ਜਾਂਦੀਆਂ ਸੀ, ਕਿਉਂਕਿ ਨਿਆਣੇ ਨੂੰ ਆਦਤ ਹੁੰਦੀ ਆ ਕਿ ਛਿੱਟੀ ਜੀ ਚੱਕ ਕੇ ਛੇੜੀ ਜਾਣਾ। ਉਹ ਕਈ ਵਾਰੀ ਛਿੱਟੀ ਨਾ ਐ ਕੋਈ ਚੱਕਣ ਦੀ ਕੋਸ਼ਿਸ਼ ਕਰਨੀ, ਸਵਾਹ ਸਾਰੀ ਤਾਂ ਨੂੰ ਉਡਾ ਦੇਣੀ, ਸਵਾਹ ਵੀ ਤਾਂ ਨਹੀਂ, ਕੋਈ ਫਲੂਹੇ ਜੇ ਆ ਕੇ ਪੈ ਵੀ ਜਾਣੇ, ਉਹਨੇ ਫਿਰ ਮੋਰੀਆਂ ਕਰ ਦੇਣੀਆਂ। ਉਹ ਤਾਂ ਫਿਰ ਦੂਜੇ ਦਿਨ ਪਤਾ ਲੱਗਾ, ਫਿਰ ਬੀਬੀਆਂ ਨੇ ਦੇਖੀ ਜਾਣਾ, ਆਹ ਪਤਾ ਨਹੀਂ ਸ਼ਿੰਦੋ ਕੇ ਲੋਹੜੀ ਤੇ ਹੋ ਗਿਆ ਸੀ ਕੰਮ, ਫਲਾਨਿਆਂ ਦਾ ਬੈਠਾ ਸੀ। ਨਿੱਜ ਹੋਣਾ ਵੀ ਕਹਿ ਦੇਣਾ, ਨਿੱਜ ਹੋਣਾ ਫਲਾਨਿਆਂ ਦਾ ਬੈਠਾ, ਉਹਨੂੰ ਮੈਂ 20 ਵਾਰੀ ਟੋਕਿਆ, ਪਤਾ ਨਹੀਂ ਅਥਰੇ ਜਾਂ ਨਿਆਣੇ ਕਿੱਦਾਂ ਦੇ ਆ, ਲੋਕੀ ਸਮਝਾਉਂਦੇ ਵੀ ਨਹੀਂ। ਚੱਲ ਹੁਣ ਘਰੇ ਲੈ ਲਿਆ ਕਰੀ। ਹਾਂ, ਹੁਣ ਘਰੇ ਲੈ ਲਿਆ ਕਰੂੰਗੀ। ਹੁਣ ਕਹਿੰਨੀ ਆ ਹੌਲੀ ਜਾਣੀ ਤੇਰੇ ਬਾਪੂ ਨੂੰ, ਉਹਨੇ ਵੀ ਪਤਾ ਨਹੀਂ ਕੀ ਬੋਲਣਾ ਮੋਹਰਿਓਂ, ਅਜੇ ਪਿਛਲੇ ਮਹੀਨੇ ਤਾਂ ਮੰਗਾਈ ਸੀ ਨਾ, ਕਿਉਂਕਿ ਇਹ ਵੀ ਡਰ ਹੀ ਹੁੰਦਾ ਅਗਲੇ ਨੇ ਪ੍ਰਵਾਨਗੀ ਪਤਾ ਨਹੀਂ ਕਦੋਂ ਦੇਣੀ ਹੈ। ਫਿਰ ਬੈਨੀਪਾਲ ਸਾਹਿਬ ਇੱਕ ਹੋਰ ਕੰਮ ਚੱਲਦਾ ਸੀ, ਦੂਸਰੇ ਤੇ ਤੀਸਰੇ ਦਿਨ 2 ਦਿਨ ਲਗਾਤਾਰ ਚਰਚਾਵਾਂ ਚੱਲਣੀਆਂ। ਜੇ ਬੀਬੀਆਂ ਨੇ ਆਮ ਤੌਰ ਤੇ ਹੁੰਦਾ ਹੈ ਕਿ ਕੂੜਾ ਸੁੱਟਣ ਬਾਹਰ ਜਾਣਾ ਘਰੋਂ, ਤੇ ਫਿਰ ਇੱਕ ਦੂਜੇ ਨੂੰ ਮਿਲਣਾ, ਫਿਰ ਕਿੱਦਾਂ ਤੂੰ ਫਲਾਨੀਆਂ ਗਈ ਸੀ, ਉਹ ਮੈਂ ਗਈ ਸੀ ਫਲਾਨੀਆਂ ਦੀ ਲੋਹੜੀ ਦੇ ਉੱਤੇ, ਤੂੰ ਤਾਂ ਟੱਕਰੀ ਨਹੀਂ। ਉਹ ਅਸੀਂ ਫਿਰ ਇਹਦੇ ਮੇਰੇ ਭਰਾ ਦੇ ਵੀ ਲੋਹੜੀ ਸੀ ਨਾ, ਅਸੀਂ ਫਿਰ ਦਿਨੇ ਹੋ ਕੇ ਤਾਂ ਉੱਥੇ ਫਿਰ ਰਾਤੀ ਆਪਣੇ ਭਰਾ ਦੇ ਚਲੇ ਗਈਆਂ ਸੀ। ਇਹ ਵੀ ਹੋਣਾ ਕਿ ਜਿਨ੍ਹਾਂ ਨੇ ਲੋਹੜੀ ਪਾਈ ਉਹਨਾਂ ਨੇ ਫਿਰ ਹਿਸਾਬ ਕਰਨਾ, ਫਲਾਨਿਆਂ ਨੂੰ ਸੱਦਾ ਤਾਂ ਦਿੱਤਾ ਸੀ, ਉਹ ਆਈ ਨਹੀਂ, ਅਸੀਂ ਤਾਂ ਉਹਦੇ ਗਏ ਸੀ। ਫਿਰ ਜਿੱਥੇ ਗੁਰੂ ਘਰ ਮੰਦਰ ਕਿਤੇ ਟੱਕਰਨਾ, ਕਿਤੇ ਰਾਹ ਗਲੀ ਟੱਕਰਨਾ, ਨਹੀਂ ਆਈ ਨਹੀਂ ਤੂੰ, ਲਾਂਬਾ ਵੀ ਦੇਣਾ। ਹਾਂ, ਨਹੀਂ ਗੱਲ ਦੱਸ ਹੁਣ ਤੂੰ, ਨਾ ਮੈਂ ਤਾਂ ਨਾ ਬੋਲਦੀ ਨਾ, ਅਸੀਂ ਤੇਰੇ ਉੱਥੇ ਆਉਂਦੇ ਰਹੇ ਨਾ, ਹੁਣ ਬੱਸ ਹੋ ਗਈ ਤੇਰੀ, ਕੀ ਗੱਲ ਹੋਰਾ ਕਰਨਾ। ਹਾਂ ਨਾ, ਹੁਣ ਉਹਨੇ ਚ ਕਹਿ ਦੇਣਾ ਨਾ, ਉਹ ਫਿਰ ਸਾਨੂੰ ਉੱਥੇ ਉਹ ਫਿਰ ਜਾਣਾ ਪਿਆ, ਮੁੰਡਾ ਫਿਰ ਬਾਹਰ ਆ, ਉਹਦੇ ਨਾਲ ਜਿਹੜਾ ਮੁੰਡਾ ਜਿਨ੍ਹਾਂ ਦੀ ਉਹ ਰਹਿੰਦਾ ਉਹਨਾਂ ਨੇ ਲੋਹੜੀ ਪਾਈ ਸੀ ਨਾ, ਹੁਣ ਤੈਨੂੰ ਉਹ ਚੰਗੇ ਹੋ ਗਏ, ਘਰ ਨੂੰ ਹੋਰ ਭੇਜ ਦੇਣਾ ਸੀ ਕਿਸੇ ਨੂੰ। ਇੱਕ ਕੋਈ ਤਾਂ ਹੁੰਦਾ ਦਿਨੇ ਆ ਜਾਂਦੀ, ਫਲਾਨੀ ਵੀ ਤਾਂ ਦਿਨੇ ਹੋ ਕੇ ਗਈ ਆ, ਜਾਣੀ ਗੱਲਾਂ ਛੂਟ ਗਈਆਂ ਹੁੰਦੀਆਂ ਸੀ, ਪਰ ਬੀਬੀਆਂ ਨੇ ਹਿਸਾਬ ਪੂਰਾ ਕਰਨਾ। ਇੱਕ ਇਹ ਹਿਸਾਬ ਦੇ ਨਾਲ ਇਹਦਾ ਮਤਲਬ ਇਹ ਵੀ ਦੇਖੋ ਆਪਣਤ, ਜੇ ਉੱਥੇ 50 ਜੀ ਆਏ ਨੇ, 25 ਜਾਂ 30 ਜੀ ਆਏ ਨੇ, ਉਹਨਾਂ ਦੀ ਨਿਗਾਹ ਚ ਆ ਕਿ ਕੌਣ ਆਇਆ। ਹਾਂ, ਜੇ ਦਿਲ ਦੇ ਵਿੱਚ ਰੰਜਿਸ਼ ਹੋਵੇ ਕਿ ਚੰਗਾ ਹੋਇਆ, ਮੈਂ ਤਾਂ ਉਹਨੂੰ ਵੈਸੇ ਹੀ ਸੱਦਾ ਦਿੱਤਾ ਸੀ, ਮੂੰਹ ਮੱਥੇ ਲੱਗਦੀ ਹੈ, ਨਹੀਂ ਆਈ ਤਾਂ ਚੰਗਾ ਹੋਇਆ ਜੀ। ਪਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਜ਼ਰੂਰ ਹੁੰਦੀ ਸੀ ਕਿ ਜਿਹਨੂੰ ਸੱਦਿਆ ਉਹ ਆਇਆ ਕਿਉਂ ਨਹੀਂ, ਉਹਦੇ ਨਾਲ ਗਿਲਾ, ਉਹਦੇ ਨਾਲ ਰੋਸਾ ਕਰਨਾ ਜ਼ਰੂਰ ਹੈ, ਕਿਉਂਕਿ ਉਹਦੇ ਵਿੱਚ ਕਿਤੇ ਨਾ ਕਿਤੇ ਆਪਣਤ ਲੁਕੀ ਹੋਈ। ਹੁਣ ਆਪਾਂ ਦੇਖ ਰਹੇ ਸੀ ਕਿ ਧੂਣੀ ਦੇ ਆਲੇ ਦੁਆਲੇ ਕੌਣ ਬਹਿੰਦਾ, ਆਮ ਤੌਰ ਤੇ ਬੱਚਿਆਂ ਨੂੰ ਗੋਦੀ 'ਚ ਰੱਖਣਾ ਉਹਨਾਂ ਨੇ, ਕੋਈ ਸ਼ਰਾਰਤੀ ਕਿ ਫਿਰ ਵੀ ਵਿੱਚ ਕਿਤੇ ਅੱਗ ਨੂੰ ਛੇੜ ਲੈਂਦਾ ਸੀ, ਉਹਨਾਂ ਨੂੰ ਇਸੇ ਕਰਕੇ ਰੱਖਦੇ ਸੀ ਕਿ ਅੱਗ ਨੇ ਕੋਈ ਲਿਹਾਜ਼ ਨਹੀਂ ਕਰਨਾ। ਹੁਣ ਲੋਹੜੀ ਦੇ ਨਾਲ ਮੈਨੂੰ ਲੱਗਦਾ ਹੈ ਬਹੁਤ ਵੱਡੇ ਪੱਧਰ ਤੇ ਜੇਕਰ ਪੂਰੇ ਭਾਰਤ ਵਿੱਚ ਜਾਂ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ ਉਹ ਦੀਵਾਲੀ ਹੈ ਜੀ। ਮੈਨੂੰ ਲੱਗਦਾ ਕਿ ਸਾਰੇ ਪਰਿਵਾਰ ਜਾਂ ਸਾਰੇ ਧਰਮਾਂ ਦੇ ਲੋਕ ਸਾਂਝੇ ਪੱਧਰ ਤੇ ਮਨਾਉਂਦੇ ਆ। ਉਹਦਾ ਇੱਕ ਕਾਰਨ ਤਾਂ ਇਹ ਵੀ ਹੈ ਕਿ ਬੱਚਿਆਂ ਨੂੰ ਤਾਂ ਬਹੁਤ ਉਤਸ਼ਾਹ ਜਾਂ ਚਾਅ ਨੌਜਵਾਨਾਂ ਨੂੰ ਇਸ ਕਰਕੇ ਹੁੰਦਾ ਕਿ ਪਟਾਕੇ ਚਲਾਵਾਂਗੇ। ਹਾਲਾਂਕਿ ਬੀਤੇ ਕੁਝ ਕੁ ਸਾਲਾਂ ਤੋਂ ਇਸ ਚੀਜ਼ ਦੀ ਲੋਕਾਂ ਦੇ ਵਿੱਚ ਕਾਫੀ ਸੋਝੀ ਆਈ ਹੈ ਕਿ ਵਾਤਾਵਰਣ ਦਾ ਇਹ ਨੁਕਸਾਨ ਕਰਦੇ ਆ, ਭਾਵੇਂ ਘਟ ਗਿਆ ਪਰ ਬੰਦ ਨਹੀਂ ਹੋਇਆ ਜੀ। ਕਈ ਲੋਕ ਤਾਂ ਬਾਰੂਦ ਕਈ ਦਿਨ ਪਹਿਲਾਂ ਫੂਕਣਾ ਸ਼ੁਰੂ ਕਰ ਦਿੰਦੇ ਆ ਤੇ ਕਈ ਦਿਨ ਬਾਅਦ ਤੱਕ ਚੱਲਦਾ ਰਹਿੰਦਾ। ਪੁਰਾਣੇ ਵੇਲਿਆਂ 'ਚ ਤਾਂ ਮੈਂ ਜਿਸ ਤਰ੍ਹਾਂ ਜ਼ਿਕਰ ਕਰ ਰਿਹਾ ਸੀ, ਹੁੰਦਾ ਸੀ ਕਿ ਪਿੰਡ ਦੀਆਂ ਮਾਈਆਂ ਨੇ, ਬੁੜੀਆਂ ਨੇ ਇਕੱਠੀਆਂ ਹੋਣਾ, ਹੁਣ ਕਹਿਣਾ ਭੈਣੇ ਲੈ ਤੇਰੇ ਵੱਲ ਆਪਾਂ ਆਹ ਚੀਜ਼ ਬਣਾਵਾਂਗੇ, ਇੱਕ ਦਿਨ ਮੇਰੇ ਵੱਲ ਆ ਕੇ ਆਪਾਂ ਆਹ ਬਣਾ ਲਾਂਗੇ, ਇਕੱਠੇ ਹੋ ਕੇ
ਖਾਣ ਪੀਣ ਦੀਆਂ ਚੀਜ਼ਾਂ ਉਚੇਚੇ ਤੌਰ ਤੇ ਦੀਵਾਲੀ ਨੂੰ ਮਨਾਈਆਂ ਜਾਂਦੀਆਂ ਸੀ, ਖੁੱਲੀਆਂ ਬਣੀਆਂ। ਤੇ ਇੱਕ ਹੋਰ ਚੀਜ਼ ਹੁੰਦੀ ਸੀ, ਜਿਸ ਤਰ੍ਹਾਂ ਉਹਨੇ ਜ਼ਿਕਰ ਕੀਤਾ ਵੀ ਮੈਂ ਪੁੱਛਣਾ ਪਤਾ ਨਹੀਂ ਲੈ ਕੇ ਵੀ ਦੇਣਗੇ। ਦੀਵਾਲੀ ਨੂੰ ਬਹੁਤੇ ਘਰਾਂ ਦੇ ਵਿੱਚ ਨਿਆਣਿਆਂ ਨੂੰ ਜਾਂ ਪਰਿਵਾਰ ਦੇ ਮੈਂਬਰਾਂ ਨੂੰ ਨਵੇਂ ਕੱਪੜੇ ਵੀ ਸਵਾ ਕੇ ਦਿੱਤੇ ਜਾਂਦੇ ਸੀ। ਕਈ ਘਰ ਰੰਗ ਵੀ ਕਰਾਉਂਦੇ ਸੀ, ਰੰਗ ਰੋਗਨ ਵੀ ਕਰਨਾ, ਤੇ ਨਾਲ ਇਹ ਵੀ ਹੁੰਦਾ ਕਿ ਭਾਂਡਾ ਜ਼ਰੂਰ ਲੈ ਕੇ ਆਉਣਾ। ਉਹ ਚੀਜ਼ਾਂ ਮੈਨੂੰ ਲੱਗਦਾ ਹਾਲੇ ਵੀ ਕਿਤੇ ਕਿਤੇ ਤਾਂ ਮੌਜੂਦ ਨੇ, ਪਰ ਬਹੁਤਾ ਕੁਝ ਦੀਵਾਲੀ ਵਾਲਾ ਵੀ ਮੈਨੂੰ ਲੱਗਦਾ ਕਿ ਪਦਾਰਥਵਾਦ ਦੀ ਭੇਂਟ ਚੜ ਰਿਹਾ, ਆਤਿਸ਼ਬਾਜ਼ੀਆਂ ਨੂੰ ਉੜ ਗਿਆ ਜੀ। ਹੁਣ ਬੈਨੀਪਾਲ ਸਾਹਿਬ ਦੇਖੋ, ਦੀਵਾਲੀ ਦੇ ਮੌਕੇ ਤੇ ਆਪਾਂ ਪਟਾਕਿਆਂ ਵੱਲ ਵੀ ਆਉਣਾ ਹੈ, ਪਰ ਉਹਦੇ ਤੋਂ ਪਹਿਲਾਂ ਮੈਨੂੰ ਚੇਤਾ ਆਉਂਦਾ, ਹੋ ਸਕਦਾ ਕਿ ਪਿੰਡਾਂ ਦੇ ਰਿਵਾਜ ਵੱਖਰੇ ਹੋਣ, ਦਰਸ਼ਕ ਟਿੱਪਣੀਆਂ ਕਰਨਗੇ ਜ਼ਰੂਰ, ਹੁਣ ਬਾਰ-ਬਾਰ ਕਹਿਣ ਦੀ ਤਾਂ ਲੋੜ ਨਹੀਂ। ਜੀ ਬਿਲਕੁਲ। ਹੁਣ ਦੀਵਾਲੀ ਦੇ ਵਿੱਚ ਇੱਕ ਹੁੰਦਾ ਸੀ ਕਿ ਸਭ ਤੋਂ ਪਹਿਲਾਂ ਹੁਣ 20-25 ਦਿਨ ਪਹਿਲਾਂ ਹੀ ਬੀਬੀਆਂ ਨੇ ਕਹਿਣ ਲੱਪਣਾ, ਉਹ ਦੇਖੀ ਫਿਰ ਉਹ ਦੀਵੇ ਲੈਣੇ ਆ, ਹਨਾ ਵੀ ਧਿਆਨ ਰੱਖੀ ਫਲਾਣੇ ਤੋਂ ਹੀ ਲੈਣੇ ਆ, ਕਿਉਂਕਿ ਬਹੁਤ ਸਾਰੇ ਲੋਕ ਆਉਂਦੇ ਹੁੰਦੇ ਸੀ। ਹੁਣ ਦੀਵੇ ਲੈਣੇ, ਅੱਜ ਕੱਲ੍ਹ ਤਾਂ ਵੈਸੇ ਮੋਮਬੱਤੀਆਂ ਨੇ ਕੰਮ ਸ਼ੁਰੂ ਲੈ ਲਿਆ ਜ਼ਿਆਦਾ, ਉਹ ਲੜੀਆਂ ਹੀ ਲੱਗ ਗਈਆਂ। ਹਾਂ, ਲੜੀਆਂ ਲੱਗ ਗਈਆਂ। ਦੇਖੋ ਵੀ ਦੀਵੇ ਤੋਂ ਮੋਮਬੱਤੀ ਤੋਂ ਲੜੀਆਂ ਆ ਗਈਆਂ ਨਾ, ਲੜੀਆਂ ਚਾਈਨਾ ਵਾਲੀਆਂ ਆ ਗਈਆਂ। ਹੁਣ ਬੈਨੀਪਾਲ ਸਾਹਿਬ ਉਹਦੇ ਵਿੱਚ ਹੋਣਾ ਕਿ ਜਦੋਂ ਦੀਵੇ ਲੈ ਲੈਣੇ, ਫਿਰ ਰੋਜ਼ ਹੀ ਦੇਖੀ ਜਾਣਾ ਦੀਵਿਆਂ ਨੂੰ ਹਿਲਾ ਕੇ ਵੀ, ਨਿਆਣਿਆਂ ਨੂੰ ਤਾਂ ਖੇਡਿਆ ਬਿਲਕੁਲ, ਉਹ ਕਰ ਦੇਗਾ ਭੱਜ ਜਾਂਦੇ ਹੁੰਦੇ ਇਹ, ਆ ਬਸ ਇੱਕ ਲੈ ਲਾ ਤੇ ਲੈ ਕੇ ਉੱਥੇ ਪਰੇ ਹੋ ਜਾ, ਉਹ ਦੀਵੇ ਦੇ ਵਿੱਚ ਮਿੱਟੀ ਪਾ ਕੇ ਜਿਹਨੂੰ ਗੱਡੀ ਬਣਾ ਲੈਣੀ। ਹੁਣ ਵਾਂਗੂ ਰਿਮੋਟ ਤੇ ਤਾਂ ਮਿਲਦੀਆਂ ਨਹੀਂ ਸੀ ਉਦੋਂ, ਉਹੀ ਖੇਡਾਂ ਸੀ। ਕਦੀ ਉਹਨੂੰ ਦੱਬ ਲੈਣਾ, ਫਿਰ ਮਿੱਟੀ ਚੋਂ ਕੱਢ ਲੈਣਾ। ਹੋ ਸਕਦਾ ਬਹੁਤ ਸਾਰੇ ਦਰਸ਼ਕਾਂ ਨੇ ਉਹ ਖੇਡਾਂ ਖੇਡੀਆਂ ਹੋਣ। ਫਿਰ ਹੋਣਾ ਜਦੋਂ 1-2 ਦਿਨ ਰਹਿ ਜਾਣੇ, ਫਿਰ ਬੀਬੀਆਂ ਨੇ ਪਾਣੀ 'ਚ ਪਾਉਣੇ, ਉਹਨਾਂ ਨੂੰ ਚੰਗੀ ਤਰ੍ਹਾਂ ਗਿੱਲੇ ਕਰਨਾ, ਗਿੱਲੇ ਕਰਕੇ ਫਿਰ ਸੁਕਾਉਣਾ, ਜਾਣੀ ਇੱਕ ਤਰ੍ਹਾਂ ਦੇ ਨਾਲ ਸੁੱਚੇ ਹੀ ਕਰ ਦੇਣੇ ਆ ਚੰਗੀ ਤਰ੍ਹਾਂ ਸੁਕਾ ਕੇ। ਫਿਰ ਉਹਦੇ ਤੋਂ ਅਗਲੀ ਹੁੰਦੀ ਸੀ ਰੂੰ ਦੀ ਬੱਤੀ ਵੱਟਣੀ। ਫਿਰ ਬੀਬੀਆਂ ਨੇ ਪਹਿਲਾਂ ਰੂੰ ਦਾ, ਕਈਆਂ ਦੇ ਕੋਲੇ ਨਹੀਂ ਸੀ ਹੁੰਦਾ, ਕਈਆਂ ਦੇ ਕੋਲੇ ਹੁੰਦਾ ਸੀ, ਤੇ ਉੱਥੋਂ ਫਿਰ ਮੰਗਣ ਵਾਲੇ ਪੈਣਾ ਐਤਕੀ ਫਿਰ ਰੂੰ ਥੋੜਾ ਜਿਹਾ ਸਾਨੂੰ ਨਾ ਬੱਤੀਆਂ ਜਿਹੜੀਆਂ ਵੱਟਣੀਆਂ। ਹੁਣ ਤਾਂ ਕਿਉਂਕਿ ਪੈਕਟ 'ਚ ਆ ਗਿਆ ਕੰਮ, ਉਹ ਫਿਰ ਬੱਤੀਆਂ ਵਟਾਈਆਂ ਆਉਂਦੀਆਂ ਜੀ। ਹੁਣ ਬੱਤੀਆਂ ਵਟਾਈਆਂ ਹੀ ਆਉਂਦੀਆਂ ਬੱਤੀਆਂ। ਹੁਣ ਉਹ ਬੀਬੀਆਂ ਨੇ ਕਰਨਾ ਐ ਜਿਹੜਾ ਚੰਗੀ ਤਰ੍ਹਾਂ ਉਹਨੂੰ ਬੱਤੀਆਂ ਨੂੰ ਜਿਹੜਾ ਉਹ ਵੱਟਣਾ, ਤੇ ਫਿਰ ਮੇਰੇ ਵਰਗੇ ਨੇ ਇੱਕ ਦੀ ਖਿਸਕਾ ਕੇ ਭੱਜਣਾ ਵੀ ਉੱਥੋਂ, ਕਿਉਂਕਿ ਇਹ ਤਾਂ ਪਤਾ ਨਹੀਂ ਹੁੰਦਾ। ਉਹਨਾਂ ਨੇ ਫਿਰ ਦੀਵੇ ਗਿਣਨੇ, ਇੰਨੀਆਂ ਕੁ ਬੱਤੀਆਂ ਚਾਹੀਦੀਆਂ 5-7, ਫਿਰ ਨਿਆਣਿਆਂ ਦੀ ਡਿਊਟੀ ਲੱਗਦੀ ਹੁੰਦੀ ਸੀ ਕਿ ਉਹ ਫਲਾਨਿਆਂ ਦੇ ਜੇ ਰੂਮ ਮੰਗਣਾ ਹੋਣਾ, ਕੋਈ ਨਹੀਂ ਮੈਂ ਬੱਤੀਆਂ ਹੀ ਭੇਜ ਦੂੰ। ਜਾਣੀ ਇਹ ਅਪਰਾਧ ਹੁੰਦੀ ਸੀ ਕਿ ਵੱਟਣੀਆਂ ਹੀ ਆ, ਕਿਹੜੀ ਗੱਲ ਹੈ। ਪਰ ਹੁਣ ਮੈਂ ਇਹ ਵੀ ਸੋਚ ਰਿਹਾ ਸੀ ਕਿ ਬੱਤੀਆਂ ਵੱਟਣਾ ਵੀ ਕਲਾ ਹੀ ਸੀ। ਬੀਬੀਆਂ ਨੇ ਹੱਥ ਦੀ ਤਲੀ ਦੇ ਉੱਤੇ ਰੱਖ ਕੇ ਚੰਗੇ ਤਰੀਕੇ ਇੱਦਾਂ। ਹੁਣ ਤਾਂ ਹੋ ਸਕਦਾ ਕਿ ਮੇਰੇ ਵਰਗੇ ਨੂੰ ਬੱਤੀ ਜਿਹੜੀ ਉਹ ਇੱਕ ਸਾਰੀ ਹੋਣੀ, ਉਹਦੇ ਜਿਹੜੇ ਕਾਰਨਰ ਹੋਣੇ, ਕੋਨੇ ਹੋਣੇ, ਉਹ ਵੀ ਚੰਗੀ ਤਰ੍ਹਾਂ ਤਿੱਖੇ ਕਰ ਦੇਣੇ। ਤੇ ਬੈਨੀਪਾਲ ਸਾਹਿਬ ਉਹਦੇ ਲਈ ਫਿਰ ਸਰੋਂ ਦਾ ਤੇਲ ਪਾ ਕੇ ਘਰ ਦੇ ਬਨੇਰਿਆਂ ਤੇ ਤਾਂ ਰੱਖਣਾ, ਪਰ ਇੱਕ ਪ੍ਰੋਸੀਜਰ ਜਿਹੜਾ ਹੋ ਸਕਦਾ ਇਲਾਕਿਆਂ ਦੇ ਵਿੱਚ ਵੱਖਰਾ ਹੋਵੇ। ਹੁਣ ਸਾਡੇ ਪਿੰਡ ਦੇ ਵਿੱਚ ਜਾਂ ਇਲਾਕੇ 'ਚ ਇੱਦਾਂ ਹੁੰਦਾ ਸੀ ਕਿ ਗੁਰੂ ਘਰ ਵੀ ਦੀਵਾ ਜਗਾ ਕੇ ਆਉਣਾ, ਸ਼ਮਸ਼ਾਨ ਘਾਟ 'ਚ ਵੀ ਜਗਾ ਕੇ ਆਉਣਾ, ਸਕੂਲ ਬੜਾ ਚਾਅ ਹੁੰਦਾ ਸੀ, ਸਕੂਲੇ ਵੀ ਦੀਵਾ ਜਗਾ ਕੇ ਆਉਣਾ, ਖੇਤਾਂ 'ਚ ਵੀ ਜਗਾ ਕੇ, ਮੋਟਰ ਤੇ ਜਗਾ ਕੇ ਆਉਣਾ, ਤੇ ਢੇਰ ਤੇ ਵੀ, ਹਵੇਲੀ ਵੀ। ਇਹ ਸਾਂਝਾ ਹੀ ਆ ਫਿਰ, ਹਾਂ ਸਾਂਝਾ ਹੀ ਨਾ ਸਾਰਾ ਕੁਝ। ਫਿਰ ਇੱਕ ਗੱਲ ਹੋ ਸਕਦਾ ਕਿ ਇਲਾਕੇ 'ਚ ਵੱਖਰਾ ਹੋਵੇ, ਪਰ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਉਹ ਡਰ ਆ, ਉਹ ਸਤਿਕਾਰ ਆ, ਜਾਂ ਕੀ ਆ, ਕਹਿ ਕੇ ਭੇਜਣਾ ਨਿਆਣਿਆਂ ਨੂੰ ਕਿ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਕਿਤੇ ਪਰਿਵਾਰ ਦੇ ਕਿਸੇ ਮੈਂਬਰ ਦਾ ਸੰਸਕਾਰ ਹੋਇਆ ਨਾ, ਉੱਥੇ ਦੀਵਾ ਰੱਖ ਕੇ ਆਉਣਾ। ਚਲੋ ਇੱਕ ਯਾਦ ਹੁੰਦੀ ਹੈ ਨਾ ਕਿ ਆਪਾਂ ਯਾਦ ਕਰਕੇ ਆਏ, ਪਰ ਇਹ ਕਹਿਣਾ ਕਿ ਮੁੜ ਕੇ ਪਿੱਛੇ ਨਾ ਦੇਖਿਓ। ਇਹ ਤੁਹਾਡੇ ਪਿੰਡ 'ਚ ਕਹਿੰਦੇ ਸੀ ਬਿਲਕੁਲ, ਨਾਲ ਕੋਈ ਲੋਹੇ ਦੀ ਚੀਜ਼ ਰੱਖਣੀ, ਦਾਤੀ ਲੈ ਕੇ ਜਾਣੀ ਨਾ, ਵੀ ਉਹ ਪਤਾ ਨਹੀਂ ਡਰ ਸੀ, ਉਹ ਰਵਾਇਤ ਹੀ ਹੈ ਨਾ ਵੀ ਆਪਣਾ ਬੰਦਾ ਕਿਹੜਾ ਚੁੰਬੜ ਚੱਲਿਆ। ਉਹ ਤਾਂ ਇਹ ਵੀ ਹੁੰਦਾ ਕਿ ਜਿਹਨੂੰ ਚੇਤੇ ਕਰਦੇ ਤਾਂ ਚੁੰਬੜ ਵੀ ਜਾਵੇ ਯਾਰ, ਉਹਨੂੰ ਤਾਂ ਚੁੰਬੜਨ ਵਾਸਤੇ ਲੋਕ ਫਿਰਦੇ ਆ ਕਿ ਕਿਸੇ ਤਰੀਕੇ ਸੁਪਨੇ 'ਚ ਹੀ ਆ ਜਾਵੇ, ਉਹਦੇ ਨਾਲ ਕਦੀ ਮੇਲ ਮਿਲਾਪ ਹੀ ਹੋ ਜੇ, ਪਰ ਨਹੀਂ ਹੁੰਦਾ। ਪਰ ਮੈਨੂੰ ਇਹ ਲੱਗਦਾ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਡੇ ਪਿੰਡ ਘੁਮਾਰਾਂ ਦਾ ਘਰ ਸੀ, ਉਹਨਾਂ ਨੇ, ਉਹ ਤਾਈ ਨੇ ਸਾਰਾ ਦਿਨ ਮੈਂ ਵੇਖਣਾ, ਤਾਈ ਜੀ ਨੇ ਆਉਣਾ, ਭਾਈ ਦੀਵੇ ਕਿੰਨੇ ਚਾਹੀਦੇ ਨੇ ਜੀ, ਪਹਿਲਾਂ ਪੁੱਛਣੇ। ਮੈਂ ਫਿਰ ਨੂੰ ਭੇਜਦੀ ਆ, ਉਹਨਾਂ ਨੇ ਲੈ ਕੇ ਆਉਣਾ ਟੋਕਰੇ 'ਚ, ਲੈ ਭਾਈ ਆਹ ਤੁਹਾਡੇ ਦੀਵੇ ਨੇ, ਹੋਰ ਚਾਹੀਦੇ ਨੇ ਪੁੱਤ, ਹੋਰ ਲੈ ਲਓ ਜੀ, ਤਾਈ ਜੀ ਥੋੜੇ ਜਿਹੇ ਹੋਰ ਦੇ ਦਿਓ। ਉਹਨਾਂ ਨੇ ਥੋੜੇ ਜਿਹੇ ਹੋਰ ਦੇ ਕੇ, ਲੈ ਭਾਈ ਫਿਰ ਜਾਂ ਤਾਂ ਮੈਨੂੰ ਬਾਲਟੀ ਲਿਆ ਦਿਓ, ਮੈਂ ਉਹਨਾਂ ਦੇ ਵਿੱਚ ਇਹਨੂੰ ਪਾਣੀ ਦੇ ਵਿੱਚ ਹੀ ਪਾ ਜਾ, ਨਹੀਂ ਇਹਨਾਂ ਨੂੰ ਪਾਣੀ 'ਚ ਪਾ ਲਿਓ। ਫਿਰ ਅਸੀਂ ਕਈ ਵਾਰੀ ਪੁੱਛਣਾ ਵੀ ਪਾਣੀ 'ਚ ਪਾਉਣ ਦਾ ਕੀ ਕਾਰਨ ਹੈ, ਉਹ ਕਹਿੰਦੇ ਕਾਰਨ ਇਹ ਹੈ ਕਿ ਨਹੀਂ ਫਿਰ ਜਿੰਨਾ ਇਹਨਾਂ ਨੇ ਪਾਣੀ ਪੀਣਾ ਨਾ, ਤੇਲ ਪੀਣਗੇ। ਦੇਖੋ ਨਾਲ ਤਰੀਕੇ ਦੇਖੋ। ਫਿਰ ਬਾਅਦ ਦੇ ਵਿੱਚ ਉਹਨੇ ਕਹਿਣਾ ਭਾਈ ਇਦਾਂ ਕਰਿਓ, ਕਿੰਨੇ ਵਜੇ ਰੋਟੀ ਫਿਰ ਮੈਂ ਕਿੰਨੇ ਵਜੇ ਲੈਣ ਆਵਾਂ। ਫਿਰ ਸ਼ਾਮ ਨੂੰ ਉਹਨਾਂ ਨੇ ਹਨੇਰਾ ਹੋ ਜਾਣਾ, ਜਿਹੜੇ ਘਰਾਂ ਦੇ ਵਿੱਚ ਦੀਵੇ ਦਿੱਤੇ ਨੇ, ਉਹਨਾਂ ਘਰਾਂ ਦੇ ਵਿੱਚੋਂ ਖਾਣ ਪੀਣ ਦੀਆਂ ਵਸਤਾਂ ਉਚੇਚੇ ਤੌਰ ਤੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ, ਭਾਵੇਂ ਘਰ ਦੇ ਵਿੱਚ ਕੁਝ ਵੀ ਬਣਾਇਆ ਜੀ, ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਤੇ ਸਤਿਕਾਰ ਸਹਿਤ। ਤੇ ਕਹਿਣਾ ਇਦਾਂ ਕਰੋ, ਘਰ ਦੇ ਵਿੱਚ ਦੀਵੇ ਬਾਅਦ ਚਲਾਵਾਂਗੇ, ਬਨੇਰਿਆਂ ਦੇ ਜੰਗਲਿਆਂ ਦੇ ਉੱਤੇ ਤੇ ਜਾਂ ਦਰਵਾਜ਼ਿਆਂ ਦੇ ਉੱਤੇ ਜਿਹੜੇ ਥੰਮਲੇ ਬਣੇ ਹੋਏ ਨੇ, ਪਿਲਰ ਬਣੇ ਹੋਏ ਨੇ, ਪਹਿਲਾਂ ਤੁਸੀਂ ਮੋਟਰਾਂ ਤੇ ਰੱਖਿਓ, ਗੁਰਦੁਆਰੇ ਰੱਖਿਓ, ਸਕੂਲ 'ਚ ਰੱਖਿਓ, ਸ਼ਮਸ਼ਾਨ ਘਾਟ 'ਚ ਰੱਖਿਓ, ਜਾਂ ਪਿੰਡ ਦੇ ਸਿੰਘ ਸ਼ਹੀਦ ਨੇ ਉੱਥੇ ਰੱਖਿਓ, ਜਾਂ ਪਿੰਡ ਦੀ ਇੱਕ ਸਾਂਝੀ ਥਾਂ ਜਿਹੜਾ ਦਰਵਾਜ਼ਾ ਜੀ, ਉੱਥੇ ਵੀ ਰੱਖਿਓ। ਹੁਣ ਪਤਾ ਹੀ ਲੱਗ ਜਾਣਾ ਵੀ ਉਹ ਸਾਈਕਲ ਤੇ ਆ ਰਿਹਾ ਵੀ, ਹਾਂ ਜੀ ਕਿਧਰ ਮੈਂ ਲਾਇਆ ਵੀ ਦੀਵਾ,
ਤੂੰ ਲਾਉਣ ਚੱਲੇ ਆ। ਹੁਣ ਉਹਦੇ ਵਿੱਚ ਵੀ ਇੱਕ ਤਰੀਕਾ ਹੁੰਦਾ, ਘਰ ਦੇ ਨਿੱਕੇ ਨੇ ਕਹਿਣਾ ਨਾਲ ਜਾਣਾ, ਨਾਲ ਜਾਣਾ, ਉਹਨੂੰ ਕਹਿਣਾ ਚੱਲ ਠੀਕ ਹੈ ਤੂੰ ਇਦਾਂ ਕਰ, ਤੇਲ ਵਾਲੀ ਬੋਤਲ ਫੜ ਲਾ, ਡੋਲ ਤਾਂ ਹੋ ਹੀ ਜਾਂਦੀ। ਉਹ ਵੈਸੇ ਜੇ ਆਪ ਜਾਂਦਾ ਬੰਦਾ ਸ਼ਾਇਦ ਨਾ ਡੋਲਦਾ, ਉਹ ਜਵਾਕ ਡੋਲ ਜ਼ਰੂਰ ਦਿੰਦਾ। ਮੈਨੂੰ ਤਾਂ ਇਦਾਂ ਵੀ ਚੇਤਾ, ਕਈ ਨਿਆਣਿਆਂ ਨੇ ਤੇਲ ਬਚਾਉਂਦੇ ਨੇ ਅੱਡੀ ਜਿਹੜੀ ਸਾਈਕਲ 'ਚ ਫਸਾ ਲੈਣੀ ਟਾਇਰ ਦੇ ਵਿੱਚ ਨਾ, ਵੱਢੀ ਜਾਂਦੀ ਅੱਡੀ, ਫਿਰ 15-16 ਦਿਨ ਐਂ ਕਰਕੇ ਨਾ ਇੱਕ ਪਾਸਾ ਜਿਹਾ ਕੰਮ ਹੁੰਦਾ ਰਹਿਣਾ। ਫਿਰ ਉੱਥੇ ਜਾ ਕੇ ਉਹਨਾਂ ਨੇ ਕਿਹਾ ਉਹ ਖੂਹੀ ਦੇ ਲਾਗੇ ਨਾ ਜਾਈ, ਹੈ ਨਾ, ਰੱਖਣਾ ਖੂਹੀ ਤੇ ਹੁੰਦਾ। ਉਹਨੇ ਵੀ ਐ ਹੋ ਕੇ ਤੇਰੀ ਲਓ ਜੀ, ਇੱਕ ਗੱਲ ਤਾਂ ਪੱਕੀ ਹੈ ਕਿ ਖੂਹੀ ਦੇਖ ਕੇ ਮੁੜਦਾ ਹੁੰਦਾ ਜਵਾਕ, ਖੂਹੀਆਂ ਹੀ ਨਹੀਂ ਰਹੀਆਂ। ਹੁਣ ਤੱਕ ਕੋਈ ਰੌਲਾ ਹੀ ਨਹੀਂ। ਹੁਣ ਬੈਰੀਪਾਲ ਸਾਹਿਬ ਉਹਦੇ ਤੋਂ ਬਾਅਦ ਇਹ ਵੀ ਦੇਖਣਾ ਕਿ ਜੇ ਢੇਰ ਤੇ ਵੀ ਦੀਵਾ ਜਗਾਉਂਦੇ ਆ, ਖੂਹ ਤੇ ਵੀ ਜਗਾਉਂਦੇ ਆ, ਸ਼ਮਸ਼ਾਨ ਘਾਟ ਜਗਾਉਂਦੇ, ਕਿਤੇ ਸੁੱਕੀ ਚੀਜ਼ ਨਾ ਲੱਗੇ ਹੋਵੇ, ਅੱਗ ਨਾ ਲੱਗ ਜਾਏ। ਉਸ ਗੱਲ ਦਾ ਕਈ ਵਾਰੀ ਇੱਟ ਦੇ ਉੱਤੇ ਰੱਖ ਕੇ ਆਉਣਾ। ਪਰ ਇੰਨੀ ਗੱਲ ਸੀ ਕਿ ਜਦੋਂ ਗੁਰੂ ਘਰ ਜਾਂ ਮੰਦਿਰ ਦੇ ਵਿੱਚ ਜਿਹੜਾ ਵੀ ਕਿਸੇ ਦਾ ਧਰਮ ਹੈ ਉੱਥੇ ਜਾਣਾ ਵਧੀਆ ਲੱਗਦਾ ਹੁੰਦਾ ਸੀ। ਸਾਰਾ ਪਿੰਡ ਉੱਥੇ 5 ਜਣੇ ਆ ਗਏ, 5 ਜਣੇ ਚਲੇ ਗਏ, ਐਨ ਬਨੇਰਿਆਂ ਦੇ ਉੱਤੇ ਨੇੜੇ ਕਰਕੇ ਦੀਵੇ ਰੱਖੇ ਆ, ਕੋਈ ਤੇਲ ਪਾਈ ਜਾਂਦਾ, ਕੋਈ ਉੱਥੇ ਦੀਵਾ ਜਗਾਈ ਜਾਂਦਾ, ਮਠਿਆਈ ਵੀ ਚੜਾਉਂਦੇ ਹੁੰਦੇ ਸੀ। ਕਈ ਵਾਰੀ ਇਹ ਵੀ ਹੁੰਦਾ ਕਿ ਦੀਵਾਲੀ ਵਾਲੇ ਦਿਨ ਹਵਾ ਥੋੜੀ ਤੇਜ਼ ਹੋ ਗਈ, ਫਿਰ ਘਰ ਦੇ ਨੇ ਕਹਿਣਾ ਹਲੇ ਰੁਕ ਜਾਓ, ਹਨੇਰੀ ਆਈ ਹੈ, ਫਿਰ ਐਂ ਕਰਕੇ ਦੀਵੇ ਲਾਉਣ ਦੀ ਕੋਸ਼ਿਸ਼ ਕਰਨੀ। ਫਿਰ ਆਕਾਸ਼ਦੀਪ ਵਰਗਿਆਂ ਦੇ ਗੀਤ ਆ ਜਾਣੇ, ਸਾਡੀ ਤੂੰ ਹੀ ਹੈ ਦੀਵਾਲੀ ਦੀਵਾ ਲਾਉਣ ਵਾਲੀ। ਸੋ ਦੇਖੋ ਸਮੇਂ ਦੀਆਂ ਗੱਲਾਂ ਨੇ। ਸੋ ਇਹਦੇ ਨਾਲ ਫਿਰ ਇਹ ਕੋਸ਼ਿਸ਼ ਬੜੀ ਰਹਿਣੀ ਕਿ ਹਨੇਰਾ ਜਿਹਾ ਕਦ ਹੋਵੇ। ਪਹਿਲਾਂ ਤਾਂ ਦੀਵੇ ਲਾਉਣ ਦਾ ਚਾਅ, ਦੀਵਿਆਂ ਤੋਂ ਬਾਅਦ ਕਿ ਹੁਣ ਮੋਮਬੱਤੀਆਂ, ਫੁੱਲ ਝੜੀਆਂ, ਜਾਂ ਫਿਰ ਉਹ ਸਾਪੇ ਕੱਢੇ ਜਾਂਦੇ ਹੁੰਦੇ ਸੀ, ਕਈ ਵਾਰ ਧੂੰਆਂ ਬਹੁਤ ਕਰਦੇ ਸੀ, ਪੋਲਿਊਸ਼ਨ ਬਹੁਤ ਕਰਦੇ ਸੀ। ਬਿਲਕੁਲ। ਤੇ ਇਹਦੇ ਨਾਲ ਫਿਰ ਕਹਿਣਾ ਵੀ ਹੁਣ ਉਹ ਪਟਾਕੇ ਜਿਹਦਾ ਚਲਾਉਣ ਨੂੰ ਦੇ ਦਿਓ। ਉਹਨੇ ਕਹਿਣਾ ਦੇਖਾ ਆਹ ਜਿਹੜੇ ਬੜੇ ਨੇ ਨਾ, ਇਹ ਅਸੀਂ ਕੋਲ ਆਵਾਂਗੇ ਫੇਰ ਚਲਾਇਓ। ਨਹੀਂ ਉਹ ਲਾਲ ਜੇ ਹੁੰਦੇ ਸੀ, ਇੱਕੋ ਕਈ ਪੈਕਟਾਂ 'ਚ 100 50 ਹੁੰਦੇ ਸੀ। ਸਾਡੀ ਵਾਰੀ ਪਹਿਲਾਂ ਤਾਂ 8 ਰੁਪਈਆਂ ਦੇ 100 ਹੁੰਦੇ। ਫਿਰ ਜਦੋਂ ਉਹਨਾਂ ਨੇ 10 ਦੇ ਕਰਤੇ ਬੜਾ ਦਿਲ ਦੁਖਿਆ, ਯਾਰ ਮਹਿੰਗਾ ਕਰਤਾ। ਫਿਰ ਉਹਨੇ 12 ਦੇ ਕਰਤੇ। ਹੁਣ ਉਹਦੇ ਵਿੱਚੋਂ ਵੀ 100 ਦੇ ਵਿੱਚੋਂ ਚੱਲਦੇ 60 ਕੀ ਸੀ। ਨਹੀਂ ਸਵੇਰ ਨੂੰ ਚਲਾ ਲੈਂਦੇ ਸੀ ਕੱਢ ਕੇ। ਕਈਆਂ ਦੇ ਫੀਤਾ ਹੀ ਨਾ ਹੋਣੇ, ਉਹ ਫੀਤਾ ਛਿੱਲੀ ਦਾ ਵੀ ਸੀ ਕਈ ਵਾਰੀ। ਉਹ ਵੀ ਜਾਣੀ ਇਹਨੂੰ ਪਹਿਲੇ ਅੱਗ ਲੱਗ ਗਈ, ਪਤਾ ਨਹੀਂ ਇੱਥੇ ਪਟਾਕਾ ਨਾ ਬੋਲ ਜੇ, ਫੀਤਾ ਛਿੱਲਣਾ। ਕਈ ਵਾਰੀ ਤਾਂ ਫੀਤਾ ਛਿਲਦੇ ਨਿਕਲ ਜਾਣਾ। ਅਸੀਂ ਉਹਨੂੰ ਬੱਤੀ ਕਹਿੰਦੇ ਸੀ, ਜਿਹੜੀ ਬੱਤੀ ਹੈ ਨਾ, ਉਹ ਕਈ ਵਾਰੀ ਇਕੱਠੀਆਂ ਸੀ ਦੇਖਣਾ। ਸਵੇਰ ਨੂੰ ਰਾਤ ਨੂੰ ਗਿਣਤੀ ਕਰਨੀ ਵੀ ਹਿੱਸੇ 'ਚ 20 50 ਆਏ ਸੀ। ਮੇਰੇ ਤਾਂ 3-4 ਚੱਲੇ ਨਹੀਂ ਸੀ। ਸਵੇਰੇ ਸਾਜਰੀ ਸਭ ਤੋਂ ਪਹਿਲਾਂ ਉੱਠ ਕੇ ਦੇਖਣੇ ਵੀ ਕਿਹੜੇ ਨਹੀਂ ਚੱਲੇ ਹੋਏ, ਕਿਉਂਕਿ ਬਾਕੀ ਤਾਂ ਫਟ ਜਾਂਦੇ ਸੀ, ਕਾਗਜ਼ ਹੋਏ ਪਏ ਹੁੰਦੇ ਸੀ। ਇੱਕ ਤਾਂ ਸਵੇਰ ਨੂੰ ਸਾਫ਼ ਸਫਾਈ ਦਾ ਕੰਮ ਵਧਾਇਆ ਹੁੰਦਾ, ਇੱਕ ਕਹਿਣਾ ਭੈਣੇ ਤੂੰ ਪਹਿਲਾਂ ਨਾ ਸੰਭਰੀ, ਮੈਨੂੰ ਦੇਖ ਲੈਣ ਦੀ। ਉਹ ਇਕੱਠੇ ਕਰਕੇ ਨਾ ਫਿਰ ਦੇਖਣਾ ਵੀ ਮਾਂ ਨੇ ਪਾਣੀ ਗਰਮ ਰੱਖਿਆ ਹੋਇਆ ਨਹਾਉਣ ਵਾਸਤੇ ਜਾਂ ਕੁਝ ਹੋਰ ਰੱਖਿਆ ਹੋਇਆ ਹੈ, ਜਾਂ ਚਾਹ ਰੱਖੀ ਹੈ। ਕਈ ਵਾਰੀ ਲਿਆ ਕੇ ਚੁੱਲ੍ਹੇ ਸੁੱਟਣੇ, ਨਾਲੇ ਚੁੱਲ੍ਹਾ ਤੋੜ ਦੇਣਾ, ਕਿਉਂਕਿ ਮਿੱਟੀ ਦਾ ਹੀ ਹੁੰਦਾ ਸੀ। ਅਗਲਿਆਂ ਨੇ ਵੀ ਕਿਹਾ ਯਾਰ ਹੱਥ ਤੋਂ ਝਾੜ ਲੈਣਾ ਮੁੜ ਕੇ। ਨਹੀਂ ਹੱਥ ਤਾਂ ਫਿਰ ਝੜਨਾ ਹੀ ਸੀ, ਕਿਉਂਕਿ ਤੁਸੀਂ ਕੰਮ ਵਧਾ ਦਿੱਤਾ। ਨਾਲ ਤਾਂ ਕਈ ਵਾਰੀ ਹੁੰਦਾ ਸੀ, ਵਾਰੀ ਸਾਗ ਹੀ ਰੱਖਿਆ ਹੁੰਦਾ ਸੀ ਉੱਤੇ, ਸਵਾਹ ਸਾਰੀ ਉਹ 'ਚ ਪੈ ਜਾਣੀ, ਵਾਰੀ ਤੌੜੀ ਵੀ ਟੁੱਟ ਜਾਂਦੀ ਸੀ। ਮੈਨੂੰ ਚੇਤਾ ਆ ਗਿਆ, ਤੁਸੀਂ ਦੱਸਦਾ ਪਟਾਕੇ ਵਜਾਉਣ ਤੇ ਆ ਗਏ ਨਾ। ਮੈਨੂੰ ਇਹ ਸੀ ਵੀ ਸਮਾਂ ਨੇੜੇ ਹੁੰਦਾ ਜਾ ਰਿਹਾ ਜੀ। 15-20 ਦਿਨ ਪਹਿਲਾਂ ਹੌਲੀ ਪਟਾਕੇ ਲਾਣੇ ਪਟਾਕੇ। ਉਹਨੇ ਕਿਹਾ ਠੀਕ ਹੈ ਤੂੰ 20 ਰੁਪਏ ਲਾਈ ਲੈ, 20 ਦੇ ਕਿੱਥੇ ਹੁੰਦਾ, 100 ਦੇ ਲੈਣੇ ਪਟਾਕੇ। ਹੌਲੀ 50-60 ਤੇ ਜਾ ਕੇ ਗੱਲ ਨਿਬੜਨੀ। ਫਿਰ ਉੱਥੇ ਜਾ ਕੇ ਜਦੋਂ ਉਂਗਲੀ ਫੜ ਕੇ ਚਲੇ ਜਾਣਾ ਘਰਦਿਆਂ ਦੀ ਕਿ ਹੁਣ ਪਟਾਕੇ ਵੀ ਲੈਣੇ, ਉੱਥੇ ਅਨਾਰ ਵੀ ਪਏ ਆ, ਚੱਕੀਆਂ ਵੀ ਪਈਆਂ। ਪਹਿਲੀ ਗੱਲ ਆਪਾਂ ਬੇਨਤੀ ਕਰੀਏ ਕਿ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਮੈਂ 12ਵੀਂ ਜਮਾਤ 'ਚ ਸੀਗਾ, ਉਸ ਤੋਂ ਬਾਅਦ ਮੈਂ ਕਦੀ ਪਟਾਕੇ ਨਹੀਂ ਚਲਾਏ। ਪਹਿਲਾਂ ਤਾਂ ਦੱਬ ਕੇ ਚਲਾਇਆ, ਹੁਣ ਰੋਕੀ ਜਾਂਦੇ ਹੋ। ਹਾਂ ਚਲੋ, ਨਹੀਂ ਦੇਖੋ ਪਹਿਲੇ ਲਈ ਮਾਫੀ ਮੰਗ ਸਕਦੇ ਆ ਨਾ ਸਿਆਸੀ ਲੀਡਰਾਂ। ਹੁਣ ਬੈਨੀਪਾਲ ਸਾਹਿਬ ਉਹਦੇ ਤੋਂ ਬਾਅਦ ਦੇਖੋ ਤੰਗੀਆਂ ਤੁਰਸ਼ੀਆਂ ਸਾਰਿਆਂ ਨੂੰ ਰਹੀਆਂ ਹੋਣੀਆਂ। ਤੁਸੀਂ ਵੀ ਆਪਾਂ ਲਗਭਗ ਉਸ ਤਰ੍ਹਾਂ ਦੇ ਪਰਿਵਾਰਾਂ 'ਚੋਂ ਆਏ ਹਾਂ। ਜੀ ਕਰਨਾ ਕਿ ਉਹ ਆਮ ਤੌਰ ਤੇ ਮੰਜਿਆਂ ਤੇ ਲਾਏ ਹੁੰਦੇ ਸੀ ਪਟਾਕੇ ਦੁਕਾਨਦਾਰਾਂ ਨੇ, ਕਿ ਸਾਰੇ ਚੱਕ ਲਈਏ। ਇੱਕ ਡੱਬਾ ਅਨਾਰਾਂ ਦਾ, ਇੱਕ ਡੱਬਾ ਆਤਿਸ਼ਬਾਜ਼ੀਆਂ ਦਾ, ਆ ਛੋਟੇ ਬੰਬ, ਵੱਡੇ ਬੰਬ, ਗੰਢਾ ਬੰਬ, ਆਲੂ ਬੰਬ, ਜੋ ਵੀ ਹੁੰਦਾ ਸੀ। ਜੀ ਕਰਨਾ ਕਿ ਪਿਸਤੌਲ ਵੀ ਹੋਵੇ। ਪਰ ਉੱਥੇ ਲੈ ਤਾਂ ਘਰ ਦੇ ਨੇ ਕਹਿਣਾ ਚੱਲ 2 ਅਨਾਰ ਲੈ ਲਾ। ਉੱਥੇ ਬਜਟ ਹੁੰਦਾ ਸੀ ਨਾ ਵੀ 50 ਦੀ ਲੈ ਸਕਦੇ ਹੋ। ਉਹਨੂੰ ਕਹਿਣਾ ਕਿੰਨੇ ਦੋਗੇ, ਸਾਡੇ ਪਿੰਡ ਜਿਹੜਾ 60 ਦੇ, ਉਹਨੇ ਕਹਿਣਾ ਚਾਚਾ ਕਿੰਨੇ ਦੋਗੇ, ਇਹ ਭਾਈ ਤੁਹਾਡੇ 98 ਰੁਪਏ ਦੋਗੇ। ਉਹਨੇ ਕਹਿਣਾ ਤੈਨੂੰ 17 ਦੇ ਕਿਹਾ ਆ, ਕੀ ਛੱਡੀਏ, ਕੀ ਕੱਢੀਏ। ਉਹ ਵੀ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਹੁੰਦੀ। ਫਿਰ ਬੈਨੀਪਾਲ ਸਾਹਿਬ ਇੱਕ ਉੱਥੇ ਗੱਲ ਇਹ ਹੁੰਦੀ ਸੀ ਕਿ ਨਾਲ ਜਦੋਂ ਪਟਾਕੇ ਚਲਾਉਣੇ ਆ, ਮੈਨੂੰ ਚੇਤਾ ਕਿ ਪਿਸਤੌਲ ਜਿਹੜਾ ਹੁੰਦਾ ਸੀ ਨਾ, ਉਹ 8 ਰੁਪਈਆਂ ਦਾ ਪਿਸਤੌਲ ਹੋਣਾ। ਪਹਿਲਾਂ ਤਾਂ ਇਦਾਂ ਦੇ ਪਟਾਕੇ ਆਏ ਜਿਹੜਾ ਕੱਲਾ ਰੱਖ ਕੇ ਟੁਸ਼, ਹਨਾ, ਉਹ ਕੱਲਾ ਰੱਖਣਾ। ਕਈ ਵਾਰੀ ਚਲਾਉਣ ਤੋਂ ਪਹਿਲਾਂ ਉਹ ਥੱਲੇ ਡਿੱਗ ਪੈਣਾ। ਉਹ ਨਿੱਕੇ ਹੁੰਦੇ ਸੀ। ਉਹ ਕਈ ਵਾਰੀ ਜਿਹੜੀ ਉਹ ਸੱਟ ਜੀ ਆ ਕੇ ਵੱਜਦੀ ਹੁੰਦੀ ਸੀ, ਉਹਦਾ ਵੱਜ ਜਾਣੀ, ਇੱਕ ਪਾਸਾ ਹੀ ਵੱਜਦਾ ਹੁੰਦਾ। ਕਈ ਵਾਰੀ ਜੇ ਪਰਲੇ ਪਾਸੇ ਰੱਖਣਾ, ਟੁਕ ਉਹ ਜਾਨੂੰ ਪਟਾਕਾ ਸਭ ਥੱਲੇ ਪਏ ਹੋਣੇ। ਉਹਦੇ ਤੋਂ ਬਾਅਦ ਫਿਰ ਜਦੋਂ ਰੀਲਾਂ ਆ ਗਈਆਂ ਨਾ, ਓਏ ਹੋਵੇ ਹੁਣ ਬਣ ਗਈ ਗੱਲ। ਫਿਰ ਤਾਂ ਹੁੰਦਾ ਸੀ ਰੀਲਾਂ ਲੈਣੀਆਂ, ਉਹ ਥੋੜੀ ਮਹਿੰਗੀ ਹੁੰਦੀ ਸੀ। ਉਹ ਰੀਲ ਪਹਿਲਾਂ ਉਹ ਚੀਜ਼ ਉਹੀ ਸੀ। ਹਾਂ ਚੀਜ਼ ਉਹੀ, ਪਹਿਲਾਂ ਰੀਲ ਉਹ ਭਰਨੀ, ਫਿਰ ਕਈ ਵਾਰੀ ਫਿਰ ਲੜਾਈਆਂ ਕਰਨੀਆਂ। ਉਹਦੇ ਵਿੱਚ ਵੀ ਹੁੰਦਾ ਸੀ ਜੇ ਕਿਤੇ ਨਾ ਮਸਾਲਾ ਵੱਧ ਆ ਰੀਲ 'ਚ ਕਿਤੇ,
ਉਹ ਜ਼ੋਰ ਨਾਲ ਚੱਲਣਾ, ਰੀਲ ਹੋਣੀ ਥੱਲੇ ਡਿੱਗ ਪੈਣੇ ਉਹਦੇ ਵਿੱਚ, ਫਿਰ ਉਹਨੂੰ ਖੋਲਣਾ, ਉਹ 1 ਮਿੰਟ ਰੁਕ ਜਾ, ਤੇਰੀਆਂ ਮੇਰੇ 3 ਲੱਗੀਆਂ, ਮੈਂ ਤੇਰੇ 4 ਮਾਰੀਆਂ, ਪਹਿਲਾਂ ਮੈਨੂੰ ਰੀਲ ਪਾ ਲੈਣ ਦੇ। ਇਹ ਕੰਮ ਹੁੰਦਾ ਸੀ ਨਾ, ਬਿਲਕੁਲ ਹੁੰਦਾ ਸੀ। ਤੇ ਉਦੋਂ ਸਫੈਦਿਆਂ ਦੇ ਪਿੱਛੇ, ਦਰਖਤਾਂ ਦੇ ਪਿੱਛੇ ਧਰਮਿੰਦਰ ਬਣੇ ਹੁੰਦੇ ਸੀ, ਧਰਮਿੰਦਰ ਹੀ ਬਣੇ ਹੁੰਦੇ ਸੀ। ਤੇ ਉਦੋਂ ਪਰ ਇੰਨਾ ਹੁੰਦਾ ਸੀ, ਮੈਂ ਇਹ ਗੱਲ ਮਹਿਸੂਸ ਕੀਤੀ ਹੈ, ਮੰਨਣ ਦੇ ਵਿੱਚ ਵੀ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਕਿ ਕੁੜੀਆਂ ਪਟਾਕੇ ਘੱਟ ਚਲਾਉਂਦੀਆਂ ਸੀ, ਸਿਰਫ ਉਹਨਾਂ ਨੂੰ ਫੁੱਲ ਝੜੀਆਂ ਚਲਾਉਂਦੀਆਂ ਸੀ, ਜਾਂ ਚੱਕੀਆਂ ਚੁੱਕੀਆਂ ਚਲਾ ਲੈਣੀਆਂ, ਜਾਂ ਕਿਤੇ ਅਨਾਰ ਨੂੰ ਕੋਲ ਖੜੇ ਅੱਗ ਲਾ ਲੈਣੀ ਜੀ। ਸੋ ਇਸ ਜੇ ਕੰਮ ਹੁੰਦੇ, ਇਹੋ ਜਿਹਾ ਕੰਮ ਹੁੰਦਾ ਸੀ। ਹਾਲਾਂਕਿ ਕਦੇ ਹੁੰਦਾ ਹੁੰਦਾ ਕਿ ਜੀ ਉਹਨਾਂ ਦਾ ਵੀ ਕਰਦਾ ਹੋਣਾ ਵੱਧ, ਜਾਂ ਵੀ ਕਿਹੜੀ ਗੱਲ ਸੀ ਕਿ ਉਹ ਪਿੱਛੇ ਉਹਨਾਂ ਨੂੰ ਰਹਿਣਾ ਪੈਂਦਾ ਸੀ। ਝੁੱਗੇ ਉਦੋਂ ਵੀ ਬਹੁਤ ਸੜਦੇ ਸੀ, ਬਿਲਕੁਲ। ਹੱਥ ਕਈਆਂ ਦੇ ਫਣ ਵਰਗੇ ਹੋ ਜਾਂਦੇ ਸੱਪ ਦੇ, ਬਹੁਤ ਸਾਰੇ ਲੋਕਾਂ ਦੇ ਮੂੰਹ ਸੜ ਜਾਣੇ, ਹੱਥ ਸੜ ਜਾਣੇ, ਦੂਸਰੇ ਦਿਨ ਚੁੱਲ੍ਹੇ ਭੰਨ ਦੇਣੇ, ਤੌੜੀਆਂ ਭੰਨ ਦੇਣੀਆਂ। ਪਰ ਆਪ ਵੀ ਕਈ ਵਾਰੀ ਭਨਾਈ ਕਰਾ ਲੈਣੀ। ਮੈਨੂੰ ਯਾਦ ਹੈ, ਕਿਉਂਕਿ ਮੇਰਾ ਤਾਂ ਜਨਮ ਹੀ ਹੋਇਆ ਸੀ ਜੀ, ਉਹ ਕਿਤੇ ਸ਼ਹਿਰੋਂ ਲਿਆ ਕੇ ਪਟਾਕਿਆਂ ਦਾ ਝੋਲਾ ਪਲਾਸਟਿਕ ਦਾ ਸੀ, ਲਿਆ ਕੇ ਟੰਗਿਆ ਹੋਇਆ ਸੀ ਇੱਦਾਂ, ਉਹ ਕਿ ਕੀਲੇ ਕੂਲੇ ਜਿਹੇ ਗੱਡੇ ਹੁੰਦੇ ਸੀ ਵੀ ਉਹਦੇ ਤੇ ਟੰਗਿਆ ਹੋਇਆ, ਤੇ ਉਹ ਦੀਵਾਲੀ ਨੂੰ ਜਿਹੜੀ ਹਟੜੀ ਜੀ ਭਰਦੇ ਹੁੰਦੇ ਨੇ, ਕਿਤੇ ਭਰ ਕੇ ਹਟੇ, ਉਹ ਦੇਖਿਆ ਹੀ ਨਹੀਂ ਕਿ ਉੱਪਰ ਪਲਾਸਟਿਕ ਦਾ ਝੋਲਾ ਲਟਕਦਾ ਜੀ। ਉਹ ਲਾਟ ਨਾਲ ਲੱਗਦੀ ਨਾ ਵਿੱਚ ਕੋਈ ਚਲਾਉਂਦੇ ਉਹਦੇ ਵਿੱਚ ਜਾ ਵੜਿਆ ਸਾਰਾ, ਫਿਰ ਉਹ ਸਾਰਾ। ਇੱਕ ਤਾਂ ਇਹ ਚੰਗੀ ਰਹੀ ਗੱਲ, ਜੋ ਵੀ ਹੁੰਦਾ ਕਹਿੰਦੇ ਚੰਗੇ ਲਈ ਹੁੰਦਾ। ਮੈਂ ਤਾਂ ਸੁਣ ਰਿਹਾ, ਮੈਂ ਤਾਂ 2-4 ਦਿਨ ਦਾ 5-4 ਦਿਨ ਦਾ ਹੋਵਾਂਗਾ। ਉਹ ਕਹਿੰਦੇ ਵੀ ਪਟਾਕੇ ਚੱਲ ਰਹੇ ਨੇ ਠਾ ਹੁਣ ਉਹ ਪਲਾਸਟਿਕ ਦਾ ਸੀ, ਉਹਨੇ ਵਿੱਚ ਹੀ ਘੁੱਟਣਾ ਸ਼ੁਰੂ ਕਰ ਦਿੱਤਾ ਆਪਦੇ ਆਪ ਨੂੰ। ਫਿਰ ਮਾਂ ਦੱਸਦੇ ਹੁੰਦੇ ਨੇ, ਕਹਿੰਦੇ ਵੀਰੇ ਅਸੀਂ ਕੀ ਕੀਤਾ ਵੀ ਹੁਣ ਹੋਰ ਤਾਂ ਸਾਰੇ ਭੱਜ ਗਏ ਡੰਡੇ, ਮੈਂ ਚੱਕ ਕੇ ਸਾਰੇ ਦਾ ਸਾਰਾ ਝੋਲਾ ਉਹ ਡੰਡੇ ਨਾਲ ਉਹ ਮਾਰਿਆ ਬਾਹਰ ਵਗਾ ਕੇ, ਬਾਹਰ ਤਾਂ ਚੱਲੀ ਗਏ, ਪਰ ਉਹ ਰਜਾਈ 'ਚ ਚੱਲਣੋਂ ਬਚ ਗਿਆ। ਬੈਨੀਪਾਲ ਸਾਹਿਬ, ਇੱਥੇ ਨਾ ਇੱਕ ਗੱਲ ਜਿਹੜੀ ਹੋਰ ਬੜੀ ਮਹੱਤਵਪੂਰਨ ਜਿਹੀ ਹੁੰਦੀ ਸੀ ਦੀਵਾਲੀ ਵਾਲੇ ਸਮੇਂ ਦੀ ਜਾਂ ਉਸ ਤਿਉਹਾਰ ਦੀ, ਉਹ ਗੱਲ ਇਹ ਹੁੰਦੀ ਸੀ ਕਿ ਆਮ ਤੌਰ ਤੇ ਘਰਾਂ ਦੇ ਵਿੱਚ ਕੋਈ ਨਾ ਕੋਈ ਖਾਸ ਸਮਾਨ ਤਾਂ ਖਾਣ ਪੀਣ ਦਾ ਬਣਨਾ। ਘਰਦਿਆਂ ਨੇ ਕਹਿਣਾ ਹੁਣ ਦੁੱਧ ਪੀ ਲਓ, ਹੁਣ ਆਹ ਕਰ ਲਓ, ਹੁਣ ਤੁਸੀਂ ਰੋਟੀ ਖਾ ਲਓ। ਓਲੇ ਦਾ ਬੰਦਾ ਹੁੰਦਾ ਕਿ ਕੋਠੇ ਚੜ੍ਹ ਕੇ ਤਾਂਦੇ, ਉਹ ਫਲਾਨਿਆਂ ਨੇ ਚਲਾਈ ਜਾਣੀ, ਆਤਿਸ਼ਬਾਜ਼ੀ ਵੀ ਦੇ ਲੈਣਾ, ਕਿਹਦੇ ਕੋਠੇ ਤੋਂ ਆਈ ਆ। ਕਈ ਵਾਰੀ WhatsApp ਵੀ ਦੇਖੀਦਾ ਸੀ, ਪਹਿਲਾਂ 1-2 ਕੇ ਚਲਾਉਣੇ, ਆਲੇ ਦੁਆਲੇ ਵਾਲੇ ਚੱਲ ਲੈਣ ਵੀ ਪਿੰਡ ਦੇ ਚਲਾ ਕੇ ਹਟ ਜਾਣਾ, ਫਿਰ ਚਲਾਵਾਂਗੇ। ਤੇ ਇੱਕ ਉੱਥੇ ਨਾ ਮੈਨੂੰ ਲੱਗਦਾ ਕਿ ਇਹ ਟਿੱਪਣੀਆਂ ਆਪਾਂ ਜ਼ਰੂਰ ਲਈਏ ਕਿ ਭਾਈ ਪਟਾਕੇ ਕਿਹਨੇ ਕਿਹੜੇ ਚਲਾਏ ਆ ਤੇ ਹੁਣ ਨਹੀਂ ਚਲਾਉਣੇ ਚਾਹੀਦੇ। ਦੂਸਰੀ ਗੱਲ ਕਿ ਕੁੜੀਆਂ ਨੂੰ ਤੁਹਾਨੂੰ ਮਿਲਦੀ ਸੀ ਆਗਿਆ ਕਿ ਭਾਈ ਤੁਸੀਂ ਪਟਾਕੇ ਚਲਾ ਲਓ, ਤੁਹਾਡੇ ਤੋਂ ਕੋਈ ਪੁੱਛਦਾ ਸੀ ਕਿ ਨਹੀਂ, ਪਰ ਨਿਆਣਿਆਂ ਨੂੰ ਦੀਵਾਲੀ ਪਟਾਕਿਆਂ ਨਾਲ ਹੁੰਦੀ ਸੀ। ਪਰ ਹੁਣ ਬਹੁਤ ਕੁਝ ਬਦਲ ਗਿਆ। ਇੱਥੇ ਬੈਨੀਪਾਲ ਸਾਹਿਬ, ਕਈਆਂ ਦੇ ਘਰ ਦੇ ਵਿੱਚ ਨਾ ਉਸ ਸਾਲ ਜੇ ਮਰਗ ਹੋ ਜਾਣਾ, ਰਿਸ਼ਤੇਦਾਰੀ 'ਚ ਕਿਸੇ ਦੀ ਮੌਤ ਹੋ ਜਾਣੀ, ਤੇ ਉਹਨਾਂ ਨੇ ਨਿਆਣੇ ਨੂੰ ਕਹਿਣਾ ਕਿ ਨਹੀਂ ਪੁੱਤ, ਐਤਕੀ ਆਪਣੇ ਨਾ ਫਲਾਣੇ ਰਿਸ਼ਤੇਦਾਰ ਨਾਲ ਜਾਂ ਪਰਿਵਾਰ ਦੇ ਵਿੱਚ ਆਹ ਹੋਈ ਆ। ਨਿਆਣੇ ਹੁੰਦੇ ਆ, ਉਹਨਾਂ ਲਈ ਉਹ ਦਿਨ ਕੱਢਣਾ, ਉਹ ਰਾਤ ਕੱਢਣੀ ਆਪਣੇ ਆਪ ਦੇ ਵਿੱਚ ਬਹੁਤ ਔਖੀ ਹੁੰਦੀ। ਜਦੋਂ ਸਾਰਿਆਂ ਨੇ ਪਟਾਕੇ ਚਲਾਉਣੇ, ਉਹਨਾਂ ਵਿਚਾਰਿਆਂ ਨੇ ਬੈਠੇ ਹੋਣਾ, ਘਰ ਦੇ ਵੀ ਨਹੀਂ ਸੀ ਚਾਹੁੰਦੇ ਹੁੰਦੇ, ਪਰ ਉਹ ਇੱਕ ਬਣ ਗਈ ਸੀ ਕਿ ਆਪਾਂ ਖੁਸ਼ੀ ਨਹੀਂ ਕਰ ਸਕਦੇ। ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ ਹੁੰਦਾ ਸੀ। ਤੇ ਹਾਲਾਂਕਿ ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਆਈ ਕਿ ਉਸ ਮੌਕੇ ਦੇ ਉੱਤੇ ਨਿੱਕੇ ਨਿਆਣੇ ਨੂੰ ਚਲੋ ਮਾੜਾ ਮੋਟਾ ਦਿਲ ਪਰਚਾਵਾ ਜਿਹੜਾ ਕਰ ਲੈਣਾ ਚਾਹੀਦਾ, ਕਿਉਂਕਿ ਉਹਦੇ ਵਰਕੇ ਦੇ ਉੱਤੇ ਜੋ ਕੁਝ ਲਿਖਿਆ ਜਾਂਦਾ ਸੀ ਨਾ, ਉਹ ਅਜੀਬ ਜਿਹਾ ਹੋ ਜਾਂਦਾ ਸੀ। ਪਰ ਇੰਨੀ ਗੱਲ ਜ਼ਰੂਰ ਹੈ, ਮੈਨੂੰ ਯਾਦ ਹੈ ਕਿ ਇੱਕ ਮੁੰਡਾ, ਉਹਨੇ ਸਾਰੇ ਪਟਾਕੇ ਜੇਬ ਦੇ ਵਿੱਚ ਪਾਇਓ, ਸ਼ੈਤਾਨ ਬੜਾ ਹੁੰਦਾ ਸੀ, ਜੇਬ 'ਚ ਆਪਣੇ ਬੰਬ ਪਾਇਓ, ਇੱਕ ਕੋਠੇ ਤੇ ਚੜ੍ਹ ਗਿਆ, ਜਿਹੜੀਆਂ ਪੌੜੀਆਂ ਬਾਂਸ ਵਾਲੀਆਂ ਲੱਗੀਆਂ ਹੁੰਦੀਆਂ, ਬਾਕੀਆਂ ਨੂੰ ਕਹੇ ਮੈਂ ਕੋਠੇ ਤੇ ਚਲਾਉਂਗਾ, ਤੁਸੀਂ ਵਿਹੜੇ ਚਲਾਈ ਜਾਓ, ਪੌੜੀ ਉੱਪਰ ਨੂੰ ਖਿੱਚ ਲਈ ਉਹਨੇ ਕਿ ਮੈਂ ਹੋਰ ਕਿਸੇ ਨੂੰ ਚੜ੍ਹ ਨਹੀਂ ਦੇਣਾ। ਉਹ ਪਤਾ ਨਹੀਂ ਕੀ ਹੋਇਆ ਕਿ ਕਿੱਧਰੋਂ ਚਗਿਆੜਾ ਉਹਦੀ ਜੇਬ 'ਚ ਬਹਿ ਗਿਆ, ਫਿਰ ਜੇਬ 'ਚ ਹੀ ਚੱਲੇ ਤਾਂ ਫਿਰ ਬਾਕੀ ਤਾਂ ਕਈ ਦਿਨ ਫਿਰ ਹਸਪਤਾਲ ਸਾਹਿਬ ਨਹੀਂ ਰਹੇ। ਬਾਟ ਸਾਹਿਬ, ਹੁਣ ਤਾਂ ਜ਼ਮਾਨਾ ਇਸ ਕਦਰ ਬਦਲਿਆ, ਅਸੀਂ ਤਿਉਹਾਰ ਵੀ ਧਰਮਾਂ ਦੇ ਨਾਲ ਵੰਡ ਦਿੱਤੇ ਆ। ਕਈ ਕਹਿਣਗੇ ਜੀ ਸਿੱਖਾਂ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ, ਇਸ ਤਿਉਹਾਰ ਦਾ, ਇਹਦਾ ਹਿੰਦੂਆਂ ਨਾਲ ਕੋਈ ਲੈਣਾ ਦੇਣਾ ਨਹੀਂ, ਮੁਸਲਮਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਜਦੋਂ ਬਚਪਨ ਵਰੇਸ ਹੁੰਦੀ ਸੀ, ਮੈਂ ਦੇਖਦਾ ਸੀ ਲਗਭਗ ਸਾਰੇ ਲੋਕ ਦੀਵਾਲੀ ਵੀ ਮਨਾਉਂਦੇ ਸੀ, ਦੁਸ਼ਹਿਰਾ ਵੀ ਮਨਾਉਂਦੇ ਸੀ, ਤੇ ਬਾਕੀ ਤਿਉਹਾਰ ਵੀ ਮਨਾਉਂਦੇ ਸੀ। ਦੀਵਾਲੀ ਦਾ ਲੇਖ ਜਦੋਂ ਲਿਖਣਾ ਸ਼ੁਰੂ ਇੱਥੋਂ ਹੀ ਕਰਨਾ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਕੁਝ ਲੋਕ ਇੱਥੇ ਜੂਆ ਵੀ ਇਸ ਮੌਕੇ ਖੇਡਦੇ ਹਨ, ਘਰ ਆ ਗਏ। ਬਸ ਆਹੀ ਮੈਂ ਕਹਿਣਾ ਸੀ। ਸੋ ਲਗਭਗ ਸਮਾਂ ਬਦਲ ਗਿਆ, ਹੁਣ ਅਸੀਂ ਵੰਡੀਆਂ ਘੱਟ ਪਾਈਏ, ਫਿਰਕਿਆਂ ਦੇ ਵਿੱਚ ਨਾ ਆਪਣੇ ਆਪ ਨੂੰ ਵੱਝ ਕੇ ਰੱਖੀ ਜਾਂ ਵੰਡੀਏ। ਅਸਲ ਦੇ ਵਿੱਚ ਸਦਭਾਵਨਾ ਦਾ ਇਹ ਜਿੰਨੇ ਵੀ ਤਿਉਹਾਰ ਪ੍ਰਤੀਕ ਨੇ, ਜਿੰਨਾ ਇੱਕ ਦੂਸਰੇ ਦੇ ਨੇੜੇ ਰਹਿ ਕੇ ਆਪਾਂ ਵਿਚਰੀਏ, ਚੰਗਾ ਸਮੇਂ ਦੀ ਸਮਾਪਤੀ ਹੈ। ਬਾਟ ਸਾਹਿਬ, ਧੰਨਵਾਦ। ਸ਼ੁਕਰੀਆ ਜੀ। ਟਿੱਪਣੀਆਂ ਚਾਹਾਂਗੇ ਕਿ ਪ੍ਰੋਗਰਾਮ ਕਿਹੋ ਜਿਹਾ ਲੱਗਾ। ਬਹੁਤ ਧੰਨਵਾਦ। ਬਿਲਕੁਲ। ਸੋ ਅਸੀਂ ਕੋਸ਼ਿਸ਼ ਤਾਂ ਇਹ ਸੀ ਕਿ ਕਈ ਤਿਉਹਾਰਾਂ ਦੇ ਉੱਤੇ ਗੱਲਬਾਤ ਕਰ ਲਾਂਗੇ, ਪਰ ਮੈਨੂੰ ਲੱਗਦਾ ਹੈ ਕਿ ਸਮੇਂ ਨੇ ਹੋਰ ਆਗਿਆ ਦਿੱਤੀ ਹੋਈ ਨਹੀਂ। ਹਲੇ ਵੀ ਬਹੁਤ ਕੁਝ ਦੀਵਾਲੀ ਅਤੇ ਲੋਹੜੀ ਦਾ ਵੀ ਵਿਚਾਰ ਕਰਨ ਵਾਲਾ ਰਹੇਗਾ। ਤੁਸੀਂ ਟਿੱਪਣੀਆਂ ਦੇ ਰੂਪ ਵਿੱਚ ਸਾਂਝਾ ਜ਼ਰੂਰ ਕਰ ਸਕਦੇ ਹੋ। ਸਮਾਂ ਸਮਾਪਤ ਹੈ। ਕਿਹੋ ਜਿਹਾ ਪ੍ਰੋਗਰਾਮ ਲੱਗਿਆ ਜ਼ਰੂਰ ਸਾਡੇ ਤੱਕ ਪੁੱਜਦਾ ਕਰਿਓ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਰੱਬ ਰਾਖਾ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।